दोहरा सुनहो साखी और सिंगन की जिन तुरकन सिर सिर लाए सिदक रखियो गुर बचन पर भयो केसन सासन निबाहे। वाहिगुरु जी का खालसा वाहिगुरु जी की फतेह। दोहरा सुनहो साखी और सिंगन की। प्राचीन पंथ प्रकाश साखी चमुंडे तथा कैरों नंगलियां रंधावियां की। सो ये साखी जिहड़ी है अगे जो चलती है रंधावियां सिखां दी है जिन्हां ने कुर्बानियां पा के सिੱਖੀ ਨੂੰ बचाया। सिੱਖੀ केसा ਸਵਾਸਾਂ संग ਨਿਭਾਉਂਦਿਆਂ ਹੋਇਆਂ ਉਹਨਾਂ ਨੇ ਸ਼ਹੀਦੀਆਂ ਪਾਈਆਂ। ਉਹਨਾਂ ਦੀ ਇਹ ਸਾਖੀ ਜਿਹੜੀ ਹੈ ਆਪ ਜੀ ਅੱਗੇ ਸੁਣੋ ਜੀ। दोहरा सुनहो साखी और सिंगन की जिन तुरकन सिर सिर लाए। सुनो हुण हे ਸਰੋਤੇ ਜਣੋ ਗੁਰਸਿੱਖੋ ਇਹ ਹੋਰ ਇੱਕ ਸਾਖੀ ਹੈ ਜੋ ਆਪ ਜੀ ਨੂੰ ਅਸੀਂ ਸੁਣਾਉਣ ਚੱਲੇ ਹਾਂ। ਜੋ ਸਿੰਘਾਂ ਦੀ ਸਾਖੀ ਹੈ ਜਿਨ ਤੁਰਕਨ ਸਿਰ ਲਾਏ ਜਿਨ੍ਹਾਂ ਨੇ ਆਪਣੇ ਸਿਰ ਜਿਹੜਾ ਹਨ ਸਿੱਖੀ ਨੂੰ ਬਚਾਉਣ ਵਾਸਤੇ ਲਾ ਦਿੱਤੇ ਤੇ ਇਹਨਾਂ ਦਾ ਜਿਹੜਾ ਪਾਪ ਸੀਗਾ ਤੁਰਕਾਂ ਦੇ ਸਿਰ ਚਾੜ ਗਏ। ਸਿਦਕ ਰਖਿਓ ਗੁਰ ਬਚਨ ਪਰ ਭਇਓ ਕੇਸਨ ਸਾਸਨ ਨਿਬਾਹੇ। ਸਿੱਧਕ ਆਪਣਾ ਜਿਹੜਾ ਫੇਥ ਹੈ ਭਰੋਸਾ ਹੈ ਉਹਨਾਂ ਨੇ ਰੱਖਿਆ ਆਪਣੇ ਗੁਰੂ ਦੇ ਬਚਨਾਂ ਤੇ ਕਿਉਂਕਿ ਗੁਰੂ ਦਾ ਬਚਨ ਜੋ ਹੋਇਆ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ। ਉਹਨਾਂ ਨੇ ਆਪਣੀ ਰਹਿਤ ਰੱਖੀ ਆਪਣੇ ਗੁਰੂ ਦੀ ਖੁਸ਼ੀ ਵਾਸਤੇ ਆਪਣੀ ਸਿੱਖੀ ਨੂੰ ਨਿਭਾਉਣ ਵਾਸਤੇ ਆਪਣੇ ਗੁਰੂ ਦੇ ਬਚਨਾਂ ਤੇ ਉਹਨਾਂ ਨੇ ਭਰੋਸਾ ਰੱਖਿਆ ਕਿ ਗੁਰੂ ਮਹਾਰਾਜ ਜੀ ਆਪਣੇ ਸਿੱਖਾਂ ਨੂੰ ਹਰ ਵੇਲੇ ਬਚਾਉਂਦੇ ਹਨ ਹਰ ਵੇਲੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਦੇ ਹਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖ ਜਿਹੜੇ ਹਨ ਭਇਓ ਕੇਸਨ ਸਾਸਨ ਨਿਬਾਹੇ। ਸਿੱਖ ਜਿਹੜੀ ਹੈ ਕੇਸਾਂ ਦੇ ਨਾਲ ਜਿਹੜੀ ਸਿੱਖੀ ਹੈ ਆਪਣੇ ਅਖੀਰਲੇ ਸਵਾਸ ਤੱਕ ਉਹਨਾਂ ਨੇ ਨਿਭਾਉਣਾ ਕੀਤੀ। ਚੌਪੇ ਨਾਮ ਠਾਮ ਜਾਤ ਗੋਤ ਬਤਾਉ। ਹੁਣ ਰਤਨ ਸਿੰਘ ਭੰਗੂ ਜੋ ਇਹ ਲਿਖ ਰਹੇ ਹਨ ਕਹਿੰਦੇ ਉਹਨਾਂ ਸਿੰਘਾਂ ਦੇ ਨਾਮ ਜਿਹੜੇ ਹਨ ਠਾਮ ਉਹਨਾਂ ਦੇ ਘਰ ਜਿਹੜੇ ਹਨ ਉਹਨਾਂ ਦੀ ਜਿਹੜੀ ਜਾਤ ਹੈ ਤੇ ਗੋਤ ਜਿਹੜਾ ਹੈ ਅੱਗੇ ਅਸੀਂ ਦੱਸਦੇ ਹਾਂ। ਸਿੱਖੀ ਸਾਂਝ ਹਿਤ ਟਹਿਲ ਉਠਾਉ। ਸੋ ਇਹ ਜਿਹੜਾ ਹੈ ਰਤਨ ਸਿੰਘ ਭੰਗੂ ਕਹਿੰਦਾ ਮੈਂ ਸਿੱਖੀ ਦੀ ਸਾਂਝ ਵਾਸਤੇ ਕਹਿੰਦੇ ਹਿਤ ਇਹਦੇ ਵਾਸਤੇ ਇਹ ਟਹਿਲ ਇਹ ਸੇਵਾ ਮੈਂ ਆਪਣੇ ਸਿਰ ਤੇ ਉਠਾਈ ਹੈ ਕਿ ਮੈਂ ਆਪਣਾ ਫਰਜ਼ ਸਮਝਦਾ ਹਾਂ ਕਿ ਇਹ ਗੁਰਸਿੱਖਾਂ ਦੀਆਂ ਕੁਰਬਾਨੀਆਂ ਨੂੰ ਅੱਗੇ ਦੱਸਿਆ ਜਾਵੇ ਜਿਹਦੇ ਕਰਕੇ ਗੁਰਸਿੱਖ ਹਮੇਸ਼ਾ ਹੀ ਆਪਣੇ ਜੋ ਇਹ ਪਿਆਰੇ ਗੁਰਸਿੱਖ ਹਨ ਜਿਨ੍ਹਾਂ ਨੇ ਸਿੱਖੀ ਵਾਸਤੇ ਸ਼ਹੀਦੀਆਂ ਪਾਈਆਂ ਉਹਨਾਂ ਨੂੰ ਪੰਥ ਹਮੇਸ਼ਾ ਹੀ ਚੇਤੇ ਰੱਖ ਸਕੇ। ਇਸ ਕਰਕੇ ਅਸੀਂ ਇਹ ਸੇਵਾ ਆਪਣੇ ਸਿਰ ਲਈ ਹੈ। ਸੁਣੀ ਜਿਸੈ ਬਿਧ ਵੱਡਿਆਂ ਪਾਸ। ਜਿਸ ਤਰ੍ਹਾਂ ਵੀ ਅਸੀਂ ਆਪਣੇ ਵੱਡਿਆਂ ਤੋਂ ਸੁਣੀ ਹੈ ਇਹ ਸਾਖੀ ਜਿਵੇਂ ਜਿਵੇਂ ਇਹ ਵਾਰਤਾ ਵਰਤੀ ਹੈ ਅਸੀਂ ਉਵੇਂ ਹੀ ਲਿਖਣਾ ਚਾਹੁੰਦੇ ਹਾਂ। ਕਹੋ ਤਿਮੈ ਪੰਥ ਰਖ ਹੇਤ ਦਾਸ। ਦੇਖੋ ਕਹਿੰਦੇ ਇਹ ਦਾਸ ਜਿਹੜਾ ਹੈ ਇਹ ਪੰਥ ਦੀ ਸੇਵਾ ਵਾਸਤੇ ਪੰਥ ਦੇ ਵਾਸਤੇ ਇਹ ਲਿਖ ਰਿਹਾ ਹਾਂ। ਕਹੂੰ ਤਿਮੈ ਕਹਿੰਦੇ ਮੇਰੀ ਇਹ ਕੋਸ਼ਿਸ਼ ਹੈ ਕਿ ਜਿਸ ਤਰ੍ਹਾਂ ਵੀ ਇਹ ਸਾਖੀ ਹੋਈ ਹੈ ਉਸੇ ਤਰ੍ਹਾਂ ਹੀ ਇਹਨੂੰ ਦੱਸਿਆ ਜਾਵੇ ਇਨ ਦ ਓਰੀਜਨਲ ਫਾਰਮ। ਇਹਦੇ ਵਿੱਚ ਕੋਈ ਵਾਧਾ ਘਾਟਾ ਨਾ ਕੀਤਾ ਜਾਵੇ ਇਹ ਉਸੇ ਤਰ੍ਹਾਂ ਹੀ ਲਿਖੀ ਜਾਵੇ ਜਿਸ ਤਰ੍ਹਾਂ ਇਹ ਵਰਤੀ ਹੈ ਉਹ ਸਿੰਘਾਂ ਤੇ। ਗੋਤ ਰੰਧਾਵੈ ਚਮੁੰਡੇ ਬਾਈ ਦਾਸ। ਦੇਖੋ ਇਹ ਜਿਹੜੇ ਹਨ ਗੋਤ ਇਹਨਾਂ ਦਾ ਰੰਧਾਵਿਆਂ ਦਾ ਸੀਗਾ। ਚਮੁੰਡੇ ਬਾਈ ਬਾਸ ਇਹ ਚਮੁੰਡਾ ਨਗਰ ਵਿੱਚ ਰਹਿਣ ਵਾਲੇ ਸਨ ਤੇ ਲਾਹੌਰ ਤੋਂ ਜਿਹੜੀ ਸੜਕ ਆਉਂਦੀ ਹੈ ਇਹ ਸੜਕ ਜਿਹੜੀ ਅੰਮ੍ਰਿਤਸਰ ਨੂੰ ਐਮਨਾਬਾਦ ਗੁਜਰਾਂਵਾਲੇ ਨੂੰ ਸਿੱਧੀ ਨਿਕਲ ਜਾਂਦੀ ਹੈ ਪਸ਼ੌਰ ਕਾਬਲ ਵੱਲ। ਇਹ ਸੜਕ ਜਿਹੜੀ ਹੈ ਇਹ ਬਾਈਪਾਸ ਜਿਹੜੀ ਹੈ ਜਿਵੇਂ ਬਾਈਪਾਸ ਆਪਾਂ ਇੰਗਲਿਸ਼ ਵਿੱਚ ਕਹਿ ਦਿੰਦੇ ਹਾਂ ਇਹ ਸ਼ੇਰ ਸ਼ਾਹ ਸੂਰੀ ਨੇ ਆਪਣੇ ਸਮੇਂ ਵਿੱਚ ਬਣਵਾਈ ਸੀਗੀ। ਕਹਿੰਦੇ ਇਹ ਚਮੁੰਡਾ ਨਗਰ ਜਿਹੜਾ ਹੈ ਰੰਧਾਵੇ ਗੋਤ ਦੇ ਸਿੰਘ ਜਿਹੜੇ ਹਨ ਇੱਥੇ ਰਿਹਾ ਕਰਦੇ ਸਨ। ਮੱਧ ਇੱਕ ਕੈਰੋਂ ਨੰਗਲ ਭਾਸ। ਦੇਖੋ ਕਹਿੰਦੇ ਮੱਧ ਕਹਿੰਦੇ ਵਿਚਕਾਰ ਜਾਂ ਮਿਡਲ ਦੇ ਵਿੱਚ ਸੈਂਟਰ ਦੇ ਵਿੱਚ ਕਹਿੰਦੇ ਕੈਰੋਂ ਨਗਰ ਸੀਗਾ ਇੱਕ। ਸੋ ਕੈਰੋਂ ਨੰਗਲ ਜਿਹੜਾ ਨੰਗਲ ਸੀਗਾ ਇਹ ਜਿਹੜਾ ਸੀਗਾ ਕਹਿੰਦੇ ਪਿੰਡ ਦਾ ਨਾਮ ਸੀਗਾ ਇਹ। ਉਨ ਮੱਧ ਤੇ ਕੁਛ ਗੁਰਪੰਥ ਆਏ। ਕਹਿਣਗੇ ਉਨ ਮੱਧ ਉਹਨਾਂ ਜਿਹੜੇ ਰਹਿਣ ਵਾਲੇ ਉੱਥੇ ਦੇ ਪੰਜਾਬੀ ਲੋਕ ਸਨ ਉਹਨਾਂ ਦੇ ਵਿੱਚੋਂ ਰੰਧਾਵਿਆਂ ਦੀ ਗੋਤ ਵਾਲੇ ਕਈ ਜਿਨ੍ਹਾਂ ਨੇ ਗੁਰੂ ਮਹਾਰਾਜ ਦਾ ਅੰਮ੍ਰਿਤ ਪਾਨ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਉਹ ਸਿੰਘ ਸਜੇ ਸਨ ਪਰ ਸਾਰਾ ਪਿੰਡ ਨਹੀਂ ਹਜੇ ਜਿਹੜਾ ਹਨ ਗੁਰੂ ਮਹਾਰਾਜ ਦੀ ਕਿਰਪਾ ਦਾ ਪਾਤਰ ਬਣਿਆ। ਕਹਿੰਦੇ ਉਹ ਪਿੰਡ ਜਿਹੜਾ ਸੀਗਾ
ਕਹਿੰਦੇ ਉਹਦੇ ਵਿੱਚੋਂ ਕਈ ਜਿਹੜੇ ਹਨ ਉਹਨਾਂ ਨੇ ਜਿਹੜਾ ਹੈ ਇਹ ਜਿਹੜਾ ਹਨ ਕੈਰੋਂ ਜਿਹੜਾ ਹਨ ਇਹ ਪਿੰਡ ਦੇ ਲੋਕਾਂ ਨੇ ਆ ਕਰਕੇ ਕਹਿੰਦੇ ਉੱਥੇ ਅੰਮ੍ਰਿਤ ਛਕਿਆ ਆ ਕੇ ਗੁਰੂ ਦੇ ਸਿੱਖ ਬਣੇ। ਹੁਣ ਦੇਖੋ ਇਹ ਪਿੰਡ ਦੇ ਲੋਕ ਜਿਹੜੇ ਸਨ ਕਈਆਂ ਨੂੰ ਜਿਹੜਾ ਹੈ ਰਾਜ ਦਾ, ਕਈਆਂ ਨੂੰ ਮੁਗਲਾਂ ਦਾ, ਕਈਆਂ ਨੂੰ ਕਈ ਤਰ੍ਹਾਂ ਦਾ ਭੈ ਹੋਇਆ ਕਰਦਾ ਸੀਗਾ ਵੀ ਜੇ ਸਿੱਖ ਬਣ ਗਏ ਕਿਤੇ ਬਿਪਤਾ ਨਾ ਪੈ ਜਾਵੇ। ਪਰ ਉਹਨਾਂ ਵਿੱਚੋਂ ਕਈ ਸੂਰਮੇ ਹੁੰਦੇ ਸਨ ਜਿਨ੍ਹਾਂ ਨੇ ਔਖਿਆਈ ਨੂੰ ਨਹੀਂ ਦੇਖਿਆ, ਉਹਨਾਂ ਨੇ ਜਿਹੜਾ ਹਨ ਚੈਲੰਜਸ ਜਿਹੜੀਆਂ ਅੱਗੇ ਆਉਣੀਆਂ ਹਨ ਉਹਨਾਂ ਦੀ ਪਰਵਾਹ ਨਹੀਂ ਕੀਤੀ। ਉਹ ਅੰਮ੍ਰਿਤ ਛਕ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਜਿਹੜਾ ਹਨ ਅੰਮ੍ਰਿਤਮਈ ਜੀਵਨ ਨੂੰ ਬਤੀਤ ਕਰਾਉਣ ਵਾਸਤੇ ਉਹਨਾਂ ਨੇ ਇਹ ਗੁਰੂ ਮਹਾਰਾਜ ਦੇ ਕਿਰਪਾ ਦੇ ਪਾਤਰ ਬਣੇ ਸਨ। ਖੰਡੇ ਪਹੁਲ ਲਈ ਸ਼ਸਤਰ ਉਠਾਏ। ਦੇਖੋ ਇਹ ਸਿੰਘਾਂ ਨੇ ਜਿਹੜਾ ਹਨ ਖੰਡੇ ਦੀ ਪਹੁਲ ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਆਪਣੇ ਸਰੀਰ ਤੇ ਜਿਹੜਾ ਹੈ ਸ਼ਾਸਤਰ ਕਿਰਪਾਨ ਤੇ ਹੋਰ ਜਿਹੜੀਆਂ ਹਨ ਰਹਿਤਾਂ ਨੂੰ ਜਿਹੜਾ ਹਨ ਸਜਾ ਕੇ ਰੱਖਿਆ ਕਰਦੇ ਸਨ। ਜਿਮ ਸ੍ਰੀ ਸਤਿਗੁਰ ਆਗਿਆ ਦਈ। ਜਿਸ ਤਰ੍ਹਾਂ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਹਿਤ ਦੱਸੀ ਹੈ ਇਹ ਗੁਰਸਿੱਖ ਉਸੇ ਤਰ੍ਹਾਂ ਹੀ ਰਿਹਾ ਕਰਦੇ ਸਨ ਤੇ ਉਹ ਪਾਬੰਦ ਰਿਹਾ ਕਰਦੇ ਸਨ ਰਹਿਤ ਦੇ। ਵਹੀ ਭਾਂਤ ਤਿਨ ਕਰਨੀ ਠਾਈ। ਕਹਿਣਗੇ ਵਹੀ ਭਾਂਤ ਜਿਸ ਤਰ੍ਹਾਂ ਵੀ ਗੁਰੂ ਮਹਾਰਾਜ ਦਾ ਹੁਕਮ ਹੈ ਉਸੇ ਤਰ੍ਹਾਂ ਹੀ ਇਹ ਕਰਦੇ ਰਹੇ। ਭਾਵੇਂ ਇਹਨਾਂ ਦੇ ਰਿਸ਼ਤੇਦਾਰ ਵੀ ਕਈ ਗੁੱਸੇ ਹੋ ਜਾਇਆ ਕਰਦੇ ਸਨ ਵੀ ਤੁਸੀਂ ਇਹ ਕੀ ਕਰ ਰਹੇ ਹੋ, ਤੇ ਭਾਵੇਂ ਕੋਈ ਗੁੱਸੇ ਹੋ ਜਾਵੇ, ਕਈ ਦੋਸਤਾਂ ਮਿੱਤਰਾਂ ਨੇ ਇਤਰਾਜ਼ ਕਰਨਾ, ਪਰ ਇਹਨਾਂ ਨੇ ਪਰਵਾਹ ਨਹੀਂ ਕੀਤੀ। ਇਹਨਾਂ ਨੇ ਗੁਰੂ ਦਾ ਲੜ ਫੜਿਆ, ਭਾਵੇਂ ਉਹਦੇ ਬਦਲੇ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਰੁਸਾਉਣਾ ਵੀ ਪਿਆ, ਭਾਵੇਂ ਉਹਨਾਂ ਨੂੰ ਗੁੱਸੇ ਵੀ ਕਰਨਾ ਪਿਆ, ਭਾਵੇਂ ਉਹਨਾਂ ਨੇ ਕਈਆਂ ਨੇ ਇਹਨਾਂ ਦੇ ਨਾਲ ਰਿਸ਼ਤੇ ਵੀ ਤੋੜ ਦਿੱਤੇ ਸਨ। ਰਲੇ ਪੰਥ ਗੁਰ ਕਰੇ ਦੰਗਾਹੀ। ਦੇਖੋ ਕਹਿੰਦੇ ਇਹ ਰਲੇ ਪੰਥ ਇਹ ਪੰਥ ਦਾ ਹਿੱਸਾ ਬਣ ਕੇ ਜੰਗ ਯੁੱਧ ਦੇ ਵਿੱਚ ਤਤਪਰ ਰਹਿੰਦੇ ਸਨ। ਜਿੱਥੇ ਵੀ ਕੋਈ ਲੋੜਵੰਦ, ਕੋਈ ਗਰੀਬ ਨਾਲ ਕੋਈ ਧੱਕਾ ਕਰਦਾ ਸੀਗਾ, ਕੋਈ ਲੁੱਟ ਮਾਰ ਕਰਦਾ ਸੀਗਾ ਤੇ ਗਰੀਬ ਮਾਰ ਕਰਦਾ ਸੀਗਾ, ਕੋਈ ਧੀਆਂ ਜਿਹੜੀਆਂ ਹਨ ਮਾਵਾਂ ਭੈਣਾਂ ਧੀਆਂ ਤੇ ਜਿਹੜਾ ਹੱਥ ਪਾਉਂਦਾ ਸੀ ਉਹਨਾਂ ਨੂੰ ਵੀ ਬਚਾਉਂਦੇ ਸਨ ਇਹ ਸਿੱਖ। ਇਹਨਾਂ ਨੇ ਇਹੀ ਪ੍ਰਣ ਕਰਕੇ ਆਪਣਾ ਜੀਵਨ ਬਤੀਤ ਕਰਦੇ ਸਨ। ਲਾਹੌਰ ਦਿੱਲੀ ਰਾਹੋ ਲੁੱਟ ਖਾਹੀ। ਦੇਖੋ ਕਹਿੰਦੇ ਉਸ ਸਮੇਂ ਦੇ ਵਿੱਚ ਕਹਿੰਦੇ ਕਈ ਐਸੇ ਜਿਹੜੇ ਹਨ ਮੁਗਲਿਆ ਹਕੂਮਤ ਦੇ ਜਿਹੜੇ ਬੰਦੇ ਸਨ ਤਾਂ ਜਿਹੜੇ ਅੱਗੇ ਅਫਗਾਨੀ ਕਾਬੁਲ ਤੋਂ ਆਏ ਹੋਏ ਸਨ, ਜਿਹੜੇ ਅੱਗੇ ਮੁੜੇ ਨਹੀਂ ਸਨ ਅਬਦਾਲੀ ਦੇ ਨਾਲ, ਤੇ ਉਹਨਾਂ ਨੇ ਕੀ ਕਰਨਾ ਲਾਹੌਰ ਤੇ ਦਿੱਲੀ ਦੀ ਸੜਕ ਦੇ ਉੱਤੇ ਉਹਨਾਂ ਨੇ ਜਿਹੜਾ ਹਨ ਚੋਰ ਬਣ ਕੇ ਬਹਿ ਜਾਂਦੇ ਸਨ ਉੱਥੇ ਤੇ ਲੋਕਾਂ ਨੂੰ ਲੁੱਟਿਆ ਕਰਦੇ ਸਨ। ਰਸਤੇ ਦੇ ਵਿੱਚ ਜੋ ਵੀ ਕੋਈ ਉਧਰ ਦੀ ਲੰਘਦਾ ਸੀਗਾ, ਭਾਵੇਂ ਕੋਈ ਉਹ ਵਪਾਰੀ ਬੰਦਾ ਸੀਗਾ, ਭਾਵੇਂ ਕੋਈ ਆਪਣੇ ਪਰਿਵਾਰ ਨਾਲ ਕਿਤੇ ਜਾਂਦਾ ਸੀਗਾ, ਰਸਤੇ ਵਿੱਚ ਉਹਨਾਂ ਨੂੰ ਲੁੱਟ ਲੈਂਦੇ ਸਨ। ਤੇ ਇਹ ਸਿੰਘ ਜਿਹੜੇ ਸਨ ਉੱਥੇ ਤਤਪਰ ਹੁੰਦੇ ਸਨ। ਜੋ ਚੱਕਿਓ ਹੁਤੋ ਖਾਲਸਾ ਤੌਰ। ਦੇਖੋ ਕਹਿੰਦੇ ਖਾਲਸੇ ਦਾ ਕੰਮ ਕੀ ਸੀਗਾ, ਇਹ ਲੁਟੇਰਿਆਂ ਨੂੰ ਸੋਧਣ ਦਾ। ਤੇ ਜਿਹੜੇ ਵੀ ਚੋਰ ਚੱਕੇ ਸਨ ਇਹਨਾਂ ਨੂੰ ਜਿਹੜਾ ਹਨ ਇਹ ਖਾਲਸਾ ਹੀ ਉਹਨਾਂ ਨੂੰ ਸੋਧਦਾ ਸੀਗਾ। ਬਿਕੋਜ਼ ਉਸ ਸਮੇਂ ਦੇ ਵਿੱਚ ਜਿਹੜੇ ਤੁਰਕ ਹੋਇਆ ਕਰਦੇ ਸਨ, ਜੇ ਉਹ ਲੁਟੇਰਾ ਕੋਈ ਮੁਸਲਮਾਨ ਹੈ ਤਾਂ ਉਹਨੂੰ ਬਖਸ਼ ਦਿੰਦੇ ਸਨ ਤੇ ਉਹਦਾ ਪੱਖ ਕਰਿਆ ਕਰਦੇ ਸਨ, ਤੇ ਉਹ ਵੀ ਸੂਹੇ ਬਣ ਜਾਂਦੇ ਸਨ, ਸਪਾਈ ਬਣ ਜਾਂਦੇ ਸਨ ਤੁਰਕਾਂ ਦੇ ਨਾਲ। ਤਾਂ ਉਹਨਾਂ ਨੇ ਲੁੱਟਮਾਰ ਕਰਨੀ ਤੇ ਨਾਲ ਉਹਨਾਂ ਨੇ ਸਿੰਘਾਂ ਦੀਆਂ ਜਾਸੂਸੀਆਂ ਜਾ ਕੇ ਕਰਨੀਆਂ। ਇਸ ਕਰਕੇ ਉਹ ਆਫੀਸ਼ੀਅਲੀ ਲੁੱਟਿਆ ਕਰਦੇ ਸਨ ਲੋਕਾਂ ਨੂੰ। ਤੇ ਜਿਹੜੇ ਸਿੰਘ ਸਨ ਉਹੀ ਜਿਹੜਾ ਹਨ ਇੱਕ ਲੋਕਾਂ ਦਾ ਆਸਰਾ ਬਣੇ ਹੋਏ ਸਨ, ਜਿਹੜੇ ਕਰਕੇ ਉਹਨਾਂ ਨੂੰ ਛਡਾਉਂਦੇ ਸਨ ਜਾ ਕੇ ਆਪਣੀ ਜਾਨਾਂ ਨੂੰ ਆਪਣੀ ਤਲੀਆਂ ਤੇ ਰੱਖ ਕਰਕੇ। ਕਹਿੰਦੇ ਸਿੰਘਾਂ ਨੇ ਜਿਹੜਾ ਹਨ ਐਸੀ ਸੇਵਾ ਆਪਣੇ ਜੁੰਮੇ ਲਈ ਹੋਈ ਸੀ ਕਿ ਅਸੀਂ ਇਹ ਦੰਗੇ ਇਹ ਜਿਹੜੇ ਹਨ ਧੱਕਾ ਅਸੀਂ ਨਹੀਂ ਹੋਣ ਦੇਣਾ ਤੇ ਗਰੀਬ ਮਜਲੂਮ ਦੀ ਰੱਖਿਆ ਕਰਨੀ ਹੈ। ਇਨ ਭੀਤ ਮਹਿ ਮਚਾਇਓ ਰੌਰ। ਦੇਖੋ ਇਹਨਾਂ ਰੰਧਾਵਿਆਂ ਸਿੰਘਾਂ ਨੇ ਵੀ ਉਹੀ ਜਿਹੜੇ ਹਨ ਕਰਮ ਕੀਤੇ। ਇਹ ਵੀ ਸਿੰਘਾਂ ਵੰਡੇ ਨਾਲ ਰਲ ਕਰਕੇ ਆਪ ਵੀ ਜਥੇ ਬਣਾ ਕੇ ਤੇ ਗਰੀਬ ਜਿਹੜੇ ਹਨ ਜਾਂ ਜਿਹੜੇ ਮਜਲੂਮ ਸਨ ਉਹਨਾਂ ਨੂੰ ਬਚਾਇਆ ਕਰਦੇ ਸਨ। ਸੋ ਖਬਰ ਯਹ ਤੁਰਕਨ ਪਾਈ। ਦੇਖੋ ਇਹਨਾਂ ਦੀ ਜਿਹੜੀ ਸੇਵਾ ਜਿਹੜੀ ਭਾਵਨਾ ਸੀਗੀ ਜਿਹੜੀ ਕਿ ਇਹ ਮਜਲੂਮਾਂ ਦੀ ਰੱਖਿਆ ਕਰਨ ਦੀ, ਪਰ ਇਹ ਜਿਹੜੀ ਤੁਰਕਾਂ ਨੂੰ ਚੰਗੀ ਨਾ ਲੱਗੀ, ਕਿਉਂਕਿ ਉਹ ਤਾਂ ਚਾਹੁੰਦੇ ਹੀ ਸਨ ਵੀ ਜਿਹੜੇ ਕਿ ਬੰਦੇ ਮੁਸਲਮਾਨ ਨਹੀਂ ਬਣਦੇ ਉਹ ਲੁੱਟੇ ਜਾਣ, ਉਹ ਇੰਨੇ ਤੰਗ ਹੋ ਜਾਣ ਕਿ ਤੰਗ ਹੋ ਕੇ ਉਹਨਾਂ ਨੂੰ ਮੁਸਲਮਾਨੀ ਧਰਮ ਦੇ ਵਿੱਚ ਅਸੀਂ ਲੈ ਕੇ ਆ ਜਾਵਾਂਗੇ। ਉਹ ਤਾਂ ਚਾਹੁੰਦੇ ਹੀ ਸਨ ਇਹ ਕੰਮ ਹੋਈ ਜਾਵੇ। ਪਰ ਇਹ ਜਦੋਂ ਸਿੰਘਾਂ ਨੇ ਆ ਕੇ ਉਹਨਾਂ ਦੇ ਕੰਮ 'ਚ ਰੁਕਾਵਟ ਪਾਈ
ਤਾਂ ਉਹਨਾਂ ਨੂੰ ਇਹ ਖਬਰ ਹੋ ਗਈ ਤੁਰਕਾਂ ਨੂੰ, ਤੇ ਸਿੰਘ ਉਹਨਾਂ ਦੇ ਅੱਖਾਂ ਵਿੱਚ ਰੜਕਦੇ ਸਨ। ਆਏ ਮਾਰਨ ਉਨ ਕਰ ਧਾਈ। ਕਹਿਣ ਲੱਗੇ ਦੇਖੋ ਉਹਨਾਂ ਨੂੰ ਮਾਰਨ ਵਾਸਤੇ ਉਹਨਾਂ ਦੇ ਪਿੰਡਾਂ ਨੂੰ ਆ ਕੇ ਘੇਰਾ ਪਾਰ ਲੈਂਦੇ ਸਨ ਇਹ ਤੁਰਕ। ਦੋਹਰਾ ਸਿੰਘਨ ਪੈ ਗੜ ਨਹਿ ਹੁਤੇ ਜਿਤ ਕੀ ਓਟ ਲੜਾ ਹੈ। ਦੇਖੋ ਕਹਿੰਦੇ ਸਿੰਘਾਂ ਕੋਲ ਉਸ ਵੇਲੇ ਕੋਈ ਗੜ ਨਹੀਂ ਹੁੰਦਾ ਸੀ, ਕੋਈ ਫੋਰਟ ਨਹੀਂ ਹੁੰਦਾ ਸੀ, ਕੋਈ ਪੱਕਾ ਘਰ ਵੀ ਨਹੀਂ ਹੁੰਦਾ ਸੀਗਾ ਜਿਹਦੇ ਪਿੱਛੇ ਖੜ ਕਰਕੇ ਉਹ ਵੱਡੀ ਫੌਜ ਦਾ ਟਾਕਰਾ ਕਰ ਸਕਣ। ਸਿੰਘਾਂ ਕੋਲ ਐਸਾ ਨਹੀਂ ਹੋਇਆ ਕਰਦਾ ਸੀਗਾ। ਸਿੰਘ ਵੀ ਵਿਚਾਰੇ ਗਰੀਬ ਸਨ, ਆਪ ਵੀ ਝੁੰਗੀਆਂ ਵਿੱਚ ਰਹਿੰਦੇ ਸਨ। ਉਠ ਨਠ ਰੋਹੀ ਮਦ ਛਿਪ ਹੈ ਕਹਿ ਖੂਹਨ ਖੱਡਣ ਮਾਹੇ। ਦੇਖੋ ਪਰ ਸਿੰਘ ਕਰਿਆ ਕੀ ਕਰਦੇ ਸਨ, ਜਦੋਂ ਉਹਨਾਂ ਤੇ ਇਹ ਤੁਰਕਾਂ ਦਾ ਘੇਰਾ ਪੈ ਜਾਂਦਾ ਸੀਗਾ, ਉਹ ਸਿੰਘ ਜਿਹੜੇ ਹਨ ਭੱਜ ਜਾਂਦੇ ਸਨ ਘਰੋਂ ਭੱਜ ਕਰਕੇ ਸਿਰਫ ਇੱਕ ਸਮਾਂ ਲੰਘਾਉਣ ਵਾਸਤੇ ਉਹਨਾਂ ਨੇ ਜਾ ਕੇ ਰੋਹੀਆਂ ਵਿੱਚ, ਖੂਹਾਂ ਵਿੱਚ, ਖੱਡਾਂ ਦੇ ਵਿੱਚ ਜਾਂ ਕੋਈ ਝੱਲਾਂ ਦੇ ਵਿੱਚ ਜਾਂ ਜਿਹੜਾ ਹਨ ਜਾਂ ਬੁਸ਼ਸ ਦੇ ਵਿੱਚ ਜਾ ਕੇ ਲੁਕ ਜਾਂਦੇ ਸਨ ਸਿੰਘ, ਵੀ ਇਹ ਸਮਾਂ ਲੰਘ ਜਾਵੇ। ਕਿਉਂਕਿ ਪਿੰਡ ਦੇ ਵਿੱਚ ਜਿਹੜੀਆਂ ਹਨ ਔਰਤਾਂ ਤੇ ਬੱਚੇ ਬਹੁਤ ਹੋਇਆ ਕਰਦੇ ਸਨ, ਉਹ ਨਹੀਂ ਚਾਹੁੰਦੇ ਸਨ ਕਿ ਉਹਨਾਂ ਨੂੰ ਕੋਈ ਨੁਕਸਾਨ ਹੋਵੇ। ਚੌਪੇ ਸੁਣੀ ਸਿੰਘਨ ਜਬ ਤੁਰਕ ਅਵਾਈ। ਜਦੋਂ ਸਿੰਘ ਸੁਣਦੇ ਸਨ ਵੀ ਇਹ ਤੁਰਕ ਜਿਹੜੇ ਹਨ ਸਾਡੇ ਤੇ ਚੜ ਕੇ ਆ ਰਹੇ ਹਨ, ਛੱਡ ਕਰ ਘਰ ਗਏ ਬਣਹਿ ਲੁਕਾਈ। ਉਹ ਭੱਜ ਜਾਂਦੇ ਸਨ, ਘਰ ਛੱਡ ਕੇ ਓਲਾ ਕਰ ਜਾਂਦੇ ਸਨ। ਹੋਤੈ ਉਨੈ ਕੇ ਟੱਬਰ ਜੇਊ। ਦੇਖੋ ਕਹਿੰਦੇ ਜਿਹੜਾ ਉਹਨਾਂ ਦਾ ਟੱਬਰ ਹੋਇਆ ਕਰਦਾ ਸੀ, ਉਹਨਾਂ ਦੀ ਫੈਮਿਲੀ ਜਿਹੜੀ ਪਿੱਛੇ ਸੀ, ਤੇ ਉਹ ਕੀ ਕਰਿਆ ਕਰਦੇ ਸਨ, ਤੇ ਕਹਿੰਦੇ ਵੀ ਉਹਨਾਂ ਦਾ ਵੀ ਹੁਣ ਦੇਖੋ ਉਹਨਾਂ ਦਾ ਵੀ ਬਚਾਅ ਹੈ ਨਾ, ਕਿਉਂਕਿ ਉਹ ਤਾਂ ਵਿਚਾਰੀਆਂ ਜਿਹੜੀਆਂ ਹਨ ਔਰਤਾਂ ਨੇ, ਬੱਚੇ ਨੇ, ਉਹ ਤਾਂ ਨਹੀਂ ਇਹਨਾਂ ਨਾਲ ਭੱਜ ਸਕਦੇ ਸਿੰਘਾਂ ਦੇ ਨਾਲ, ਤੇ ਉਨੀ ਰਫ਼ਤਾਰ ਉਨੀ ਸਪੀਡ ਦੇ ਵਿੱਚ ਨਹੀਂ ਜਾ ਸਕਦੇ। ਰਲ ਮਿਲ ਲੋਕਨ ਬਚ ਰਹੇ ਤੇਊ। ਦੇਖੋ ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਆਪਣੇ ਗੁਆਂਢੀਆਂ ਦੇ ਘਰ, ਰਿਸ਼ਤੇਦਾਰਾਂ ਦੇ ਘਰ ਚਲੇ ਜਾਣਾ, ਤੇ ਇਹ ਜਿਹੜੀਆਂ ਔਰਤਾਂ ਹੋਇਆ ਕਰਦੀਆਂ ਸਨ ਤੇ ਬੱਚੇ, ਕੋਈ ਕਿਸੇ ਦੀ ਮਾਸੀ ਬਣ ਜਾਂਦੀ ਸੀ, ਕੋਈ ਕਿਸੇ ਦੀ ਤਾਈ ਬਣ ਜਾਂਦੀ ਸੀ, ਜਾ ਕੇ ਉਹਨਾਂ ਨੇ ਇਹ ਕਹਿ ਦੇਣਾ ਤੁਰਕਾਂ ਨੂੰ, ਭਾਈ ਇਹ ਤਾਂ ਸਾਡੀ ਮਾਸੀ ਆ, ਹੋਰ ਪਿੰਡ ਤੋਂ ਆਈ ਹੈ, ਇਹ ਸਾਡੀ ਫੂਫੀ ਆ ਜੀ, ਹੋਰ ਪਾਸੇ ਤੋਂ ਆਈ ਹੈ। ਤੇ ਇਉਂ ਕਰਕੇ ਉਹਨਾਂ ਨੇ ਜਿਹੜਾ ਆਪਣਾ ਬਚਾਅ ਕਰ ਲੈਂਦੀਆਂ ਸਨ, ਜਿਹੜੇ ਬੱਚੇ ਤੇ ਔਰਤਾਂ ਸਨ ਤੇ ਜਿਹੜੇ ਬਿਰਧ ਸਨ। ਦਿਨੈ ਸਿੰਘ ਹੁਤ ਥੇ ਤਿਹ ਨਾਹੇ। ਦੇਖੋ ਕਹਿੰਦੇ ਐਸਾ ਜਿਹੜਾ ਸਮਾਂ ਕਿਉਂ ਐਸਾ ਹੋਇਆ, ਕਿਉਂਕਿ ਸਿੰਘਾਂ ਨੂੰ ਜਿਹੜਾ ਪਛਾਣਨਾ ਕੋਈ ਔਖਾ ਨਹੀਂ ਸੀ। ਸਿੰਘਾਂ ਦੇ ਸਿਰਾਂ ਤੇ ਦਸਤਾਰ ਹੋਇਆ ਕਰਦੀ ਸੀਗੀ, ਮੂੰਹ ਤੇ ਦਾੜਾ, ਤੇ ਫਿਰ ਅੱਗੇ ਉਹਨਾਂ ਦੇ ਕਿਰਪਾਨਾਂ ਗਾਤਰੇ ਪਾਈਆਂ ਹੁੰਦੀਆਂ ਸਨ। ਇਸ ਕਰਕੇ ਉਹਨਾਂ ਦੀ ਪਹਿਚਾਣ ਜਿਹੜੀ ਮਰਦਾਂ ਦੀ ਹੈ ਬਹੁਤ ਸੌਖੀ ਹੋ ਜਾਂਦੀ ਸੀ। ਪਰ ਜਿਹੜੀਆਂ ਔਰਤਾਂ ਨੇ ਤੇ ਬੱਚੇ ਨੇ ਉਹ ਥੋੜਾ ਜਿਹਾ ਪਾਸੇ ਹੋ ਜਾਂਦੇ ਸਨ, ਕਿਰਪਾਨਾਂ ਆਪਣੀਆਂ ਅੰਦਰ ਨੂੰ ਪਹਿਨ ਲੈਣੀਆਂ, ਤੇ ਫਿਰ ਉਹਨਾਂ ਦੇ ਘਰ ਜਾ ਕੇ ਜਿਹੜਾ ਹਨ ਜਾ ਕੇ ਉਹਨਾਂ ਵਰਗੇ ਜਿਹੜੇ ਹਨ ਕੱਪੜੇ ਪਾ ਲੈਣੇ, ਤੇ ਉਹਨਾਂ ਦਾ ਬਚਾਅ ਤਾਂ ਕਰਕੇ ਹੋ ਜਾਂਦਾ ਸੀ। ਹੁਣ ਦੇਖੋ ਸਿੰਘਾਂ ਕੋਲ ਵੀ ਜਿਹੜਾ ਹੈ ਦੇਖੋ ਕਿੰਨਾ ਸੌਖਾ ਰਸਤਾ ਸੀਗਾ, ਉਹ ਵੀ ਜੇ ਆਪਣਾ ਹੁਲਿਆ, ਆਪਣਾ ਸਿੱਧਕ ਸਿੱਖੀ ਦਾ ਕੇਸਾਂ ਨੂੰ ਜੇ ਕਿਤੇ ਉਹ ਵੀ ਜੇ ਨਾ ਰੱਖਦੇ ਤਾਂ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਸੀਗਾ। ਤੇ ਇਹ ਸਾਰਾ ਜਿਹੜਾ ਹੈ ਉਹਨਾਂ ਤੇ ਇਹ ਸਾਰਾ ਕਹਿਰ ਕਿਉਂ ਵਰਤਿਆ, ਕਿਉਂਕਿ ਉਹਨਾਂ ਦਾ ਸਿੰਘਾਂ ਦਾ ਸਿੱਖੀ ਸਰੂਪ ਸੀਗਾ, ਉਹ ਸਰੂਪ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਆ ਹੈ। ਇਸ ਕਰਕੇ ਹੀ ਉਹਨਾਂ ਦੇ ਪਿੱਛੇ ਸਾਰੇ ਲੱਗੇ ਹੋਏ ਸਨ। ਤੇ ਇਸ ਕਰਕੇ ਇਹ ਸਿੰਘ ਜਿਹੜੇ ਹਨ ਦਿਨੇ ਤਾਂ ਭੱਜ ਜਾਂਦੇ ਸਨ ਆਪਣਾ ਘਰ ਛੱਡ ਕੇ, ਰਾਤ ਪਰੇ ਆਵਤ ਘਰ ਮਾਹੇ। ਤੇ ਰਾਤ ਨੂੰ ਵਾਪਸ ਆਪਣੇ ਘਰ ਆ ਜਾਇਆ ਕਰਦੇ ਸਨ, ਤੇ ਰਾਤ ਆਪਣੇ ਘਰ ਵਿੱਚ ਆ ਕੇ ਗੁਜ਼ਾਰਦੇ ਸਨ। ਇਸੇ ਬਾਰ ਤਾਂ ਇਮ ਬਚ ਰਹੇ। ਦੇਖੋ ਇਸੇ ਤਰ੍ਹਾਂ ਸਿੱਖ ਬਚਦੇ ਰਹੇ, ਸਵੇਰੇ ਨਿਕਲ ਜਾਣਾ ਤੇ ਰਾਤ ਨੂੰ ਹਨੇਰੇ ਹੋਏ ਆਉਣਾ, ਤੇ ਸਵੇਰੇ ਜਿਹੜਾ ਹਨ ਸੂਰਜ ਚੜ੍ਹਨ ਤੋਂ ਪਹਿਲਾਂ ਫੇਰ ਨਿਕਲ ਜਾਂਦੇ ਸਨ। ਇਸ ਤਰ੍ਹਾਂ ਆਪਣਾ ਬਚਾਅ ਕਰਾਇਆ ਕਰਦੇ ਸਨ। ਹੱਥ ਨਾ ਆਏ ਵਹਿ ਖਾਲੀ ਗਏ। ਦੇਖੋ ਕਈ ਵਾਰ ਇਹ ਜਿਹੜੇ ਹਨ ਤੁਰਕ ਆਏ ਫੌਜ ਲੈ ਕੇ, ਬੜਾ ਜਿਹੜਾ ਹਨ ਹਮਲਾ ਕਰਨ ਵਾਸਤੇ, ਸਿੰਘਾਂ ਨੂੰ ਪਕੜਨ ਤੇ ਮਾਰਨ ਵਾਸਤੇ, ਪਰ ਇਹਨਾਂ ਨੂੰ ਖਾਲੀ ਹੱਥ ਜਾਣਾ ਪੈਂਦਾ ਸੀਗਾ, ਕਿਉਂਕਿ ਉਹਨਾਂ ਦੇ ਘਰ ਖਾਲੀ ਹੋਇਆ ਕਰਦੇ ਸਨ। ਦੋਹਰਾ ਜਬ ਖਾਲੀ ਤੁਰਕ ਇਮ ਗਏ ਆਈ ਨਮੋਸੀ ਤਾਹੇ। ਦੇਖੋ ਹੁਣ ਇਹਨਾਂ ਤੁਰਕਾਂ ਨੂੰ ਬੜੀ ਸ਼ਰਮਿੰਦਗੀ ਹੁੰਦੀ ਹੈ। ਫੌਜ ਲੈ ਕੇ ਆਉਂਦੇ ਨੇ, ਖਰਚਾ ਕਰਕੇ ਆਉਂਦੇ ਨੇ, ਤੇ ਆਪਣੇ ਨਵਾਬ ਨੂੰ ਦੱਸ ਕੇ ਆਉਂਦੇ ਨੇ, ਪਰ ਖਾਲੀ ਹੱਥ ਮੁੜਦੇ ਨੇ, ਤੇ ਉੱਥੇ ਕੋਈ ਜੰਗ ਨਹੀਂ ਹੁੰਦਾ, ਕੋਈ ਸਿੰਘ ਨਹੀਂ ਮਿਲਦਾ। ਇਸ ਕਰਕੇ ਉਹਨਾਂ ਨੂੰ ਬੜੀ ਸ਼ਰਮ ਵੀ ਆਉਂਦੀ ਹੈ ਵੀ ਅਸੀਂ ਖਾਲੀ ਹੱਥ ਮੁੜਦੇ ਹਾਂ। ਚਿੱਤੈ ਜਿਮ ਝੂਰਤ ਫਿਰ ਹੈ ਮਾਰਨ ਸਿੰਘ ਫਿਰਾਹੇ। ਜਿਵੇਂ ਚੀਤਾ ਹੁੰਦਾ ਹੈ, ਚੀਤੇ ਕਹਿੰਦੇ ਇਹ ਚੀਤਾ ਜਿਹੜਾ ਸ਼ੇਰ ਵਰਗਾ ਜਾਨਵਰ ਹੈ, ਕਹਿੰਦੇ ਇਹ ਜਿਹੜਾ ਹੈ ਜਦੋਂ ਸ਼ਿਕਾਰ ਕਰਦਾ ਹੈ, ਤੇ ਸ਼ਿਕਾਰ ਕਰਦਿਆਂ ਹੋਇਆਂ ਜਦੋਂ ਸ਼ਿਕਾਰ ਇਹਦੇ ਹੱਥੋਂ ਛੁੱਟ ਜਾਂਦਾ ਹੈ ਤਾਂ ਇਹਨੂੰ ਬੜਾ ਦੁੱਖ ਹੁੰਦਾ ਹੈ। ਚੌਪਈ ਤੁਰਕ ਸਿੰਘਨ ਫਿਰ ਚਾਹੈ ਮਾਰਨ। ਦੇਖੋ ਤੁਰਕ ਜਿਹੜੇ ਹਨ ਹਮੇਸ਼ਾ ਉਹਨਾਂ ਨੂੰ ਇੱਕੋ ਹੀ ਚੀਜ਼ ਚਾਹੀਦੀ ਹੁੰਦੀ ਹੈ ਵੀ ਸਿੰਘਾਂ ਨੂੰ ਮਾਰਨਾ ਹੈ। ਇਹ ਸਿੰਘਾਂ ਨੂੰ ਮਾਰਨਾ ਹੀ ਚਾਹੁੰਦੇ ਹਨ,
ਵੀ ਕੋਈ ਵੀ ਤਰੀਕਾ ਬਣੇ ਤੇ ਸਿੰਘਾਂ ਨੂੰ ਨਾ ਛੱਡੀਏ। ਜਿੱਥੇ ਕਿਤੇ ਵੀ ਇਹਨਾਂ ਨੂੰ ਸਿੰਘ ਕੋਈ ਸਿੱਖ ਮਿਲ ਜਾਂਦਾ ਹੈ, ਉਹਨੂੰ ਮਾਰਨ ਨੂੰ ਇਹਨਾਂ ਦੀਆਂ ਵਿਉਂਤਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਵੀ ਇਹਨੂੰ ਕਿਸ ਤਰ੍ਹਾਂ ਮਾਰ ਦਈਏ। ਹੁਣ ਸਿੰਘ ਭੀ ਚਾਹੈ ਵਕਤ ਗੁਜ਼ਾਰਨ। ਦੇਖੋ ਸਿੰਘਾਂ ਦੇ ਵਿੱਚ ਵੀ ਇਹੀ ਗੱਲ ਸੀਗੀ ਵੀ ਚਲੋ ਜੀ ਹੁਣ ਵਕਤ ਜਿਹੜਾ ਹੈ ਪਰਮਾਤਮਾ ਵਾਹਿਗੁਰੂ ਨੇ ਸਾਡੇ ਵਾਸਤੇ ਇਹ ਸਮਾਂ ਕਰੜਾ ਸਮਾਂ ਲੈ ਕੇ ਆਏ ਹਨ। ਹੁਣ ਸਾਨੂੰ ਵੀ ਇਹ ਸਮਾਂ ਲੰਘਾਉਣਾ ਪੈਣਾ ਹੈ। ਇਹ ਸਮਾਂ ਜਿਹੜਾ ਆਇਆ ਹੈ ਕਰੜਾ, ਸਾਨੂੰ ਆਪਣੀ ਸਿੱਖੀ ਦੀ ਪਰਖ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੀ ਸਿੱਖੀ ਦੀ ਸਿੱਧਕ ਦੀ ਪਰਖ ਕਰ ਰਹੇ ਹਨ। ਕਿਤੇ ਵੀ ਮੇਰਾ ਸਿੱਖ ਇੰਨਾ ਜਿਹੜਾ ਕਮਜ਼ੋਰ ਤਾਂ ਨਹੀਂ ਹੋ ਗਿਆ ਤੇ ਮੇਰੇ ਸਿੱਖ ਦੇ ਵਿੱਚ ਕਿੰਨਾ ਕੁ ਸਿੱਧਕ ਹੈ। ਕਹਿੰਦੇ ਉਹ ਤਾਂ ਇਹ ਖੁਸ਼ੀ ਦੇ ਵਿੱਚ ਸਮਾਂ ਗੁਜ਼ਾਰਦੇ ਸਨ ਵੀ ਮਹਾਰਾਜ ਜੀ ਦੇਖੋ ਕਿੰਨਾ ਸਾਡਾ ਸਿੱਧਕ ਦੇਖਦੇ ਹਨ ਤੇ ਸਾਖੀਆਂ ਭਾਈ ਮੰਝ ਵਰਗੀਆਂ ਵਿਚਾਰਦੇ ਸਨ ਆਪਸ ਵਿੱਚ। ਦੇਖੋ ਭਾਈ ਮੰਝ ਨੇ ਵੀ ਕਿੰਨਾ ਔਖਾ ਸਮਾਂ ਕੱਟਿਆ ਤੇ ਗੁਰੂ ਮਹਾਰਾਜ ਨੇ ਅਖੀਰ ਕਰ ਆਪਣੇ ਗਲ ਦੇ ਨਾਲ ਲਾਇਆ ਮੰਝ ਪਿਆਰਾ ਨੂੰ, ਗੁਰੂ ਮੰਝ ਪਿਆਰਾ ਕਿ ਜਿਹੜਾ ਹਨ ਮੰਝ ਗੁਰੂ ਕਾ ਬੋਹਿਤਾ ਜਗ ਲੰਘਣ ਹਾਰਾ। ਕਹਿੰਦੇ ਮਹਾਰਾਜ ਦੀ ਤੇ ਖੁਸ਼ੀ ਲੈਣੀ ਹੈ ਤਾਂ ਫਿਰ ਸਮਾਂ ਤਾਂ ਲੰਘਾਉਣਾ ਹੀ ਪਵੇਗਾ ਨਾ। ਕਹਿੰਦੇ ਇਹ ਕਰੜਾ ਸਮਾਂ ਹੀ ਭਾਵੇਂ ਹੋਵੇ ਪਰ ਕਹਿੰਦੇ ਇਹ ਸਾਡਾ ਸਿੱਧਕ ਗੁਰੂ ਮਹਾਰਾਜ ਜੀ ਪਰਖ ਰਹੇ ਹਨ, ਟੈਸਟ ਕਰ ਰਹੇ ਹਨ ਸਾਨੂੰ। ਕਹੈ ਸਿੰਘ ਕਬ ਹਮ ਬਖਤ ਆਵਗ। ਦੇਖੋ ਫੇਰ ਵਿੱਚੋਂ ਕਈ ਸਿੰਘ ਬੈਠੇ ਕਹਿ ਦਿੰਦੇ ਹਨ ਭਾਈ ਕੋਈ ਨਹੀਂ, ਅੱਜ ਇਹਨਾਂ ਤੁਰਕਾਂ ਦਾ ਸਮਾਂ ਹੈ, ਸਾਡਾ ਵੀ ਕੋਈ ਸਮਾਂ ਆਵੇਗਾ, ਕਿਤੇ ਸਾਡਾ ਵੀ ਰਾਜ ਹੋਵੇਗਾ। ਕਹਿੰਦੇ ਵਕਤ ਆਵਗ, ਸਾਡਾ ਵੀ ਵਕਤ ਆਉਣਾ ਹੈ ਜਿਸ ਵੇਲੇ ਇਹ ਜਿਹੜਾ ਛਤਰ ਰਾਜ ਦਾ ਸਾਡੇ ਸਿਰਾਂ ਤੇ ਵੀ ਝੁੱਲੇਗਾ। ਹਮ ਤੇ ਲੁਕ ਤੁਰਕ ਜਿੰਦ ਬਚਾਵਗ। ਦੇਖੋ ਕਹਿੰਦੇ ਹੁਣ ਤਾਂ ਅਸੀਂ ਤੁਰਕਾਂ ਤੋਂ ਆਪਣੀ ਜਿੰਦ ਜਾਨ ਬਚਾਉਣ ਵਾਸਤੇ ਲੁਕਦੇ ਹਾਂ। ਕਹਿੰਦੇ ਕੋਈ ਗੱਲ ਨਹੀਂ, ਸਮਾਂ ਆਵੇਗਾ ਇਹ ਤੁਰਕ ਜਿਹੜੇ ਹਨ ਸਾਡੇ ਤੋਂ ਲੁਕਿਆ ਕਰਨਗੇ ਤੇ ਇਹ ਆਪਣੀ ਜਾਨ ਬਚਾਇਆ ਕਰਨਗੇ। ਕਹਿੰਦੇ ਉਹ ਵੀ ਸਮਾਂ ਆਵੇਗਾ, ਗੁਰੂ ਮਹਾਰਾਜ ਜ਼ਰੂਰ ਲੈ ਕੇ ਆਉਣਗੇ ਕਿ ਇਹ ਤੁਰਕਾਂ ਨੂੰ ਲੁਕਣਾ ਪਿਆ ਕਰੇਗਾ ਸਿੰਘਾਂ ਤੋਂ। ਕਹਿੰਦੇ ਜਿਵੇਂ ਅਸੀਂ ਇਹਨਾਂ ਤੋਂ ਲੁਕਦੇ ਹਾਂ। ਹੰਨੈ ਹੋਏ ਬਹਿ ਪਤ ਸਾਹੇ। ਦੇਖੋ ਕਹਿੰਦੇ ਹੰਨੈ ਜਿਵੇਂ ਘੋੜੀ ਦੀਆਂ ਕਾਠੀ ਹੁੰਦੀ ਹੈ। ਕਹਿੰਦੇ ਕਾਠੀ ਕਰਕੇ ਇਹ ਇੱਕ ਕਹਾਵਤ ਹੈ ਕਿ ਜਿਹੜਾ ਹਨ ਸਾਡਾ ਰਾਜ ਹੋਣਾ ਜ਼ਰੂਰ ਹੈ ਪਰ ਕਹਿੰਦੇ ਕਾਠੀ ਹੋਵੇਗਾ। ਅਸੀਂ ਹੌਲੀ ਕਰਦੇ ਜਿਹੜਾ ਹਨ ਇਹ ਸਾਡਾ ਰਾਜ ਬਣਦਾ ਜਾਵੇਗਾ। ਮਤਲਬ ਕਿ ਕਾਠੀ ਦਾ ਹੁੰਦਾ ਹੈ ਵੀ ਉਹਨਾਂ ਸਿੰਘਾਂ ਦਾ ਇਹ ਵਿਸ਼ਵਾਸ ਹੈ ਕਿ ਅਸੀਂ ਜੋ ਅੱਜ ਕਰ ਰਹੇ ਹਾਂ ਇਹ ਵੀ ਰਾਜ ਵਾਸਤੇ ਅਸੀਂ ਕਰ ਰਹੇ ਹਾਂ। ਇਹ ਵੀ ਮਹਾਰਾਜ ਸਾਨੂੰ ਪੌੜੀਆਂ ਚੜ੍ਹਾ ਰਹੇ ਹਨ, ਕਿਤੇ ਖਾਲਸੇ ਨੂੰ ਉਹਨਾਂ ਨੇ ਰਾਜ ਦੇਣਾ ਹੀ ਦੇਣਾ ਹੈ। ਕਹਿੰਦੇ ਕਾਠੀ ਕਰਕੇ ਸਾਡਾ ਵੀ ਰਾਜ ਬਣਦਾ ਜਾਂਦਾ ਹੈ। ਕਹਿੰਦੇ ਫੇਰ ਜਿਹੜਾ ਹੈ ਇਹ ਪਾਤਸ਼ਾਹੀ ਜਿਹੜਾ ਹੈ ਸਾਨੂੰ ਵੀ ਮਿਲੇਗੀ। ਲਹਿ ਆਪਨੋ ਮੁਲਕ ਉਗਰਾਹੇ। ਦੇਖੋ ਕਹਿੰਦੇ ਲਹੋਂ ਆਪ, ਫਿਰ ਅਸੀਂ ਵੀ ਆਪਣਾ ਮੁਲਕ ਜਿਹੜਾ ਹੈ ਸਾਡਾ ਆਪਣਾ ਹੋਵੇਗਾ ਜਿਹਦੇ ਵਿੱਚ ਸਾਡਾ ਰਾਜ ਹੋਵੇਗਾ। ਮੁਲਕ ਉਗਾਹੇ ਕਹਿੰਦੇ ਫਿਰ ਅਸੀਂ ਵੀ ਟੈਕਸ ਇਕੱਠਾ ਕਰਿਆ ਕਰਾਂਗੇ ਲੋਕਾਂ ਤੋਂ। ਅਸੀਂ ਵੀ ਜਿਵੇਂ ਇਹ ਕਰਦੇ ਨੇ ਆਪਾਂ ਉਵੇਂ ਕਰਿਆ ਕਰਾਂਗੇ ਤੇ ਜਿਹੜਾ ਹਨ ਗੁਜ਼ਾਰਾ ਕਰਿਆ ਕਰਾਂਗੇ ਆਪਣਾ ਤੇ ਫਿਰ ਮੁਲਕ ਦੀ ਸੇਵਾ ਕਰਿਆ ਕਰਾਂਗੇ। ਕਹਿੰਦੇ ਇਹ ਸਮਾਂ ਤਾਂ ਸਾਡੇ ਤੇ ਵੀ ਮਹਾਰਾਜ ਨੇ ਜ਼ਰੂਰ ਦੇਣਾ ਹੈ ਕਿਉਂਕਿ ਮਹਾਰਾਜ ਦਾ ਜਿਹੜਾ ਹਨ ਜਿਵੇਂ ਭਾਈ ਨੰਦ ਲਾਲ ਜੀ ਨੇ ਆਪਣੇ ਤਨਖਾਹਨਾਮੇ ਵਿੱਚ ਲਿਖਿਆ ਹੈ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਈ। ਕਹਿੰਦੇ ਇਹ ਜਿਹੜਾ ਹਨ ਮਹਾਰਾਜ ਦਾ ਬਚਨ ਤਾਂ ਪੂਰਾ ਹੋਣਾ ਹੀ ਹੋਣਾ ਹੈ। ਹਮ ਗੁਰ ਬਚਨ ਝੂਠ ਤੋ ਨਾਹੀ। ਦੇਖੋ ਕਹਿੰਦੇ ਸਿੰਘਾਂ ਨੂੰ ਕਿੰਨਾ ਵਿਸ਼ਵਾਸ ਹੈ ਆਪਣੇ ਗੁਰੂ ਦੇ ਬਚਨਾਂ ਤੇ। ਕਹਿੰਦੇ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਹੈ ਕਹਿੰਦੇ ਝੂਠਾ ਨਹੀਂ ਹੋ ਸਕਦਾ, ਉਹ ਹੋਣਾ ਹੀ ਸੱਚ ਹੈ। ਪਰ ਕਹਿੰਦੇ ਪਤਾ ਨਹੀਂ ਸਾਡੇ ਸਮੇਂ ਵਿੱਚ ਹੋਵੇ ਜਾਂ ਸਾਡੇ ਸਮੇਂ ਤੋਂ ਬਾਅਦ ਹੋਵੇ, ਕੋਈ ਪਰਵਾਹ ਨਹੀਂ, ਪਰ ਮੇਰੇ ਗੁਰੂ ਦਾ ਬਚਨ ਕਿਤੇ ਝੂਠਾ ਨਹੀਂ ਹੁੰਦਾ। ਗੁਰੂ ਮਹਾਰਾਜ ਨੇ ਜਿਹੜਾ ਬਚਨ ਕਰਤਾ ਉਹ ਹੋ ਕੇ ਹੀ ਰਹਿਣਾ ਹੈ। ਪਰ ਉਸ ਜਿਹੜਾ ਹਨ ਰਾਜ ਨੂੰ ਬਣਾਉਣ ਵਾਸਤੇ ਤੇ ਇਹ ਸੇਵਾ ਜਿਹੜੀ ਸਾਡੀ ਲਾਈ ਹੈ ਅਸੀਂ ਪੂਰੀ ਕਰਨੀ ਹੈ। ਹੁਣ ਇੱਥੇ ਇੱਕ ਗੱਲ ਦੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਅੱਜ ਸਿੱਖੀ ਸਰੂਪ ਜਿਹੜਾ ਸਾਨੂੰ ਮਿਲਿਆ ਹੋਇਆ ਹੈ ਇਹਨਾਂ ਸਿੰਘਾਂ ਦੀਆਂ ਕੁਰਬਾਨੀਆਂ ਕਰਕੇ ਹੈ, ਕਿਉਂਕਿ ਉਹ ਸਮਿਆਂ ਦੇ ਵਿੱਚ ਇਹਨਾਂ ਨੇ ਇਸ ਸਰੂਪ ਨੂੰ ਬਰਕਰਾਰ ਰੱਖਿਆ ਤਾਂ ਸਾਨੂੰ ਇਹ ਸਰੂਪ ਅੱਜ ਮਿਲਿਆ ਹੈ। ਨਹੀਂ ਤਾਂ ਇਹ ਜਿਹੜਾ ਹਨ ਬਿਲਕੁਲ ਹੀ ਖਤਮ ਹੋ ਜਾਣਾ ਸੀ ਉਸ ਸਮੇਂ ਦੇ ਵਿੱਚ। ਹਮ ਸਹੀ ਜਾਏ ਦੁੱਖ ਕੱਟੈ ਤਹਾਹੀ। ਦੇਖੋ ਕਹਿੰਦੇ ਹਮ ਸਹੀ ਜਾਏ, ਕਹਿੰਦੇ ਦੇਖੋ ਇਹ ਦੁੱਖ ਜਿਹੜੇ ਸਾਨੂੰ ਆਉਂਦੇ ਹਨ ਅਸੀਂ ਸੁੱਖ ਕਰਕੇ ਇਹਨਾਂ ਨੂੰ ਸਹੀ ਜਾਣਾ ਹੈ। ਕਿਉਂਕਿ ਸਾਡੇ ਤਾਂ ਗੁਰੂ ਮਹਾਰਾਜ ਜੀ ਵੱਡੇ ਦੁੱਖ ਕੱਟ ਰਹੇ ਹਨ। ਸਾਨੂੰ ਥੋੜਾ ਦੁੱਖ ਦੇ ਕੇ ਸਾਨੂੰ ਥੋੜਾ ਦੁੱਖ ਦੀ ਮਹਿਸੂਸਤਾ ਹੁੰਦੀ ਹੈ, ਪਰ ਇਹ ਜਿਹੜਾ ਦੁੱਖ ਹੈ ਅਸੀਂ ਝੱਲ ਰਹੇ ਹਾਂ। ਸਾਡੇ ਵੱਡੇ ਦੁੱਖ ਮਹਾਰਾਜ ਜੀ ਕੱਟੀ ਜਾਂਦੇ ਹਨ। ਕਹਿੰਦੇ ਇਹ ਤਾਂ ਮਹਾਰਾਜ ਜੀ ਸਾਡੇ ਕਰਮਾਂ ਨੂੰ ਕਲੀਅਰ ਕਰ ਰਹੇ ਹਨ ਸਾਨੂੰ ਜਿਹੜਾ ਇਹ ਆਪਣੀ ਸੇਵਾ ਵਿੱਚ ਲਾ ਕਰਕੇ। ਦੋਹਰਾ ਹੁਤੇ ਵਤਨ ਮਦ ਸਾਕ ਮਿਤ ਸਿੰਘ ਬਸੈ ਨਿਜ ਦੇਸ। ਹੁਣ ਦੇਖੋ ਕਹਿੰਦੇ ਹੁਤੇ ਵਤਨ, ਕਹਿੰਦੇ ਇਹ ਜਿਹੜੇ ਹਨ ਸਿੰਘਾਂ ਦੇ ਜਿਹੜੇ ਹਨ
ਸਾਕ ਜਾਂ ਰਿਸ਼ਤੇਦਾਰ ਜਿਹੜੇ ਹਨ ਬੜੇ ਜਿਹੜੇ ਹਨ ਰਿਹਾ ਕਰਦੇ ਸਨ। ਤੇ ਇਹਨਾਂ ਦੀ ਜਿਹੜੀ ਵਾਸੋਂ ਸੀਗੀ ਇੱਕ ਪਿੰਡ ਤੋਂ ਦੂਜੇ ਪਿੰਡ, ਜਿਵੇਂ ਗੁਆਂਢੀ ਪਿੰਡ ਹੁੰਦੇ ਨੇ, ਇਹਨਾਂ ਦੇ ਵਿੱਚ ਇਹਨਾਂ ਦੀਆਂ ਰਿਸ਼ਤੇਦਾਰੀਆਂ ਹੋਇਆ ਕਰਦੀਆਂ ਸਨ ਤੇ ਸਾਰੇ ਇੱਕ ਦੂਜੇ ਨੂੰ ਜਾਣਦੇ ਸਨ ਤੇ ਸਾਰਿਆਂ ਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਰਿਸ਼ਤਾ ਜੁੜਦਾ ਹੋਇਆ ਕਰਦਾ ਸੀਗਾ। ਕਹਿੰਦੇ ਸਿੱਖ ਬਸੈ ਨਿਜ ਦੇਸ਼, ਕਹਿੰਦੇ ਇਸੇ ਤਰ੍ਹਾਂ ਹੀ ਜਿਹੜਾ ਹਨ ਇਹ ਦੇਸ਼ ਦੇ ਵਿੱਚ ਸਾਰੇ ਜਿਹੜੇ ਹਨ ਇਸੇ ਤਰ੍ਹਾਂ ਹੀ ਰਿਹਾ ਕਰਦੇ ਸਨ, ਜਿਵੇਂ ਇੱਕ ਫੈਮਿਲੀ ਹੁੰਦੀ ਹੈ, ਐਕਸਟੈਂਡਡ ਫੈਮਿਲੀ ਕਹਿ ਲਓ, ਇਸੇ ਤਰ੍ਹਾਂ ਹੀ ਰਿਹਾ ਕਰਦੇ ਸਨ। ਤਹੀਂ ਗੁਜ਼ਾਰਾ ਸਿੰਘ ਕਰ ਹੈ ਲੋਕ ਛਪ ਰਖ ਗੁਰ ਭੇਸ। ਦੇਖੋ ਗੁਰੂ ਮਹਾਰਾਜ ਦਾ ਦਿੱਤਾ ਹੋਇਆ ਭੇਸ, ਗੁਰੂ ਮਹਾਰਾਜ ਦੀ ਦਿੱਤੀ ਹੋਈ ਸਿੱਖੀ ਕਿ ਉਹ ਸਰੂਪ ਨੂੰ ਰੱਖਣ ਵਾਸਤੇ ਗੁਜ਼ਾਰਾ ਸਿੰਘ ਕਿਵੇਂ ਕਰਿਆ ਕਰਦੇ ਸਨ। ਕਹਿੰਦੇ ਲੁਪ ਛਿਪ ਕੇ ਰਹਿ ਕੇ ਕਰਿਆ ਕਰਦੇ ਸਨ। ਚੌਪੇ ਅਬ ਫਿਰ ਸੁਨੋ ਉਨ ਸਿੰਘਨ ਬਾਤ। ਹੁਣ ਦੇਖੋ ਭਾਈ ਇਹ ਰੰਧਾਵਿਆਂ ਸਿੱਖਾਂ ਦੀ ਹੁਣ ਅਗਲੀ ਗੱਲ ਆਪ ਜੀ ਸਵਰਨ ਕਰੋ ਜੀ। ਕਰਾਏ ਦਇਓ ਜਿਮ ਦੁਸ਼ਟਨ ਘਾਤ। ਜਿਵੇਂ ਦੁਸ਼ਟਾਂ ਨੇ ਰਲ ਕੇ ਇਹ ਸਿੰਘਾਂ ਨੂੰ ਜਿਹੜਾ ਹੈ ਮਰਵਾਉਣਾ ਕੀਤਾ ਤੇ ਕਿਵੇਂ ਇਹ ਸਿੰਘਾਂ ਨੂੰ ਮਰਵਾਇਆ, ਕਿਸ ਤਰ੍ਹਾਂ ਇਹਨਾਂ ਨਾਲ ਧੋਖਾ ਕੀਤਾ, ਕਿਸ ਤਰ੍ਹਾਂ ਇਹਨਾਂ ਨਾਲ ਦਗਾ ਕੀਤਾ। ਕਹਿੰਦੇ ਉਹਨਾਂ ਦੀ ਵੀ ਹੁਣ ਗੱਲ ਸੁਣੋ ਜੀ ਅੱਗੇ ਇਹ ਸਾਖੀ ਨੂੰ। ਉਤੋ ਸਜਾਦੋ ਸੁਲਤਾਨੀਓ ਗ੍ਰਾਮ। ਦੇਖੋ ਕਹਿੰਦੇ ਉੱਥੇ ਇੱਕ ਸਜਾਦਾ ਪਿੰਡ ਸੀਗਾ, ਨਾਲ ਲੱਗਦਾ ਗੁਆਂਢੀ ਪਿੰਡ ਸੀਗਾ ਸਜਾਦਾ ਪਿੰਡ। ਕਹਿੰਦੇ ਇਹ ਨਗਰ ਦੇ ਵਿੱਚ ਸੁਲਤਾਨੀਏ ਜਿਹੜੇ ਸਨ ਉਹ ਬਹੁਤ ਹੀ ਰਿਹਾ ਕਰਦੇ ਸਨ, ਜੋ ਸਖੀ ਸਰਵਰ ਦੇ ਚੇਲੇ ਸਨ। ਸੋ ਇਹ ਜਿਹੜਾ ਹਨ ਸੁਲਤਾਨੀਆ ਉਹ ਹੈ ਇੱਕ ਸਖੀ ਸਰਵਰ ਜਿਹੜਾ ਮੁਸਲਮਾਨੀ ਪੀਰ ਹੈ, ਉਹਦੀ ਮੜੀ ਘਰ ਵਿੱਚ ਬਣਾ ਕੇ ਪੂਜਾ ਲੋਕ ਕਰਿਆ ਕਰਦੇ ਸਨ। ਇਹ ਬੜੇ ਲੰਮੇ ਸਮੇਂ ਤੋਂ ਹਿੰਦੁਸਤਾਨ ਵਿੱਚ ਚੱਲਦਾ ਆਉਂਦਾ ਹੈ ਤੇ ਇਹ ਜਿਹੜੇ ਹਨ ਲੋਕ ਭਾਵੇਂ ਹਿੰਦੂ ਸਨ ਪਰ ਇਹਨਾਂ ਨੇ ਮੁਸਲਮਾਨ ਦੀ ਪੀਰ ਦੀ ਜਿਹੜੀ ਕਬਰ ਬਣਾ ਕੇ ਉਹਨੂੰ ਪੂਜਿਆ ਕਰਦੇ ਸਨ। ਤੇ ਇਹ ਸਜਾਦਾ ਪਿੰਡ ਸੀਗਾ ਜਿਹੜਾ ਉਹਦੇ ਵਿੱਚ ਬਹੁਤ ਹੀ ਜ਼ਿਆਦੇ ਸਨ। ਉਸ ਕਹੇ ਹਿੰਦੂ ਕਰੇ ਤੁਰਕਨ ਕਾਮ। ਦੇਖੋ ਕਹਿੰਦੇ ਨਾ ਤੋਂ ਤਾਂ ਉਹ ਹਿੰਦੂ ਸਨ, ਧਰਮ ਆਪਣਾ ਹਿੰਦੂ ਦੱਸਿਆ ਕਰਦੇ ਸਨ, ਪਰ ਕਹਿੰਦੇ ਤੁਰਕਾਂ ਦੇ ਕੰਮ ਕਰਿਆ ਕਰਦੇ ਸਨ। ਪੀਰ ਦੀ ਬਣਾ ਕੇ ਕਬਰ ਕਿ ਉਹਨੂੰ ਜਿਹੜਾ ਹਨ ਉਹਨਾਂ ਦੇ ਲਫ਼ਜ਼ਾਂ ਵਿੱਚ ਅਰਬਿਕ ਭਾਸ਼ਾ ਦੇ ਵਿੱਚ ਉਹਦੀ ਪੂਜਾ ਕਰਿਆ ਕਰਦੇ ਸਨ। ਉਹਨ ਸਾਥ ਰਲਾਏ ਮੁਸਲੇ ਕਲਾਲ। ਦੇਖੋ ਕਹਿੰਦੇ ਉਹ ਜਿਹੜੇ ਸੁਲਤਾਨੀਏ ਸੀਗੇ ਤੇ ਉਹਨਾਂ ਜਿਹੜਾ ਹਨ ਜਿਨ੍ਹਾਂ ਨੇ ਮੜੀਆਂ ਬਣਾ ਕੇ ਸਖੀ ਸਰਵਰ ਦੀ ਪੂਜਾ ਕਰਦੇ ਸਨ ਘਰ ਦੇ ਵਿੱਚ, ਉਹਨਾਂ ਨੂੰ ਹਿੰਦੂ ਤਾਂ ਜਿਹੜੇ ਪੱਕੇ ਸਨ ਉਹ ਤਾਂ ਨਹੀਂ ਬੁਲਾਉਂਦੇ ਸਨ ਤੇ ਜਿਹੜੇ ਸਿੱਖ ਸਨ ਉਹ ਵੀ ਉਹਨਾਂ ਤੋਂ ਦੂਰ ਰਿਹਾ ਕਰਦੇ ਸਨ। ਤੇ ਇਹ ਸੁਲਤਾਨੀਏ ਜਿਹੜੇ ਹਿੰਦੂ ਸਨ ਇਹਨਾਂ ਨੇ ਕੀ ਕੀਤਾ, ਉਹ ਪਿੰਡ ਦੇ ਵਿੱਚ ਕਲਾਲ ਮੁਸਲਮਾਨ ਰਹਿੰਦੇ ਸਨ। ਸੋ ਜਿਹੜੇ ਘੁਮਿਆਰ ਕਹਿੰਦੇ ਹਾਂ, ਜਿਹੜੇ ਭਾਂਡੇ ਬਣਾਉਣ ਵਾਲੇ ਨੇ ਜਾਂ ਜਿਹੜਾ ਹਨ ਮਿੱਟੀ ਦਾ ਕੰਮ ਕਰਨ ਵਾਲੇ, ਇੱਟਾਂ ਬਣਾਉਣ ਵਾਲੇ, ਉਹਨਾਂ ਨੂੰ ਕਲਾਲ ਕਹਿੰਦੇ ਹਾਂ, ਘੁਮਿਆਰ। ਤੇ ਕਹਿੰਦੇ ਇਹ ਘੁਮਿਆਰ ਜਿਹੜੇ ਮੁਸਲਮਾਨ ਸਨ ਇਹਨਾਂ ਨੇ ਆਪਣੇ ਨਾਲ ਮਿਲਾ ਲਏ। ਤੇਉ ਚਾਕਰ ਹੁਤ ਤੁਰਕਨ ਨਾਲ। ਦੇਖੋ ਤੇਉ ਚਾਕਰ ਕਹਿੰਦੇ ਇਹ ਕਲਾਲ ਜਿਹੜੇ ਸਨ ਬਹੁਤ ਸਾਰੇ ਇਹਨਾਂ ਵਿੱਚੋਂ ਤੁਰਕਾਂ ਦੇ ਨੌਕਰ ਸਨ, ਤੁਰਕਾਂ ਦੇ ਨਾਲ ਇਹ ਕੰਮ ਕਰਿਆ ਕਰਦੇ ਸਨ। ਕੋਈ ਨਾ ਕੋਈ ਜਿਹੜਾ ਹਨ ਉਹਨਾਂ ਨਾਲ ਉਹਨਾਂ ਨੇ ਕੰਮ ਕਰਨਾ ਜਾਂ ਕੋਈ ਕੰਟਰੈਕਟ ਠੇਕਾ ਲਿਆ ਕਰਦੇ ਸਨ। ਇਮ ਮਿਲ ਦੋਏ ਨ ਮਤੇ ਮਤਾਏ। ਦੇਖੋ ਕਹਿੰਦੇ ਇਹ ਸੁਲਤਾਨੀਏ ਸਜਾਦਾ ਪਿੰਡ ਦੇ ਤੇ ਦੂਜੇ ਕਲਾਲ ਜਿਹੜੇ ਮੁਸਲਮਾਨ ਹਨ ਇਹਨਾਂ ਦੋਵਾਂ ਨੇ ਮਿਲ ਕਰਕੇ ਫੈਸਲਾ ਕੀਤਾ ਆਪਸ ਦੇ ਵਿੱਚ। ਰੰਧਾਵਨ ਸਿੰਘਨ ਦਇਆ ਮਰਵਾਏ। ਦੇਖੋ ਕਹਿੰਦੇ ਇਹ ਰੰਧਾਵੀਆਂ ਸਿੱਖ ਜਿਹੜੇ ਹਨ ਰੰਧਾਵਿਆਂ ਦੇ ਵਿੱਚੋਂ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਸਿੰਘ ਸਜ ਗਏ ਹਨ, ਕਹਿੰਦੇ ਇਹਨਾਂ ਨੂੰ ਮਰਵਾ ਦਈਏ, ਇਹਨਾਂ ਨੂੰ ਮਰਵਾ ਦਈਏ, ਆਪਾਂ ਇਹਨਾਂ ਨੂੰ ਨਾ ਛੱਡੀਏ। ਕਹਿੰਦੇ ਇਹਨਾਂ ਨੇ ਜਿਹੜਾ ਹਨ ਆਪਾਂ ਇਹ ਆਪਣੇ ਪਿੰਡ ਦੇ ਆਲੇ ਦੁਆਲੇ ਕੋਈ ਸਿੰਘ ਨਹੀਂ ਛੱਡਣਾ। ਤੇ ਕਹਿੰਦੇ ਉਹ ਰੰਧਾਵੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਕੋਈ ਪ੍ਰੋਬਲਮ ਨਹੀਂ ਇਹਨਾਂ ਵਾਸਤੇ, ਪਰ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਕਹਿੰਦੇ ਉਹਨਾਂ ਨੂੰ ਮਰਵਾ ਦਈਏ ਆਪਾਂ। ਇਹ ਆਏ ਅਬ ਹਮਰੇ ਦਾਏ। ਦੇਖੋ ਕਹਿੰਦੇ ਇਹ ਹੁਣ ਸਾਡੇ ਦਾ ਵਿੱਚ ਆ ਗਏ ਹਨ, ਕਿਉਂਕਿ ਸਾਡੇ ਘਰਾਂ ਦੇ ਵਿੱਚੋਂ ਹਨ, ਰਿਸ਼ਤੇਦਾਰੀਆਂ ਵਿੱਚੋਂ ਹਨ। ਇਹਨਾਂ ਦੀਆਂ ਘਰ ਦੀਆਂ ਗੱਲਾਂ ਸਾਰੀਆਂ ਸਾਨੂੰ ਪਤਾ ਹੈ, ਸਾਰੀ ਸਾਨੂੰ ਜਿਹੜੀ ਹਨ ਜਸੂਸੀ ਮਿਲਦੀ ਹੈ। ਪਹਿਲੋਂ ਤੁਰਕਨ ਤੇ ਭੂਮ ਲਿਖਵਾਏ। ਪਰ ਦੇਖੋ ਕਿੰਨੇ ਇਹ ਮਾੜੇ ਹਨ, ਕਿੰਨਾ ਇਹਨਾਂ ਦੇ ਇਰਾਦੇ ਖੋਟੇ ਹਨ। ਇਹ ਕਹਿੰਦੇ ਹਨ ਵੀ ਸਿੰਘਾਂ ਨੂੰ ਮਰਾਉਣ ਤੋਂ ਪਹਿਲਾਂ ਜਾ ਕੇ ਤੁਰਕਾਂ ਨੂੰ ਇਹ ਗੱਲ ਕਹਿ ਦਈਏ ਕਿ ਅਸੀਂ ਤੁਹਾਨੂੰ ਜਿਹੜਾ ਹਨ ਉਹ ਸਾਰਾ ਇਨਫੋਰਮੇਸ਼ਨ ਸਪਾਈ ਕਰਾਂਗੇ ਤੇ ਇਹ ਸਿੰਘਾਂ ਨੂੰ ਤੁਹਾਡੇ ਹੱਥੋਂ ਮਰਵਾਵਾਂਗੇ, ਪਰ ਇਹਦੇ ਬਦਲੇ ਵਿੱਚ ਸਾਨੂੰ ਉਹ ਸਿੰਘਾਂ ਦੇ ਨਾਂ ਤੇ ਜਿਹੜੀ ਜ਼ਮੀਨ ਹੈ ਨਾ, ਉਹਨਾਂ ਦੇ ਘਰ ਨੇ ਨਾ, ਉਹ ਸਾਨੂੰ ਲਿਖਵਾ ਦਿਓ। ਮਤਲਬ ਕਿ ਸਿੰਘਾਂ ਨੂੰ ਤੁਸੀਂ ਮਾਰ ਦਿਓ, ਉਹਨਾਂ ਦੀ ਜ਼ਮੀਨ ਤੇ ਉਹਨਾਂ ਦਾ ਘਰ ਸਾਨੂੰ ਦੇ ਦਿਓ, ਪਰ ਇਹ ਪੱਟਾ ਪਹਿਲਾਂ ਲਿਖਵਾ ਲਈਏ, ਫੇਰ ਸਿੰਘਾਂ ਨੂੰ ਮਰਵਾਉਂਦੇ ਹਾਂ, ਫੇਰ ਨਹੀਂ ਆਪਾਂ ਸਿੰਘਾਂ ਨੂੰ ਛੱਡਣਾ।
ਕਿਉਂਕਿ ਉਹਨਾਂ ਦੀ ਜ਼ਮੀਨ ਵੀ ਆਪਾਂ ਲੈਣੀ ਹੈ ਤੇ ਉਹਨਾਂ ਦਾ ਘਰ ਵੀ ਆਪਾਂ ਲੈਣਾ ਹੈ। ਉਹਨਾਂ ਦੀ ਜਿੰਨੀ ਜਾਇਦਾਦ ਹੈ ਆਪਣੇ ਜਿਹੜਾ ਹਨ ਵਸੀਅਤ ਜਿਹੜੀ ਆਪਣੇ ਨਾਂ ਤੇ ਕਰਵਾ ਲੈਣੀ ਹੈ। ਗਰਭ ਛੇਦ ਇਨ ਦਈਆ ਕਰਵਾਏ। ਦੇਖੋ ਕਿੰਨੇ ਭੈੜੇ ਹਨ, ਕਹਿੰਦੇ ਇਹਨਾਂ ਦੀਆਂ ਔਰਤਾਂ ਵੀ ਨਾ ਛੱਡੀਏ, ਇਹਨਾਂ ਦੇ ਬੱਚੇ ਵੀ ਨਾ ਛੱਡੀਏ, ਇੱਥੋਂ ਤੱਕ ਜਿਹੜੇ ਬੱਚੇ ਹਜੇ ਗਰਭ ਦੇ ਵਿੱਚ ਹਨ, ਜਿਹੜੀਆਂ ਇਹਨਾਂ ਦੀਆਂ ਔਰਤਾਂ ਪ੍ਰੈਗਨੈਂਟ ਹਨ, ਕਹਿੰਦੇ ਉਹਨਾਂ ਨੂੰ ਮਾਰ ਦਈਏ ਤੇ ਉਹ ਬੱਚਿਆਂ ਨੂੰ ਵੀ ਮਰਵਾ ਦਈਏ। ਕਹਿੰਦੇ ਉਹਨਾਂ ਨੂੰ ਕੋਈ ਨਾ ਛੱਡੀਏ, ਕਿਉਂਕਿ ਐਸਾ ਕਿਉਂ ਕਰਨਾ ਚਾਹੁੰਦੇ ਨੇ ਕਿ ਇਹਨਾਂ ਦਾ ਵਾਲੀ ਵਰਸ ਕੋਈ ਬਚੇ ਨਾ ਤੇ ਇਹਨਾਂ ਦੀ ਜ਼ਮੀਨ ਦੇ ਹੱਕਦਾਰ ਜਿੰਨੇ ਹਨ, ਜਿਹੜੇ ਸਰੀਕੇ ਪਣੇ ਵਿੱਚੋਂ ਜਾਂ ਸਿੱਧੇ ਹਨ, ਸਾਰਿਆਂ ਨੂੰ ਮਰਵਾ ਦਈਏ ਕਿ ਇਹ ਜ਼ਮੀਨ ਫਿਰ ਸਾਡੀ ਬਣ ਜਾਵੇ, ਇਹਦਾ ਹੱਕਦਾਰ ਹੋਰ ਕੋਈ ਨਾ ਰਹੇ। ਇਹ ਹਮ ਪੈ ਬਹੁਤ ਤੁਰਕ ਖੁਸ਼ ਹੋਏ। ਦੇਖੋ ਕਹਿੰਦੇ ਪਹਿਲੀ ਗੱਲ ਹੈ, ਇਹ ਸਜਾਦੇ ਪਿੰਡ ਦੇ ਸੁਲਤਾਨੀਏ ਤੇ ਕਲਾਲ ਜਿਹੜੇ ਨੇ, ਇਹ ਕਹਿੰਦੇ ਦੇਖੋ ਕਹਿੰਦੇ ਇਹਦੇ ਇਹ ਕਰਮ ਕਰਨ ਨਾਲ ਆਪਾਂ ਨੂੰ ਫਾਇਦਾ ਹੀ ਫਾਇਦਾ, ਵਿਨ ਵਿਨ ਸਿਚੁਏਸ਼ਨ ਹੈ। ਪਹਿਲੀ ਤਾਂ ਗੱਲ, ਤੁਰਕ ਸਾਡੇ ਤੇ ਬੜੇ ਖੁਸ਼ ਹੋਣਗੇ ਵੀ ਆਪਾਂ ਉਹਨਾਂ ਦੀ ਮਦਦ ਕਰ ਰਹੇ ਹਾਂ ਸਿੰਘਾਂ ਨੂੰ ਮਾਰਨ ਵਾਸਤੇ। ਦੂਜੀ ਗੱਲ ਹੈ, ਆਪਾਂ ਨੂੰ ਜ਼ਮੀਨ ਮਿਲ ਜਾਣੀ ਹੈ, ਜਾਇਦਾਦ ਮਿਲ ਜਾਵੇਗੀ। ਸਿਰੋਂ ਪਾਓ ਇਨਾਮ ਚਾਹੇ ਪਾਏ ਸੋਏ। ਦੇਖੋ ਕਹਿੰਦੇ ਫਿਰ ਇਹ ਤੋਂ ਇਲਾਵਾ ਤੁਰਕ ਸਾਨੂੰ ਸਿਰਪਾਓ ਵੀ ਦੇਣਗੇ, ਕੋਈ ਤਕਮੇ ਵੀ ਦੇਣਗੇ, ਕੋਈ ਟਾਈਟਲ ਵੀ ਦੇਣਗੇ ਸਾਨੂੰ ਖੁਸ਼ ਹੋ ਕੇ। ਗੁਪਤ ਪਾਪ ਦੋਇਨ ਗਿਨ ਲਿਓ। ਦੇਖੋ ਕਹਿੰਦੇ ਗੁਪਤ ਪਾਪ, ਇਹ ਗੁਪਤ ਪਾਪ ਜਿਹੜਾ ਕਰਨ ਵਾਸਤੇ ਗੁਪਤੀ ਤੌਰ ਤੇ ਇਹਨਾਂ ਨੇ ਸਲਾਹਾਂ ਕਰਕੇ, ਇਹ ਗੁਪਤ ਪਾਪ ਜਿਹੜਾ ਹਨ ਇਹਨਾਂ ਨੇ ਆਪਸ ਵਿੱਚ ਦੋਵਾਂ ਨੇ ਸਲਾਹ ਕਰਕੇ ਉਹਨੂੰ ਪੱਕਾ ਕਰ ਲਿਆ ਕਿ ਗੁਪਤੀ ਰੂਪ ਦੇ ਵਿੱਚ ਆਪਾਂ ਇਹ ਸਾਰਾ ਕਾਰਜ ਕਰ ਲਈਏ, ਕਿਸੇ ਕੰਨੋ ਕੰਨ ਕਿਸੇ ਨੂੰ ਖਬਰ ਨਾ ਹੋਵੇ ਵੀ ਅਸੀਂ ਐਸੀ ਸਾਜ਼ਿਸ਼ ਜਿਹੜੀ ਹੈ, ਅਸੀਂ ਕਨਸਪੀਰੇਸੀ ਜਿਹੜੀ ਬਣਾਈ ਹੋਈ ਹੈ, ਇਹ ਕਿਸੇ ਦੇ ਕੰਨ ਨਾ ਪਵੇ। ਤੇ ਇਹ ਗੁਪਤ ਪਾਪ। ਦੂਜਾ ਵੀ ਜਿਹੜੇ ਬੱਚੇ ਹਜੇ ਜੰਮੇ ਵੀ ਨਹੀਂ, ਵੀ ਉਹਨਾਂ ਨੂੰ ਵੀ ਮਾਰਨ ਦਾ ਇਹਨਾਂ ਨੇ ਸਲਾਹ ਬਣਾ ਲਈ ਵੀ ਇਹਨਾਂ ਦਾ ਜਿਹੜਾ ਹਨ ਬਿਲਕੁਲ ਹੀ ਇਹਨਾਂ ਨੂੰ ਖਤਮ ਕਰਨਾ ਹੈ। ਜਾਏ ਤੁਰਕਨ ਪੈ ਤਿਮਹੀ ਕਹਿਓ। ਇਹਨਾਂ ਨੇ ਜਾ ਕਰਕੇ ਤੁਰਕਾਂ ਨੂੰ ਉਹ ਜਿਹੜਾ ਸੀਗਾ, ਜਿਹੜਾ ਕੋਟਵਾਲ ਸੀਗਾ ਉੱਥੇ ਸਮੇਂ ਦਾ, ਉਹਨੂੰ ਜਾ ਕੇ ਸਾਰੀ ਗੱਲ ਦੱਸ ਦਿੱਤੀ ਇਹਨਾਂ ਨੇ। ਦੋਹਰਾ ਜੋ ਉਨ ਆਖੀ ਤੁਰਕਨ ਕੋ ਉਨ ਤਿਮਹੀ ਮੰਨ ਲੀਨ। ਦੇਖੋ ਤੁਰਕ ਤਾਂ ਅੱਗੇ ਹੀ ਤਿਆਰ ਹੁੰਦੇ ਨੇ ਲੋਕਾਂ ਤੇ ਧੱਕਾ ਕਰਨ ਵਾਸਤੇ। ਉਹ ਤਾਂ ਜਿਹੜੇ ਹਨ ਜਿਵੇਂ ਇਹਨਾਂ ਨੇ ਸ਼ਰਤਾਂ ਰੱਖੀਆਂ, ਇਹ ਕਲਾਲਾਂ ਨੇ ਤੇ ਇਹ ਹਿੰਦੂ ਜਿਹੜੇ ਸੁਲਤਾਨੀਏ ਸਨ, ਜਿਹੜਾ ਹਨ ਸਜਾਦੇ ਪਿੰਡ ਦੇ, ਉਹਨਾਂ ਨੇ ਉਵੇਂ ਮੰਨ ਲਈ ਜੀ ਤੁਰਕ ਨੇ। ਉਹ ਕੋਟਵਾਲ ਕਹਿੰਦਾ ਵੀ ਠੀਕ ਆ ਭਾਈ, ਜਿਵੇਂ ਤੁਸੀਂ ਚਾਹੁੰਦੇ ਹੋ ਉਵੇਂ ਹੀ ਹੋਵੇਗਾ। ਗ੍ਰਾਮ ਇਨਾਮ ਉਹ ਗਰਭ ਛੇਦ ਚੌਧਰ ਲਿਖੀ ਜ਼ਮੀਨ। ਦੇਖੋ ਕਹਿੰਦੇ ਗਰਭ ਜਿਹੜਾ ਹਨ ਗ੍ਰਾਮ ਇਨਾਮ, ਇਹਨਾਂ ਨੂੰ ਇਨਾਮ ਦੇ ਵਿੱਚ ਸਿੰਘਾਂ ਦੀਆਂ ਜ਼ਮੀਨਾਂ ਦੇ ਦਿੱਤੀਆਂ। ਜੇ ਪਿੰਡ ਨੇ ਪਿੰਡ ਦੇ ਦਿੱਤੇ ਤੇ ਕਹਿੰਦੇ ਫਿਰ ਗਰਭ ਛੇਦ, ਵੀ ਜਿਹੜੀ ਵੀ ਔਰਤ ਜਿਹੜਾ ਹਨ ਗਰਭਵਤੀ ਹੋਵੇ ਉਹਦਾ ਗਰਭ ਛੇਦ ਕਰ ਦੋ, ਮਾਰ ਦੋ ਉਸ ਬੱਚੇ ਨੂੰ ਅੰਦਰ। ਕਹਿੰਦੇ ਚੌਧਰ ਜਿਹੜਾ ਲਿਖੀ ਜ਼ਮੀਨ, ਉਹ ਜ਼ਮੀਨ ਦੀ ਚੌਧਰਤਾ ਜਿਹੜੀ ਮਾਲਕੀ ਜਿਹੜੀ ਇਹਨਾਂ ਨੂੰ ਦੇ ਦਿੱਤੇ। ਚੌਪਈ ਤੁਰਕ ਚਹਿਤ ਹੁਤੇ ਥੇ ਯਹੀ ਬਾਤ। ਦੇਖੋ ਤੁਰਕ ਤਾਂ ਪਹਿਲਾਂ ਤੋਂ ਇਹੀ ਗੱਲ ਚਾਹੁੰਦੇ ਸਨ, ਜਿਮ ਕਿਮ ਹੋਏ ਸਿੰਘਨ ਕੋ ਘਾਤ। ਵੀ ਜਿਵੇਂ ਕਿਵੇਂ ਵੀ ਸਿੰਘਾਂ ਦੀ ਮੌਤ ਹੋ ਜਾਵੇ, ਸਿੰਘਾਂ ਨੂੰ ਮਾਰਿਆ ਜਾਵੇ। ਜਿਮ ਜਿਮ ਉਨਕੋ ਸਿੰਘ ਦਿਸ ਆਵਤ। ਜਿਵੇਂ ਜਿਵੇਂ ਕਿਤੇ ਨਾ ਕਿਤੇ, ਜਿੱਥੇ ਵੀ ਕਿਤੇ ਉਹਨਾਂ ਨੂੰ ਸਿੰਘ ਦਿਸ ਆਉਂਦਾ ਹੈ। ਜੋ ਚਾਹਤ ਤੁਰਕਨ ਤੇ ਮਨ ਵਾਵਤ। ਦੇਖੋ ਕਹਿੰਦੇ ਉਹ ਜਿਹੜੇ ਲੋਕ ਨੇ, ਜਿਹੜੇ ਕਿ ਖੁਦ ਗਰਜ ਲੋਕ ਨੇ, ਜਿਹੜੇ ਲਾਲਚੀ ਲੋਕ ਨੇ, ਜਿਹੜੇ ਸਿਰਫ ਆਪਣਾ ਸੋਚਣ ਵਾਲੇ ਨੇ, ਜੋ ਧੱਕਾ ਕਰਨ ਵਾਲੇ ਨੇ, ਪਾਪ ਕਰਨ ਵਾਲੇ ਲੋਕ ਨੇ, ਉਹ ਇਹ ਚੀਜ਼ ਦਾ ਲਾਹਾ ਉਠਾਉਂਦੇ ਨੇ ਵੀ ਸਿੰਘਾਂ ਤੋਂ ਜਿੰਨਾ ਲੁੱਟਮਾਰ ਕਰਨੀ ਹੈ, ਸਿੰਘਾਂ ਤੋਂ ਕੋਈ ਦੁਸ਼ਮਣੀ ਕੱਢਣੀ ਹੈ ਤਾਂ ਇਸ ਤਰ੍ਹਾਂ ਕੱਢ ਲਓ, ਜਾ ਕੇ ਤੁਰਕਾਂ ਨੂੰ ਦੱਸ ਦਿਓ। ਤੇ ਕਹਿੰਦੇ ਜੋ ਚਾਹਤ ਤੁਰਕਨ ਤੇ ਮਨਵਾਵਤ, ਜੋ ਉਹ ਜਿਹੜੇ ਚਾਹੁੰਦੇ ਨੇ ਉਹ ਤੁਰਕਾਂ ਤੋਂ ਮਨਾ ਲੈਂਦੇ ਨੇ, ਮੈਂ ਤੈਨੂੰ ਸਿੰਘ ਪਕੜਾ ਦਿੰਦਾ, ਪਰ ਤੂੰ ਮੇਰਾ ਇਹ ਮੈਨੂੰ ਇਹ ਦੇ ਦੀ। ਸੋ ਇਹ ਇਸੇ ਤਰ੍ਹਾਂ ਹੀ ਕੰਮ ਚੱਲਦਾ ਰਿਹਾ। ਸੋ ਕਹਿੰਦੇ ਤੁਰਕ ਵੀ ਇਸੇ ਤਰ੍ਹਾਂ ਹੀ ਕਰਦੇ ਰਹੇ ਭਾਈ। ਇਹ ਦੌਰ ਜਿਹੜਾ ਸੀਗਾ ਉਸ ਵੇਲੇ ਤੁਰਕਾਂ ਦੇ ਨਾਲ ਹੋਇਆ, ਪਰ ਜਿਹੜਾ 84 ਤੋਂ ਬਾਅਦ 1984 ਤੋਂ ਬਾਅਦ ਸਿੰਘਾਂ ਦਾ ਇਹੀ ਹਾਲ ਫੇਰ ਹੋਇਆ। ਜਿਹੜਾ ਹਨ ਦੇਖੋ ਕਿਸ ਤਰ੍ਹਾਂ ਜਿਹੜਾ ਹੈ ਹੋਣਾ ਹੋਇਆ, ਕਿਸ ਤਰ੍ਹਾਂ ਜਿਹੜਾ ਹੈ ਸਿੰਘਾਂ ਨੂੰ ਜਿਹੜਾ ਹਰਮੰਦਰ ਸਾਹਿਬ ਦੇ ਜਿਹੜਾ ਹਨ ਉਹ ਅਟੈਕ ਤੋਂ ਬਾਅਦ, ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਦੇਖੋ ਸਿੰਘਾਂ ਨੂੰ ਜਿਹੜਾ ਹਨ ਕਿਸ ਤਰ੍ਹਾਂ ਮਾਰਿਆ। ਦਿੱਲੀ ਵਿੱਚ ਕਿੰਨੇ ਸਿੰਘ ਮਾਰੇ ਗਏ ਤੇ ਅੱਗੇ ਵੀ ਦੇਖਾਓ ਕਿੰਨਾ ਰੈੱਡ ਰੋਜ਼ ਜਿਹੜਾ ਸੀਗਾ ਆਪਰੇਸ਼ਨ ਉਹ ਹੋਇਆ, ਜਿਹੜਾ ਹਨ ਸਿੰਘਾਂ ਨੂੰ ਜਿਹੜਾ ਪਕੜ ਕੇ ਪਿੰਡਾਂ ਵਿੱਚੋਂ ਮਾਰਿਆ ਗਿਆ। ਉਹਨਾਂ ਦੇ ਰਿਸ਼ਤੇਦਾਰੀਆਂ ਵਿੱਚੋਂ ਹੀ ਲੋਕਾਂ ਨੇ ਜਾਸੂਸੀਆਂ ਦਿੱਤੀਆਂ ਵੀ ਇਹ ਵੀ ਸਿੰਘ ਰਲਿਆ ਹੋਇਆ, ਉਹੀ ਕਹਿ ਦਿੰਦੇ ਸਨ ਸਟੋਰੀਆਂ ਬਣਾ ਕੇ। ਕਿੰਨੇ ਸਿੰਘ ਆਪਣੇ ਜਿਹੜੇ ਆ ਨੌਜਵਾਨ ਮਰਵਾ ਦਿੱਤੇ, ਪਿੰਡਾਂ ਦੇ ਪਿੰਡ ਖਾਲੀ ਹੋ ਗਏ ਸਨ। ਦੇਖੋ ਐਸਾ ਦੌਰ ਜਿਹੜਾ ਹੈ ਸਿਰਫ ਤੁਰਕਾਂ ਨੇ ਨਹੀਂ ਸਿੰਘਾਂ ਨਾਲ ਕੀਤਾ, ਅੱਜ ਦੇ ਸਮੇਂ ਵਿੱਚ ਵੀ ਹੋਇਆ ਹੈ।
ਸੋ ਇਹ ਜਿਹੜੀ ਗੱਲ ਹੈ ਇਹ ਤਾਂ ਹੁੰਦੀ ਆਈ ਤੇ ਹੁੰਦੀ ਰਹਿਣੀ ਹੈ। ਦੋਹਰਾ ਸਿੰਘਨ ਖਬਰ ਯਹ ਨਹਿ ਭਈ ਓਏ ਗਵਾਂਡੀ ਸਿਰ ਕਰਵਾਏ। ਦੇਖੋ ਕਹਿੰਦੇ ਸਿੰਘਾਂ ਨੂੰ ਇਹ ਖਬਰ ਨਹੀਂ ਸੀ ਵੀ ਸਾਡੇ ਗੁਆਂਢੀ ਜਿਹੜੇ ਸਾਡੇ ਘਰ ਦੇ ਕੋਲ ਰਹਿੰਦੇ ਨੇ ਜਾਂ ਸਾਡਾ ਗੁਆਂਢੀ ਪਿੰਡ ਜਿਹੜਾ ਨੇਬਰਿੰਗ ਵਿਲੇਜ ਹੈ ਵੀ ਉਹ ਬੰਦੇ ਐਸਾ ਕਰਨਗੇ। ਉਹ ਤਾਂ ਵਿਚਾਰੇ ਉਹਨਾਂ ਤੇ ਭਰੋਸਾ ਰੱਖਦੇ ਸਨ ਵੀ ਆਪਣੇ ਬੰਦੇ ਨੇ, ਕਿਉਂਕਿ ਸਿੰਘ ਤਾਂ ਸੇਵਾ ਕਰਦੇ ਸਨ ਨਾ। ਜਿਹੜੇ ਸਿੰਘ ਉਹਨਾਂ ਦੇ ਜਿਹੜਾ ਹਨ ਬੇਟੀਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਬਚਾਉਂਦੇ ਸਨ ਤੇ ਇਹ ਬੰਦੇ ਉਹੀ ਸਿੰਘਾਂ ਨੂੰ ਮਰਵਾਉਣਾ ਚਾਹੁੰਦੇ ਨੇ। ਦੇਖੋ ਕੈਸਾ ਜਿਹੜਾ ਭਿਆਨਕ ਸਮਾਂ ਹੈ। ਜਿਹੜੇ ਸਿੰਘ ਲੰਗਰ ਲਾ ਕੇ ਦਸਵੰਧ ਆਪਣਾ ਦੇ ਕੇ ਗਰੀਬਾਂ ਨੂੰ ਜਿਹੜਾ ਹਨ ਲੋੜਵੰਦਾਂ ਨੂੰ ਲੰਗਰ ਛਕਾਉਂਦੇ ਸਨ, ਉਹ ਉਹਨਾਂ ਨੂੰ ਮਰਵਾਉਣਾ ਚਾਹੁੰਦੇ ਹਨ। ਤੇ ਸਿੰਘਾਂ ਦੇ ਤਾਂ ਮਨ ਵਿੱਚ ਕਿਤੇ ਵੀ ਐਸਾ ਨਹੀਂ ਆਇਆ ਵੀ ਇਹੀ ਬੰਦੇ ਸਾਡੀ ਜਾਸੂਸੀ ਕਰਕੇ ਸਾਨੂੰ ਮਰਵਾਉਣਗੇ। ਉਸੇ ਗਿਰਦ ਛਪ ਦਿਨ ਰਹਿ ਰਾਤੀ ਆਵੇ ਗਰਾਏ। ਸੋ ਸਿੰਘ ਤਾਂ ਵਿਚਾਰੇ ਆਪਣੇ ਜਿਹੜੇ ਹਨ ਦਿਨ ਵਿੱਚ ਛੁਪ ਕੇ ਰਹਿੰਦੇ ਹਨ ਤੇ ਰਾਤ ਨੂੰ ਹੀ ਘਰੇ ਆਉਂਦੇ ਹਨ। ਚੌਪਈ ਜਿਸ ਨਿਸ ਦਿਵਸ ਸਿੰਘਨ ਕੋ ਹੋਏ। ਕਹਿਣਗੇ ਜਿਸ ਨਿਸ ਦਿਵਸ, ਕਹਿੰਦੇ ਜਿਹੜੀ ਵੀ ਰਾਤ ਨੂੰ ਸਿੰਘ ਵਾਪਸ ਘਰੇ ਆਇਆ ਕਰਦੇ ਸਨ। ਸਿੰਘ ਹੋਏ 71 ਨਿਸ ਤਹਿ ਸੋਏ। ਕਹਿਣਗੇ ਸਿੰਘ ਜਿਹੜੇ ਹਨ 71 ਹੋ ਕੇ ਆਪਣੇ ਘਰਾਂ ਵਿੱਚ ਆਪਣੇ ਜਿਹੜੇ ਹਨ ਆਪਣੇ ਪਰਿਵਾਰ ਨੂੰ ਮਿਲਿਆ ਕਰਦੇ ਸਨ। ਕਹਿੰਦੇ ਉਹ ਸਿੰਘ ਫਿਰ ਆਪਸ ਵਿੱਚ ਮਿਲ ਕੇ ਵੀ ਬੈਠ ਕੇ ਗੱਲਾਂ ਕਰਿਆ ਕਰਦੇ ਸਨ। ਤਹਿ ਦੁਸਤਨ ਸਿਲ ਸਿੰਘਨ ਕਰਾਈ। ਦੇਖੋ ਇਹ ਦੁਸ਼ਟ ਜਿਹੜੇ ਸੀਗੇ ਉਹ ਪਿੰਡ ਦੇ ਜਿਹੜੇ ਸਨ ਉਹਨਾਂ ਨੇ ਜਾ ਕੇ ਉਹ ਜਿਹੜਾ ਪਿੰਡ ਦੇ ਜਿਹੜਾ ਇਹਨਾਂ ਦਾ ਗੁਆਂਢੀ ਪਿੰਡ ਹੈ ਸ਼ਹਿਜ਼ਾਦਾ ਪਿੰਡ ਹੈ ਉਹਨਾਂ ਨੂੰ ਜਾ ਕੇ ਖਬਰ ਦੇ ਦਿੱਤੀ ਵੀ ਸਿੰਘ ਆਏ ਹੋਏ ਹਨ ਅੱਜ ਘਰੇ। ਸਾਰੇ ਘਰੇ ਇਕੱਠੇ ਹੋਏ ਹਨ ਤੇ ਸਾਰੇ ਸਿੰਘ ਜਿਹੜੇ ਹਨ ਇੱਕ ਥਾਂ ਤੇ 2-3 ਘਰਾਂ ਵਿੱਚ ਇਕੱਠੇ ਹੋਏ ਹਨ। ਇਹਨਾਂ ਨੇ ਇਹ ਖਬਰ ਜਾ ਕੇ ਦੇ ਦਿੱਤੀ ਜੀ ਉਹਨਾਂ ਨੂੰ ਸ਼ਹਿਜ਼ਾਦੇ ਪਿੰਡ ਵਾਲਿਆਂ ਨੂੰ। ਇੱਕ ਸੁਲਤਾਨੀ ਪਿੰਡ ਹੀ ਮਾਹੀ। ਦੇਖੋ ਇੱਕ ਸੁਲਤਾਨੀ ਪਿੰਡ ਹੀ ਮਾਹੀ, ਕਹਿਣ ਲੱਗੇ ਉਹ ਸੁਲਤਾਨੀ ਪਿੰਡ ਜਿਹੜਾ ਹਨ ਸ਼ਹਿਜ਼ਾਦੇ ਪਿੰਡ ਦੇ ਵਿੱਚ ਇੱਕ ਪੱਕਾ ਜਾਸੂਸ ਰੱਖਿਆ ਹੋਇਆ ਸੀ ਇਹ ਤੁਰਕਾਂ ਨੇ। ਸੋ ਸੇਲੂ ਉਹਨ ਰੱਖਿਓ ਬਣਾਏ। ਦੇਖੋ ਇਹ ਸੇਲੂ ਜਿਹੜਾ ਹੈ ਮੁਖਬਰੀ ਦੇਣ ਵਾਲਾ ਜਾਂ ਸਪਾਈ ਕਰਨ ਵਾਲਾ, ਇਹ ਉੱਥੇ ਪੱਕਾ ਬੰਦਾ ਜਿਹੜਾ ਰੱਖਿਆ ਹੋਇਆ ਸੀ ਉਹਨਾਂ ਨੇ ਆਪਣਾ ਤਨਖਾਹ ਤੇ। ਸਭੀ ਖਬਰ ਦੇ ਜੱਟਨ ਪਹੁੰਚਾਏ। ਦੇਖੋ ਇਹਨਾਂ ਨੂੰ ਖਬਰ ਜਿਹੜੀ ਸੀ ਇਹ ਪਿੰਡ ਤੇ ਜਿੱਥੇ ਸਿੱਖ ਇਕੱਠੇ ਹੋਏ ਹਨ ਉੱਥੋਂ ਇੱਕ ਨੇ ਜਾ ਕੇ ਇਹਨਾਂ ਜੱਟਾਂ ਜਿਹੜੇ ਇਹ ਜੱਟ ਹਨ ਸ਼ਹਿਜ਼ਾਦੇ ਪਿੰਡ ਵਾਲੇ ਇਹਨਾਂ ਨੂੰ ਜਾ ਕੇ ਸੁਲਤਾਨੀਆਂ ਨੂੰ ਦੱਸ ਦਿੱਤਾ। ਤੇ ਜੱਟ ਆਗੇ ਤੁਰਕਨ ਕਲਾਏ। ਦੇਖੋ ਇਹ ਜੱਟਾਂ ਨੇ ਕੀ ਕੀਤਾ, ਉਹ ਸੇਲੂ ਜਿਹੜਾ ਸੀਗਾ ਨਾ ਮੁਖਬਰੀ ਜਿਹੜਾ ਸਪਾਈ ਸੀਗਾ ਉਹ ਪਿੰਡ 'ਚ ਰੱਖਿਆ ਹੋਇਆ ਤੁਰਕਾਂ, ਉਹਨੂੰ ਜਾ ਕੇ ਇਹਨਾਂ ਨੇ ਖਬਰ ਕਰ ਦਿੱਤੀ ਵੀ ਉਹ ਜਿਹੜਾ ਹਨ ਆਪਣੇ ਗੁਆਂਢੀ ਪਿੰਡ ਦੇ ਵਿੱਚ ਸਿੱਖ ਆਏ ਹੋਏ ਹਨ। ਇਮ ਸਿੰਘਨ ਲਈ ਮੌਤ ਤਕਾਏ। ਦੇਖੋ ਇਉਂ ਸਿੰਘਾਂ ਲਈ ਜਿਹੜਾ ਹੈ ਉਹਨਾਂ ਨੇ ਮੌਤ ਤੱਕ ਲਈ, ਦੇਖ ਲਈ। ਕਹਿੰਦੇ ਅੱਜ ਇਹ ਸਿੰਘਾਂ ਨੂੰ ਆਪਾਂ ਮਰਵਾ ਹੀ ਦਈਏ, ਅੱਜ ਨਾ ਇਹਨਾਂ ਨੂੰ ਛੱਡੀਏ। ਦੋਹਰਾ ਕਹਿਣਾ ਕੋ ਬਹੁਤ ਹਿੰਦੂ ਕੰਮ ਸੋ ਤੁਰਕ ਕਰਾਹੇ। ਦੇਖੋ ਕਹਿਣੇ ਨੂੰ ਤਾਂ ਇਹ ਬੰਦੇ ਜਿਹੜਾ ਹਨ ਸ਼ਹਿਜ਼ਾਦੇ ਪਿੰਡ ਦੇ ਹੈ ਤਾਂ ਨਾ ਕਰਕੇ ਤਾਂ ਇਹਨਾਂ ਦੇ ਨਾਂ ਵੀ ਹਿੰਦੂ ਸਨ ਪਰ ਕੰਮ ਤਾਂ ਜਿਹੜਾ ਹਨ ਤੁਰਕਾਂ ਦਾ ਹੀ ਕਰਦੇ ਸਨ ਤੇ ਉਹਨਾਂ ਦੇ ਵੱਲ ਦੀ ਉਹ ਗੱਲ ਕਰਿਆ ਕਰਦੇ ਸਨ। ਹਿੰਦੂਨ ਹਿੰਦੂ ਫੜ ਦਿਵਹਿ ਮਰਵਾਵਹਿ ਸੀਸ ਕਟਵਾਏ। ਦੇਖੋ ਕਹਿੰਦੇ ਇਹੀ ਹਿੰਦੂ ਲੋਕ ਨੇ ਜਿਨ੍ਹਾਂ ਨੂੰ ਸਿੱਖ ਬਚਾਉਂਦੇ ਰਹੇ, ਜਿਨ੍ਹਾਂ ਦੀ ਜਿਹੜੇ ਹਨ ਜਿਨ੍ਹਾਂ ਦੇ ਧਰਮ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਪਾਈ। ਕਿੰਨੀਆਂ ਜਿਹੜੀਆਂ ਹਨ ਸ਼ਹੀਦੀਆਂ ਸਿੰਘਾਂ ਨੇ ਪਾਈਆਂ ਇਹ ਹਿੰਦੂਆਂ ਨੂੰ ਬਚਾਉਣ ਵਾਸਤੇ, ਇਹਨਾਂ ਦਾ ਧਰਮ ਬਚਾਉਣ ਵਾਸਤੇ, ਇਹਨਾਂ ਦੀਆਂ ਬਹੁ ਬੇਟੀਆਂ ਨੂੰ ਬਚਾਉਣ ਵਾਸਤੇ ਸਿੰਘ ਕਿੰਨਾ ਉਦਮ ਕਰਿਆ ਕਰਦੇ ਸਨ। ਪਰ ਦੇਖੋ ਅੱਜ ਹਿੰਦੂ ਫੜ ਦਿਵਾਏ। ਕਹਿਣਗੇ ਦੇਖੋ ਆਪਣੀ ਭਰਾ ਆਪਣੇ ਹੀ ਜਿਹੜੇ ਸ਼ਰੀਕ ਦੇ ਵਿੱਚੋਂ ਇਹਨਾਂ ਨੂੰ ਮਰਵਾਉਣ ਵਾਸਤੇ ਦੇਖੋ ਅੱਜ ਮੁਖਬਰੀ ਕਰ ਰਹੇ ਹਨ, ਮਰਵਾਵੇ ਸੀਸ ਕਟਾਏ। ਚਾਹੁੰਦੇ ਹਨ ਕਿ ਸਾਡੇ ਭਰਾ ਜਿਹੜਾ ਹਨ ਤੁਰਕਾਂ ਦੇ ਹੱਥੋਂ ਇਹ ਮਰ ਜਾਣ, ਇਹਨਾਂ ਨੂੰ ਮਰਵਾਇਆ ਜਾਵੇ। ਪਰ ਇਹਨਾਂ ਹਿੰਦੂਆਂ ਨੇ ਇਹ ਨਾ ਸੋਚਿਆ ਕਿ ਜੇ ਸਿੱਖ ਨਾ ਰਹੇ ਤਾਂ ਤੁਹਾਨੂੰ ਕੌਣ ਬਚਾਏਗਾ ਗਾਂ ਨੂੰ, ਧੱਕਾ ਤਾਂ ਤੁਹਾਡੇ ਨਾਲ ਵੀ ਹੋਣਾ ਹੈ ਨਾ। ਕਹਿੰਦੇ ਵੀ ਉਦੋਂ ਤੁਹਾਨੂੰ ਕੌਣ ਬਚਾਏਗਾ ਜੇ ਅੱਜ ਜਿਹੜੇ ਰਖਵਾਲਿਆਂ ਨੂੰ ਹੀ ਤੁਸੀਂ ਮਾਰ ਦਿੱਤਾ। ਸੋ ਇਸ ਕਰਕੇ ਇਹਨਾਂ ਨੂੰ ਸਮਝ ਕੋਈ ਨਹੀਂ ਸੀ, ਬੇਸਮਝ ਲਾਲਚ ਦੇ ਵਸ ਹੋ ਕੇ ਐਸਾ ਪਾਪ ਕਰਦੇ ਸਨ। ਚੌਪਈ ਸਿੰਘਨ ਮੌਤ ਹੁਤ ਨੇੜੇ ਆਈ। ਦੇਖੋ ਸਿੰਘਾਂ ਦੇ ਤਾਂ ਮੌਤ ਨੇੜੇ ਆ ਗਈ ਜੀ। ਮਹਾਰਾਜ ਨੇ ਤਾਂ ਇਹੀ ਹੁਕਮ ਕੀਤਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਸਿੰਘ ਤਾਂ ਇਸੇ ਤਰ੍ਹਾਂ ਹੀ ਪਹਿਲਾਂ ਤੋਂ ਹੀ ਇਹ ਸਿੱਖਿਆ ਤੇ ਜਿਉਂਦੇ ਹਨ ਪਰ ਅੱਜ ਉਹਨਾਂ ਦੀ ਮੌਤ ਨੇੜੇ ਆ ਗਈ ਹੈ। ਸਿੰਘ ਵੜੈ ਕਿਤ ਨਿਸ ਘਰ ਧਾਹੀ। ਦੇਖੋ ਸਿੰਘ ਅੱਜ ਰਾਤ ਨੂੰ ਆਪਣੇ ਘਰਾਂ ਵਿੱਚ ਆ ਗਏ ਹਨ। ਦੋਸਤ ਸੇਲੂ ਦਈ ਸਿਲ ਪਹੁੰਚਾਏ। ਤੇ ਉਹਨਾਂ ਉਹ ਸਪਾਈ ਜਿਹੜਾ ਸੀ ਸੇਲੂ, ਕਹਿੰਦੇ ਉਹ ਜਿਹੜਾ ਹੈ ਨਾ ਉਹ ਸ਼ਹਿਜ਼ਾਦੇ ਪਿੰਡ ਵਾਲਾ, ਉਹਨੇ ਜਾ ਕੇ ਸਾਰੀ ਖਬਰ ਕਰ ਦਿੱਤੀ। ਆਏ ਤੁਰਕਨ ਲਿਓ ਘੇਰੋ ਪਾਏ। ਦੇਖੋ ਤੁਰਕ ਜਿਹੜੇ ਹਨ ਘੋੜਿਆਂ ਤੇ ਚੜ੍ਹ ਕਰਕੇ
ਫੌਜ ਲੈ ਕੇ ਆਕੇ ਸਾਰੇ ਹੀ ਉਹ ਘਰਾਂ ਜਿੱਥੇ ਸਿੰਘ ਸਨ ਉਹਨਾਂ ਨੂੰ ਘੇਰਾ ਪਾ ਲਿਆ ਇਹਨਾਂ ਨੇ। ਚਾਰ ਤਰਫ ਤਿੰਨ ਫੌਜ ਖੜਵਾਈ, ਚਾਰੇ ਪਾਸੇ ਫੌਜ ਖੜ ਗਈ ਆਕੇ ਜੀ, ਪੱਕਾ ਘੇਰਾ ਪੈ ਗਿਆ। ਬਹੁਤ ਹੀ ਜ਼ਿਆਦਾ ਜਿਹੜੀ ਫੌਜ ਆਈ, ਜਿਹੜੀ ਫੌਜ ਨੇ ਜਿਹੜਾ ਹੈ ਐਸਾ ਘੇਰਾ ਪਾਇਆ ਚਾਰੇ ਪਾਸੇ ਤੋਂ। ਤੋ ਲੋ ਝੱਬ ਦੁਸਤ ਜੱਟ ਭੇ ਆਈ। ਕਹਿੰਦੇ ਉਦੋਂ ਕੀ ਹੋਇਆ, ਇਹ ਸਜਾਦੇ ਪਿੰਡ ਦੇ ਜਿਹੜੇ ਜੱਟ ਸਨ ਜਿਨ੍ਹਾਂ ਨੇ ਖਬਰ ਕੀਤੀ ਸੀਗੀ ਉਹ ਵੀ ਆ ਗਏ, ਕਹਿੰਦੇ ਅਸੀਂ ਵੀ ਤਮਾਸ਼ਾ ਦੇਖੀਏ। ਦੂਸਰਾ ਉਹਨਾਂ ਦਾ ਆਉਣ ਦਾ ਕਾਰਨ ਕੀ ਸੀਗਾ, ਉਹ ਚਾਹੁੰਦੇ ਸਨ ਵੀ ਇਹ ਘਰਾਂ ਦੇ ਵਿੱਚ ਨਾ ਇਹਨਾਂ ਦੀ ਕੋਈ ਘਰ ਵਾਲੀ ਬੱਚੀ ਬੱਚਾ ਕੋਈ ਵੀ ਨਹੀਂ ਬਚਣਾ ਚਾਹੀਦਾ, ਕਿਉਂਕਿ ਜ਼ਮੀਨ ਉਹਨਾਂ ਨੇ ਲੈਣੀ ਹੈ। ਉਹ ਚਾਹੁੰਦੇ ਸਨ ਵੀ ਸਾਰੇ ਮਰ ਜਾਣ। ਉਹ ਤਾਂ ਕਰਕੇ ਇਕੱਠੇ ਹੋ ਕੇ ਆਏ ਦੇਖਣ ਵਾਸਤੇ ਕਿ ਇਹਨਾਂ ਦਾ ਜਿਹੜਾ ਕੋਈ ਬੰਦਾ ਘਰੋਂ ਨਿਕਲ ਕੇ ਨਾ ਭੱਜ ਜਾਵੇ। ਘੇਰਾ ਕੀਨੋ ਬਹੁਤ ਕੜਾਏ। ਕਹਿੰਦੇ ਇੰਨਾ ਤਕੜਾ ਜਿਹੜਾ ਘੇਰਾ ਪਿਆ ਉਹਨਾਂ ਨੂੰ, ਸਿੰਘਾਂ ਨੂੰ, ਅੰਦਰੋਂ ਜਾਨ ਨਾ ਕੁੱਤੋ ਪਾਏ। ਕਹਿਣ ਲੱਗੇ, ਉਹ ਇੱਕ ਦੂਜੇ ਨੂੰ ਕਹਿਣ ਲੱਗੇ, ਉਹ ਜਿਹੜਾ ਕੋਤਵਾਲ ਸੀਗਾ ਉਹ ਕਹਿਣ ਲੱਗਾ ਭਾਈ ਐਡਾ ਘੇਰਾ ਤਕੜਾ ਪਾਓ, ਐਡਾ ਜਿਹੜਾ ਹਨ ਬਹੁਤ ਜਿਹੜਾ ਹੈ ਜ਼ਿਆਦਾ ਘੇਰਾ ਪਾਓ ਜਿਹਦੇ ਕਰਕੇ ਇੱਕ ਬਿੱਲੀ ਜਾਂ ਕੁੱਤਾ ਵੀ ਸਿੰਘਾਂ ਦੇ ਘਰ ਤੋਂ ਬਾਹਰ ਨਾ ਨਿਕਲ ਸਕੇ। ਕਹਿੰਦਾ ਇਹ ਜਿਹਾ ਘੇਰਾ ਪਾਉਣਾ ਕਰੋ। ਦੋਹਰਾ ਜਿਮ ਦੁਸਤ ਸੁਲਤਾਨੀ ਜੱਟ ਕਹੈ ਤਿਮ ਹੀ ਤੁਰਕ ਕਮਾਹੇ। ਦੇਖੋ ਇਹ ਜਿਹੜੇ ਦੁਸ਼ਟ ਹਨ ਸੁਲਤਾਨੀਏ ਹਿੰਦੂ ਸਨ ਕਹਾਉਣ ਵਾਲੇ ਆਪਣੇ ਆਪ ਨੂੰ ਸਜਾਦੇ ਪਿੰਡ ਵਾਲੇ, ਕਹਿੰਦੇ ਇਹਨਾਂ ਨੇ ਉਵੇਂ ਜਿਹੜਾ ਹਨ ਜਿਵੇਂ ਕਹਿੰਦੇ ਹਨ ਤੁਰਕ ਉਵੇਂ ਹੀ ਕਰੀ ਜਾਂਦੇ ਹਨ। ਦੇਖੋ ਇਹ ਕਿਵੇਂ ਜਿਹੜਾ ਕਹਿ ਕੇ ਸਿੱਖਾਂ ਨੂੰ ਮਰਾਉਣ ਲੱਗੇ ਹਨ। ਰਲ ਮਿਲ ਦਊਨ ਸਿੰਘ ਕੱਟੇ ਲੱਭਿਓ ਸੋ ਛੱਡਿਓ ਨਾਹੇ। ਦੇਖੋ ਕਹਿੰਦੇ ਦੋਨਾਂ ਨੇ ਰਲ ਕਰਕੇ ਸਿੰਘਾਂ ਨੂੰ ਜਿਹੜਾ ਹਨ ਉਹਨਾਂ ਦੇ ਘਰ ਵਿੱਚ ਬੈਠਿਆਂ ਨੂੰ ਹੀ ਜਦੋਂ ਸਿੰਘ ਬਾਹਰ ਆਏ ਜੰਗ ਕਰਨ ਵਾਸਤੇ ਘੇਰਾ ਪਾ ਕੇ ਸਿੰਘਾਂ ਨੂੰ ਜਿਹੜਾ ਹਨ ਐਸਾ ਜਿਹੜਾ ਸ਼ਹੀਦ ਕਰ ਦਿੱਤਾ। ਕਹਿੰਦੇ ਦੋਵਾਂ ਨੇ ਮਿਲ ਕਰਕੇ ਸਿੰਘਾਂ ਨੂੰ ਕੱਟਣਾ ਕੀਤਾ। ਕਹਿੰਦੇ ਲੱਭਿਓ ਨਾ ਛੱਡਿਓ, ਜਿਹੜਾ ਹਨ ਛੱਡਿਓ ਨਾਹੇ। ਕਹਿੰਦੇ ਕੋਈ ਵੀ ਸਿੰਘ ਨਾ ਛੱਡਿਆ, ਨਾ ਉਹਨਾਂ ਦੀ ਘਰਵਾਲੀ, ਨਾ ਬੱਚਾ, ਨਾ ਬੱਚੀ, ਕੋਈ ਵੀ ਨਾ ਛੱਡਿਆ, ਸਾਰੇ ਮਾਰ ਦਿੱਤੇ ਜੀ। 14 ਲੱਭੇ ਉਹਨ ਵੱਢਣ ਕੇ ਸੋ ਪੁਰਸ ਦੀਨੇ ਕਾਟ। ਦੇਖੋ ਕਹਿੰਦੇ ਇਹ ਜਿਹੜੇ ਹਨ ਰੰਧਾਵਿਆਂ ਦੇ ਜਿਹੜੇ ਵੱਡੇ ਵਡੇਰੇ ਸਨ ਉਹ 14 ਸਿੰਘ ਸਨ ਲੱਭੇ। ਕਹਿੰਦੇ ਉਹ ਜਿਹੜੇ ਹਨ ਜਿਨ੍ਹਾਂ ਦੇ ਨਾਮ ਆਉਂਦੇ ਹਨ ਇਤਿਹਾਸ ਦੇ ਵਿੱਚ, ਜਿਹੜੇ ਪਹਿਲੇ ਰੰਧਾਵੇ ਹਨ, ਕਹਿੰਦੇ ਉਹਨਾਂ ਵਿੱਚੋਂ 14 ਸਿੰਘ ਜਿਹੜੇ ਸਜੇ ਹੋਏ ਸਨ, ਕਹਿੰਦੇ ਉਹ ਸਾਰੇ ਦੇ ਸਾਰੇ ਸ਼ਹੀਦ ਹੋ ਗਏ ਉੱਥੇ। ਕਹਿੰਦੇ ਕੋਈ ਨਾ ਛੱਡਿਆ ਜੀ ਉਹਨਾਂ ਨੇ, ਤੇ ਉਹਨਾਂ ਦੇ ਪਰਿਵਾਰ ਵੀ ਮਾਰ ਦਿੱਤੇ। ਉਨ ਸਿੰਘਨ ਕੀ ਕੁੱਲ ਸਮਝ ਔਰ ਦੀਏ ਕੱਟ ਕਾਟ। ਕਹਿਣਗੇ ਉਹਨਾਂ ਹੀ ਸਿੰਘਾਂ ਦੀ ਕੁੱਲ ਨੂੰ ਸਮਝ ਕਰਕੇ ਉਹਨਾਂ ਦੀਆਂ ਮਾਈਆਂ ਬੀਬੀਆਂ ਜਿੰਨੀਆਂ ਵੀ ਸਨ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ ਜੀ। ਚੌਪੇ ਜੋ ਕੋ ਉਨ ਕੀ ਦ੍ਰਿਸ਼ਟੈ ਆਇਆ। ਕਹਿਣ ਲੱਗੇ ਜੋ ਵੀ ਸਿੰਘ ਉਹਨਾਂ ਦੇ ਦ੍ਰਿਸ਼ਟੀ ਵਿੱਚ ਆਉਂਦਾ ਸੀ ਉਹਨੂੰ ਮਾਰ ਦਿੰਦੇ ਸਨ, ਛੱਡਦੇ ਨਹੀਂ ਸਨ। ਜਿੱਥੇ ਵੀ ਕੋਈ ਮਿਲ ਪਵੇ, ਭਾਵੇਂ ਕੋਈ ਉਹਨਾਂ ਦੇ ਨਾਲ ਸਰਬੰਧ ਹੈ ਜਾਂ ਨਹੀਂ ਹੈ, ਮਤਲਬ ਹੈ ਜਾਂ ਨਹੀਂ ਹੈ, ਬਸ ਸਿੰਘ ਦੇਖ ਕੇ ਉਹਨਾਂ ਨੇ ਮਾਰ ਦੇਣਾ। ਸਿੰਘ ਹੋਣਾ ਹੀ ਵੱਡਾ ਜ਼ੁਲਮ ਸੀ। ਸੋ ਤੋ ਤੇਗਨ ਮੱਧ ਕਟਾਇਆ। ਕਹਿਣ ਲੱਗੇ ਉਹਨਾਂ ਨੂੰ ਤੇਗ ਮਾਰ ਕੇ ਉਹਨਾਂ ਨੂੰ ਕਟਾਉਣਾ ਕੀਤਾ ਉਹ ਸਿੰਘਾਂ ਨੂੰ। ਆਕੈ ਕਿਤੈ ਉਨ ਹੋਊਗ ਗਇਓ। ਕਹਿਣ ਲੱਗੇ ਦੇਖੋ ਜਿਹੜਾ ਵੀ ਕਿਤੇ ਬਾਹਰ ਗਿਆ ਹੋਵੇ ਉਸ ਸਮੇਂ ਦੇ ਵਿੱਚ, ਜਾਂ ਉਹ ਪਿੰਡ ਤੋਂ ਜਿਹੜਾ ਬਾਹਰ ਚਲੇ ਗਿਆ ਉਹੀ ਬਚਿਆ ਉਹ ਰੰਧਾਵਿਆਂ ਵਿੱਚੋਂ, ਬਾਕੀ ਤਾਂ ਸਾਰੇ ਦੇ ਸਾਰੇ ਸ਼ਹੀਦ ਕਰਤੇ ਇਹਨਾਂ ਨੇ। ਏਮ ਕਰ ਟੰਡ ਮੂਲ ਉਨ ਹੋਊਗੋ ਰਹਿਓ। ਦੇਖੋ ਕਹਿੰਦੇ ਉਹ ਨਹੀਂ ਚਾਹੁੰਦੇ ਸਨ ਇਹਨਾਂ ਟੰਡ ਮੂਲ ਕੋਈ ਜਿਹੜਾ ਹਨ ਇਹਨਾਂ ਦਾ ਕੋਈ ਸਰਬੰਧ ਰੱਖਣ ਵਾਲਾ ਕੋਈ ਜਿਉਂਦਾ ਰਹਿ ਜਾਵੇ, ਇਹਨਾਂ ਦੀ ਬਲੱਡ ਲਾਈਨ ਜਿਹੜੀ ਹੈ ਕਿਤੇ ਵੀ ਰਹਿ ਜਾਵੇ। ਉਹ ਚਾਹੁੰਦੇ ਸਨ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਜਿਹੜਾ ਹਨ ਸਾਰਿਆਂ ਨੂੰ ਹੀ ਖਤਮ ਕਰ ਦਈਏ, ਇਹਨਾਂ ਦੀ ਜਿਹੜੀ ਅੱਗੇ ਜਨਰੇਸ਼ਨ ਹੈ ਇਹਨਾਂ ਦੀ ਕੁੱਲ ਨੂੰ ਖਤਮ ਹੀ ਕਰ ਦਈਏ। ਸਹਿਓ ਇਮੈ ਦੁਖ ਸਿੰਘਨ ਮਝੈਲਨ। ਦੇਖੋ ਕਹਿੰਦੇ ਮਝੈਲ ਜੋ ਮਾਝੇ ਦੇ ਸਿੰਘ ਹਨ ਇਹਨਾਂ ਨੇ ਐਸੇ ਦੁੱਖ ਸਹਾਰਨਾ ਕੀਤੇ, ਬਹੁਤ ਹੀ ਕਰੜੇ ਸਮੇਂ ਵਿੱਚੋਂ ਇਹ ਜਿਹੜੇ ਹਨ ਲੰਘ ਕੇ ਗਏ ਹਨ। ਮੁੜ ਜਾਣੈ ਰਾਜ ਪੰਥ ਪਾਇਓ ਹੈ ਗੁਸੈਲਨ। ਕਹਿਣਗੇ ਦੇਖੋ ਮੁੜ ਜਾਣਾ। ਕਹਿੰਦੇ ਜਿਹੜੇ ਵੀ ਸਿੰਘ ਜਿਹੜੇ ਹਨ ਉਹ ਜਿਹੜੇ ਹਨ ਇਹੀ ਆਸ ਵਿੱਚ ਬੈਠੇ ਸਨ ਕਿ ਸਾਡਾ ਵੀ ਕਿਤੇ ਰਾਜ ਹੋਵੇਗਾ। ਮੁੜ ਜਾਣੇ ਰਾਜ ਪੰਥ ਪਾਇਓ। ਕਹਿਣਗੇ ਇਹ ਗੁਸੈਲਣ, ਕਹਿਣਗੇ ਮਾਝੇ ਦੇ ਸਿੰਘਾਂ ਦੇ ਵਿੱਚ ਥੋੜਾ ਜਿਹਾ ਗੁੱਸਾ ਜ਼ਿਆਦਾ ਹੁੰਦਾ ਹੈ ਤਾਂ ਇਹਨੂੰ ਗੁਸੈਲਣ ਕਹਿੰਦੇ ਹਾਂ। ਕਹਿੰਦੇ ਦੇਖੋ ਭਾਈ ਉਹਨਾਂ ਨੂੰ ਰਾਜ ਦੀ ਆਸ ਸੀ ਵੀ ਮੇਰੇ ਮਹਾਰਾਜ ਨੇ ਸਾਨੂੰ ਰਾਜ ਦੇਣਾ ਹੈ। ਇਹੀ ਆਸ ਦੇ ਵਿੱਚ ਉਹ ਆਪਣੀ ਜਿਹੜਾ ਹਨ ਸ਼ਹੀਦੀਆਂ ਪਾ ਗਏ ਜੀ ਸਾਰੇ। ਉਨ ਸਿਰ ਤੇ ਪਰੈ ਪਤ ਸਾਹੀ ਤਕਾਈ। ਹੁਣ ਦੇਖੋ ਕਹਿੰਦੇ ਇੱਕ ਤਾਂ ਨਾ ਪਾਤਸ਼ਾਹੀ ਸਿਰ ਤੇ ਕਰਾਊਨ ਪਾਉਣ ਕਰਕੇ ਹੁੰਦੀ ਹੈ, ਪਰ ਕਹਿੰਦੇ ਇਹ ਸਿੱਖਾਂ ਦੀ ਜਿਹੜੀ ਹੈ ਨਾ ਰਾਜ ਕਹਿੰਦੇ ਬੜਾ ਨਿਵੇਕਲਾ ਹੈ। ਕਿਉਂ ਨਿਵੇਕਲਾ ਹੈ? ਉਨ ਸਿਰ ਤੇ ਪਰੈ,
ਕਹਿਣਗੇ ਪਾਤਸ਼ਾਹੀ ਉਹਨਾਂ ਦੇ ਸਿਰ ਤੋਂ ਵੀ ਪਰੇ ਹੈ, ਉਹਨਾਂ ਸਿੰਘਾਂ ਨੂੰ ਤਾਂ ਸਿਰ ਦੀ ਵੀ ਲੋੜ ਨਹੀਂ ਪਾਤਸ਼ਾਹੀ ਲੈਣ ਵਾਸਤੇ। ਕਹਿੰਦੇ ਸਿੰਘ ਜਿਹੜੇ ਹਨ ਉਹ ਜਿਹੜੇ ਹਨ ਸਿਰਾਂ ਦੇ ਸਿਰ ਜਿਹੜੇ ਹਨ ਕਹਿੰਦੇ ਆਪਣੇ ਕੁਰਬਾਨ ਕਰੀ ਜਾਂਦੇ ਨੇ, ਪਰ ਕਹਿੰਦੇ ਪਾਤਸ਼ਾਹੀ ਫਿਰ ਵੀ ਉਹਨਾਂ ਦੇ ਸਿਰ ਤੇ ਹੈ, ਕੁਰਬਾਨੀਆਂ ਦੇਣ ਵਾਲਿਆਂ ਤੇ, ਵੀ ਕਿ ਉਹ ਸੀਸ ਜਿਹੜੇ ਝੁਕਦੇ ਕਿਸੇ ਅੱਗੇ ਨਹੀਂ। ਜਿਹੜਾ ਇੱਕ ਵਾਰੀ ਸੀਸ ਕਲਗੀਧਰ ਪਾਤਸ਼ਾਹ ਦੇ ਅੱਗੇ ਝੁਕਦਾ ਹੈ ਉਹ ਕਿਸੇ ਅੱਗੇ ਨਹੀਂ ਝੁਕਦਾ। ਇਸ ਕਰਕੇ ਜਿਹੜੇ ਪਾਤਸ਼ਾਹ ਦੇ ਜਿਹੜਾ ਹਨ ਚਰਨ ਕਮਲਾਂ ਤੇ ਜਿਹੜਾ ਸੀਸ ਲੱਗਦਾ ਹੈ ਕਹਿੰਦੇ ਉਹ ਪਾਤਸ਼ਾਹ ਦਾ ਪਾਤਸ਼ਾਹ ਬਣ ਜਾਂਦਾ ਹੈ। ਗੁਰੂ ਮਹਾਰਾਜ ਜੀ ਉਹਨੂੰ ਐਸੀ ਪਾਤਸ਼ਾਹੀ ਬਖਸ਼ਦੇ ਹਨ ਜਿਹਦਾ ਕੋਈ ਵੀ ਜਿਹੜਾ ਹਨ ਕੰਪੀਟੀਟਰ ਨਹੀਂ ਹੁੰਦਾ, ਜਿਹਦਾ ਕੋਈ ਰਾਜ ਖੋੜ ਵਾਲਾ ਕੋਈ ਨਹੀਂ ਹੁੰਦਾ। ਕਹਿੰਦੇ ਇਸ ਕਰਕੇ ਉਹਨ ਸਿਰ ਤੇ ਪਰੇ, ਉਹਨਾਂ ਦੇ ਸਿਰਾਂ ਤੋਂ ਪਰੇ ਪਾਤਸ਼ਾਹੀ ਤਕਾਈ। ਕਹਿਣਗੇ ਆਪਣਾ ਸਿਰ ਦੇ ਕੇ ਵੀ ਉਹਨਾਂ ਨੇ ਪਾਤਸ਼ਾਹੀ ਤਕਾਈ ਹੈ, ਦੇਖੀ ਹੈ ਵੀ ਪਾਤਸ਼ਾਹੀ ਤਾਂ ਫਿਰ ਵੀ ਪਾਤਸ਼ਾਹੀ ਹੈ, ਭਾਵੇਂ ਸਾਡਾ ਸਿਰ ਭਾਵੇਂ ਅੱਜ ਲੱਗ ਰਿਹਾ ਹੈ ਪਰ ਪਾਤਸ਼ਾਹੀ ਫਿਰ ਵੀ ਸਾਡੀ ਹੈ, ਕਿਉਂਕਿ ਗੁਰੂ ਮਹਾਰਾਜ ਦੇ ਬਖਸ਼ੇ ਕੇਸ ਦਸਤਾਰ। ਕਹਿੰਦੇ ਇਹ ਜਿਹੜੀ ਰਹਿਤ ਮਹਾਰਾਜ ਨੇ ਦਿੱਤੀ ਇਹ ਤਾਂ ਪਾਤਸ਼ਾਹ ਦੀ ਦਿੱਤੀ ਹੋਈ, ਸਾਨੂੰ ਪਾਤਸ਼ਾਹੀ ਦੀ ਪਦਵੀ ਦਿੱਤੀ ਹੈ। ਤੋ ਹੰਨੇ ਹੰਨੇ ਉਹਨ ਲੱਭੀ ਪਤ ਸਾਹੀ। ਦੇਖੋ ਇਸ ਕਰਕੇ ਕਾਠੀ ਕਰਕੇ ਹਣੇ ਕਰਕੇ ਸਿੰਘਾਂ ਨੇ ਆਪਣੀਆਂ ਕੁਰਬਾਨੀਆਂ ਦੇ ਕਰਕੇ ਆਪਣੀ ਪਾਤਸ਼ਾਹੀ ਲੱਭੀ ਹੈ। ਦੋਹਰਾ ਜੋ ਕੋ ਪੁੱਛੈ ਉਹਨ ਸਿੰਘਨ ਕਿਛ ਰਹਿਓ ਹੁਤੋ ਟੰਡ ਮੂਲ। ਦੇਖੋ ਕਹਿੰਦੇ ਹੁਣ ਜੇ ਕੋਈ ਸਿੰਘਾਂ ਨੂੰ ਪੁੱਛੇ ਭਾਈ ਦੇਖੋ ਤੁਸੀਂ ਤਾਂ ਗੁਰੂ ਮਹਾਰਾਜ ਤੇ ਕਿੰਨਾ ਭਰੋਸਾ ਰੱਖਿਆ, ਪਰ ਗੁਰੂ ਮਹਾਰਾਜ ਨੇ ਦੇਖੋ ਤੁਹਾਡੀ ਕੁਲ ਵਿੱਚ ਕੋਈ ਬਚਾਇਆ ਵੀ ਆ ਕਿ ਨਹੀਂ ਬਚਾਇਆ। ਕਿ ਜਿਹੜਾ ਹੈ ਉਹਨਾਂ ਨੇ ਸੋਚਿਆ ਸੀ ਨਾ ਵੀ ਇਹ ਜਿਹੜੀ ਹਨ ਇਹਨਾਂ ਦੀ ਕੁੱਲ ਖਤਮ ਕਰਨੀ ਹੈ, ਤੁਰਕਾਂ ਨੇ ਇਹ ਮਨਸੂਬਾ ਕੀਤਾ ਸੀਗਾ, ਉਹ ਜਿਹੜੇ ਹਨ ਸਜਾਦੇ ਪਿੰਡ ਵਾਲਿਆਂ ਨੇ ਕੀਤਾ ਸੀ ਕਿ ਉਹ ਪੂਰਾ ਹੋ ਗਿਆ। ਸੱਚਮੁੱਚ ਕੇ ਸਿੰਘਾਂ ਦੇ ਸਾਰੇ ਮਾਰੇ ਗਏ, ਕੋਈ ਵੀ ਉਹਨਾਂ ਦੀ ਬਲੱਡ ਲਾਈਨ ਦੇ ਵਿੱਚੋਂ ਜਾਂ ਉਹਨਾਂ ਦੀ ਕੁਲ ਵਿੱਚ ਕੋਈ ਬਚਿਆ ਕਿ ਨਹੀਂ ਬਚਿਆ। ਜੇ ਕੋਈ ਐਸਾ ਪੁੱਛਦਾ ਹੈ ਤਾਂ ਰਾਜ ਲੱਭਿਓ ਕਹਿ ਭੂਮ ਲੱਭੇ ਸੋ ਬਤਾਉ ਸੂਲ। ਦੇਖੋ ਕਹਿੰਦੇ ਰਾਜ ਉਹਨਾਂ ਨੂੰ ਮਿਲਿਆ, ਉਹ ਪਰਿਵਾਰ ਵਾਲਿਆਂ ਨੂੰ ਕਹਿੰਦੇ ਰਾਜ ਲੱਭਿਆ, ਕਹਿੰਦੇ ਉਹਨਾਂ ਨੂੰ ਰਾਜ ਮਿਲ ਗਿਆ ਫਿਰ, ਜਾਂ ਉਹਨਾਂ ਨੂੰ ਕੋਈ ਵੱਡੀ ਧਰਤੀ ਮਿਲੀ ਉਸ ਤੋਂ ਬਾਅਦ ਕੁਰਬਾਨੀਆਂ ਦੇਣ ਤੋਂ ਬਾਅਦ। ਕਹਿੰਦੇ ਸੋ ਬਤਾਓ ਸੂਲ, ਕਹਿੰਦੇ ਉਹੀ ਮੈਂ ਗੱਲ ਤੁਹਾਨੂੰ ਹੁਣ ਦੱਸਦਾ ਹਾਂ ਅੱਗੇ। ਚੌਪੇ ਬਚਿਓ ਏਕ ਸਾਹਿਬ ਸਿੰਘ ਨਾਮ। ਦੇਖੋ ਉਹੀ ਕੁਲ ਦੇ ਵਿੱਚੋਂ ਉਹ ਸਿੰਘਾਂ ਦਾ ਜਿਹੜਾ ਇੱਕ ਬੱਚਾ ਸੀਗਾ ਜਿਹਦਾ ਨਾਂ ਸੀ ਸਾਹਿਬ ਸਿੰਘ, ਤੇ ਇਹ ਸਾਹਿਬ ਸਿੰਘ ਜਿਹੜਾ ਸੀਗਾ ਕਿਤ ਗਇਓ ਹੁਤੋ ਥੋ ਔਰ ਗ੍ਰਾਮ। ਜਿੱਦਣ ਇਹ ਹਮਲਾ ਹੋਇਆ ਘੇਰਾ ਪਿਆ, ਇਹ ਸਾਹਿਬ ਸਿੰਘ ਕਿਤੇ ਬਾਹਰ ਗਿਆ ਹੋਇਆ ਸੀ ਕੋਈ ਹੋਰ ਰਿਸ਼ਤੇਦਾਰ ਦੇ ਘਰੇ, ਤੇ ਕਿਤੇ ਹੋਰ ਪਿੰਡ ਵਿੱਚ ਗਿਆ ਹੋਇਆ ਸੀਗਾ। ਸ੍ਰੀ ਅੰਮ੍ਰਿਤਸਰ ਕੀ ਲੱਭੀ ਉਨਕਾਰ। ਦੇਖੋ ਕਹਿੰਦੇ ਉਹ ਜਿਹੜਾ ਸਾਹਿਬ ਸਿੰਘ ਸੀਗਾ ਕਹਿੰਦੇ ਜਦੋਂ ਉਹਨੂੰ ਪਤਾ ਲੱਗਿਆ ਵੀ ਸਾਡੇ ਪਿੰਡ ਵਿੱਚ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ ਤਾਂ ਕਹਿਣ ਲੱਗੇ ਉਹਨਾਂ ਨੇ ਕੀ ਕੀਤਾ, ਇਹ ਸਾਹਿਬ ਸਿੰਘ ਨੂੰ ਫਿਰ ਸਿੱਖਾਂ ਨੇ ਜਿਹੜਾ ਹਨ ਲੈ ਕਰਕੇ ਇਸ ਨੂੰ ਸ੍ਰੀ ਅੰਮ੍ਰਿਤਸਰ ਲੈ ਕੇ ਗਏ, ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਉੱਥੇ ਗਏ ਲੈ ਕੇ ਜੀ ਇਹਨਾਂ ਨੂੰ। ਭਏ ਅਰਦਾਸੀਏ ਸੱਚੇ ਦਰਬਾਰ। ਦੇਖੋ ਕਹਿੰਦੇ ਉੱਥੇ ਇਹਦਾ ਬਹੁਤ ਸਨਮਾਨ ਕੀਤਾ, ਸਰਪਾਉ ਦਿੱਤੇ ਕਿ ਤੁਹਾਡੇ ਪਰਿਵਾਰਾਂ ਨੇ ਸ਼ਹੀਦੀਆਂ ਪਾਈਆਂ ਹੈ, ਤੇ ਉਹ ਜਿਹੜਾ ਹਨ ਇਹਨਾਂ ਨੂੰ ਸਨਮਾਨ ਦਿੱਤਾ ਪੰਥ ਨੇ, ਤੇ ਪੰਥ ਨੇ ਸਨਮਾਨ ਕੀ ਦਿੱਤਾ, ਸਾਹਿਬ ਸਿੰਘ ਨੂੰ ਬਣਾਤਾ ਸ੍ਰੀ ਹਰਮੰਦਰ ਸਾਹਿਬ ਦਾ ਅਰਦਾਸੀਆ ਸਿੰਘ, ਜਿਹੜਾ ਅਰਦਾਸ ਕਰਦਾ ਹੈ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ। ਕਹਿੰਦੇ ਉਹ ਹਰਮੰਦਰ ਸਾਹਿਬ ਦਾ ਅਰਦਾਸੀਆ ਇਸ ਸਾਹਿਬ ਸਿੰਘ ਨੂੰ ਜਿਹੜਾ ਬਣਾ ਦਿੱਤਾ ਜੀ, ਸਿੱਖਾਂ ਨੇ ਮਾਣ ਦਿੱਤਾ ਉਹਨਾਂ ਰੰਧਾਵਿਆਂ ਸਿੱਖਾਂ ਦੀ ਕੁਰਬਾਨੀ ਕਰਕੇ। ਉਹਨ ਇਜੈ ਵਿਜੈ ਕੀ ਪਦਵੀ ਪਾਈ। ਦੇਖੋ ਕਹਿੰਦੇ ਜਿੱਥੇ ਕੋਈ ਦੁਨੀਆ ਦੇ ਰਾਜ ਵਾਸਤੇ ਧੋਖਾ ਦਗਾ ਕੀਤਾ ਨਾ, ਸਿੰਘਾਂ ਨੂੰ ਮਰਵਾਇਆ, ਤੇ ਅੱਗੋਂ ਸਿੰਘਾਂ ਨੂੰ ਜਿਹੜਾ ਹਨ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਸਾਹਿਬ ਸਿੰਘ ਨੂੰ ਕੀ ਮਿਲਿਆ, ਕਹਿੰਦੇ ਉਹਨਾਂ ਦੀ ਜਿਹੜਾ ਹਨ ਇਜੈ ਤੇ ਵਿਜੈ, ਕਹਿਣ ਲੱਗੇ ਉਹਨਾਂ ਨੇ ਆਪਣਾ ਜਿਹੜਾ ਐਸੀ ਵਿਜੈ ਪਾਈ, ਕਹਿੰਦੇ ਐਸੀ ਪਦਵੀ ਪਾਈ, ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਦਰਬਾਰ ਦਾ ਖਾਸ ਸੇਵਾਦਾਰ ਬਣਾ ਲਿਆ, ਤੇ ਉਹਨਾਂ ਨੂੰ ਆਪਣੇ ਕੋਲ ਰੱਖ ਕੇ ਅਰਦਾਸੀਆ ਸਿੰਘ ਬਣਾਇਆ, ਜਿਹਦੀ ਗੱਲ ਜਿਹੜੀ ਹਨ ਜਿਹੜੀ ਸੰਗਤ ਦੀ ਗੱਲ ਗੁਰੂ ਰਾਮਦਾਸ ਜੀ ਨੂੰ ਦੱਸਦੇ ਨੇ, ਜਿਹੜੇ ਬਚਨ ਨੂੰ ਗੁਰੂ ਰਾਮਦਾਸ ਜੀ ਆਪ ਸੁਣਦੇ ਨੇ, ਕਹਿੰਦੇ ਉਹ ਪਦਵੀ ਸਾਹਿਬ ਸਿੰਘ ਨੂੰ ਦਿੱਤੀ। ਸਾਹਪਤ ਸਾਹੇ ਉਹਨ ਚਰਨ ਸੁਹਾਏ। ਇਸ ਕਰਕੇ ਕਹਿੰਦੇ ਦੇਖੋ ਇੱਕ ਤਾਂ ਹੁੰਦਾ ਹੈ ਨਾ ਰਾਜਾ, ਰਾਜੇ ਦੇ ਕਦਮਾਂ ਤੇ ਉਹਦੀ ਰਈਅਤ ਹੁੰਦੀ ਹੈ, ਪਰ ਕਹਿੰਦੇ ਸ਼ਾਹੇ ਪਾਤਸ਼ਾਹ ਕਹਿਣਗੇ ਜਿੰਨੇ ਵੀ ਸ਼ਾਹ ਹੁੰਦੇ ਸਨ ਧਨੀ ਤੋਂ ਧਨੀ ਬੰਦੇ, ਜਿਹਦੇ ਕਦਮਾਂ ਤੇ ਦੁਨੀਆ ਡਿੱਗਦੀ ਹੈ, ਉਹ ਰਾਜੇ ਜਿਨ੍ਹਾਂ ਦੇ ਕਦਮਾਂ ਤੇ ਲੋਕ ਮੱਥਾ ਟੇਕਦੇ ਨੇ, ਕਹਿੰਦੇ ਉਹ ਜਿਹੜੇ ਹਨ ਸ਼ਾਹ ਤੇ ਪਾਤਸ਼ਾਹ, ਉਹ ਦੋਨੋਂ ਆ ਕੇ ਸਾਹਿਬ ਸਿੰਘ ਦੇ ਚਰਨੀ ਪੈਂਦੇ ਨੇ, ਉਹਨੂੰ ਆ ਕੇ ਮੱਥਾ ਟੇਕਦੇ ਨੇ ਵੀ ਕਿਰਪਾ ਕਰੋ ਭਾਈ ਸਾਡੀ ਅਰਦਾਸ ਸੁਣਾ ਦਿਓ ਗੁਰੂ ਰਾਮਦਾਸ ਜੀ ਨੂੰ, ਸਾਨੂੰ ਇਹ ਲੋੜ ਹੈ ਉਹ ਲੋੜ ਹੈ। ਦੇਖੋ ਜਿਹੜੇ ਦੁਨੀਆ ਦੇ ਵਿੱਚ ਲੋਕਾਂ ਨੇ ਉਹ ਜਿਹੜਾ ਜਿਵੇਂ ਸ਼ਰਧ ਜਿਹੜਾ ਹਨ ਇਹ ਪਿੰਡ ਵਾਲਿਆਂ ਨੇ
ਧੋਖਾ ਕੀਤਾ ਥੋੜੀ ਜਿਹੀ ਜ਼ਮੀਨ ਲੈਣ ਵਾਸਤੇ। ਦੇਖੋ ਗੁਰੂ ਮਹਾਰਾਜ ਨੇ ਕਿੰਨਾ ਮਾਣ ਦਿੱਤਾ ਉਹਨਾਂ ਦੀ ਕੁੱਲ ਨੂੰ, ਤੇ ਸਾਹਿਬ ਸਿੰਘ ਦੇ ਕਦਮਾਂ ਦੇ ਉੱਤੇ ਸ਼ਾਹ ਤੇ ਪਾਤਸ਼ਾਹ ਵੀ ਆ ਕੇ ਡਿੱਗਦੇ ਨੇ, ਕਦਮਾਂ ਤੇ ਡਿੱਗ ਕੇ ਤਰਲੇ ਕਰਦੇ ਨੇ ਉਹਨਾਂ ਦੇ ਵੀ ਸਾਡੀ ਗੱਲ ਗੁਰੂ ਰਾਮਦਾਸ ਦੇ ਅੱਗੇ ਪਹੁੰਚਾ ਦਿਓ ਜੀ, ਦੱਸ ਦਿਓ, ਅਰਦਾਸ ਕਰ ਦਿਓ ਸਾਡੀ ਵੀ ਤੁਸੀਂ। ਦੇਖੋ ਕਿੰਨਾ ਮਾਣ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਉਨ ਪੈ ਕਿਰਪਾ ਇਮ ਸਿਰੇ ਗੁਰ ਭਈ। ਦੇਖੋ ਕਹਿੰਦੇ ਉਹਨਾਂ ਤੇ ਐਸੀ ਕਿਰਪਾ ਹੋਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਉਹ ਰਾਜ ਭੂਮੋ ਅਧਿਕਾਈ ਤਲਈ। ਕਹਿਣ ਲੱਗੇ ਉਹਨਾਂ ਨੂੰ ਉਹ ਰਾਜ ਦਿੱਤਾ, ਉਹ ਭੂਮ ਦਿੱਤਾ ਅਧਿਕਾਈ ਲਈ, ਸਮਾਂ ਪਾ ਕੇ ਸਾਹਿਬ ਸਿੰਘ ਦੀਆਂ ਜਿਹੜੀਆਂ ਕੁੱਲਾਂ ਦੇ ਵਿੱਚੋਂ। ਤੇ ਫਿਰ ਜਦੋਂ ਅੱਗੇ ਉਹਨਾਂ ਦੇ ਬੱਚੇ ਤੇ ਫਿਰ ਪੋਤਰੇ ਜਿਹੜਾ ਪੜਪੋਤਰੇ ਹੋਏ, ਕਹਿੰਦੇ ਉਹਨਾਂ ਨੇ ਫਿਰ ਵਾਪਸ ਆਪਣੀ ਜ਼ਮੀਨ ਜਾ ਕੇ ਲਈ, ਤੇ ਉਹਨਾਂ ਤੋਂ ਜਿਨ੍ਹਾਂ ਨੇ ਧੋਖਾ ਕੀਤਾ ਸੀ ਨਾ ਉਹਨਾਂ ਤੋਂ ਵਾਪਸ ਲਈ ਸਾਰੀ ਜ਼ਮੀਨ ਲੈ ਕੇ ਫਿਰ ਆਪਣੇ ਕੁਲ ਦੇ ਅਸਥਾਨ ਦੇ ਵਿੱਚ ਉਹਨਾਂ ਨੇ ਪਿੰਡ ਵਸਾਉਣਾ ਕੀਤਾ। ਦੋਹਰਾ ਉਨ ਪੁੱਤਰ ਪੋਤਰੇ ਬਹੁ ਭਏ ਲੀ ਭੂਮ ਪੀ ਆਪਨ ਛਡਵਾਏ। ਦੇਖੋ ਉਹਨਾਂ ਦੇ ਫਿਰ ਅੱਗੇ ਸਾਹਿਬ ਸਿੰਘ ਦਾ ਪਰਿਵਾਰ ਬਹੁਤ ਵਧਿਆ ਤੇ ਕਹਿੰਦੇ ਉਹਨਾਂ ਨੇ ਆਪਣੀ ਜ਼ਮੀਨ ਵੀ ਲੈ ਲਈ, ਛਡਾ ਵੀ ਲਈ, ਤੇ ਪਿੰਡਾਂ ਦੇ ਪਿੰਡ ਜਿਹੜੇ ਹਨ ਉਹਨਾਂ ਨੇ ਆਪਣੇ ਵਸਾ ਲਏ ਜੀ। ਐਸਾ ਮਹਾਰਾਜ ਨੇ ਕਿਰਪਾ ਕੀਤੀ। ਦੇਖੋ ਨਾ ਸਾਹਿਬ ਸਿੰਘ ਅਰਦਾਸੀਆ ਬਣਿਆ, ਸ਼ਾਹ ਪਾਤਸ਼ਾਹ ਉਹਨਾਂ ਦੇ ਕਦਮਾਂ ਤੇ ਡਿੱਗਦੇ ਰਹੇ, ਫਿਰ ਸਾਹਿਬ ਸਿੰਘ ਨੇ ਵੀ ਉਹਨਾਂ ਤੋਂ ਫਿਰ ਉਹ ਕੰਮ ਕਰਾਏ ਵੀ ਜਿਹੜੇ ਬੰਦਿਆਂ ਨੇ ਧੋਖਾ ਕੀਤਾ ਸਿੱਖਾਂ ਨਾਲ ਉਹ ਜ਼ਮੀਨਾਂ ਛਡਵਾਈਆਂ, ਤੇ ਉਹ ਫਿਰ ਜਿਹੜਾ ਹਨ ਗਾਂ ਉਹਨਾਂ ਦੇ ਪੋਤੇ ਪੋਤਰੇ ਉੱਥੇ ਰਹਿੰਦੇ ਰਹੇ। ਬਦਲੇ ਲਏ ਦੁਸ਼ਮਨੋਂ ਤੇ ਖਾਲਸੇ ਕੇ ਬਲ ਪਾਏ। ਦੇਖੋ ਕਹਿੰਦੇ ਫਿਰ ਇਹ ਦੁਸ਼ਟ ਜਿਹੜੇ ਸਨ, ਕਹਿੰਦੇ ਫਿਰ ਖਾਲਸੇ ਨੇ ਵੀ ਉਹ ਛੱਡੇ ਨਹੀਂ ਸਹੀ, ਜਿਨ੍ਹਾਂ ਨੇ ਮੁਖਬਰੀ ਕੀਤੀ, ਜਿਨ੍ਹਾਂ ਨੇ ਜਾ ਕੇ ਸਪਾਈ ਕੀਤਾ, ਜਿਨ੍ਹਾਂ ਨੇ ਸਿੰਘਾਂ ਨੂੰ ਮਰਵਾਇਆ, ਤੇ ਉਹਨਾਂ ਨੂੰ ਗਿਣ ਕੇ ਫਿਰ ਖਾਲਸੇ ਨੇ ਵੀ ਮਾਰਨਾ ਕੀਤਾ, ਉਹਨਾਂ ਤੋਂ ਬਦਲੇ ਲੈਣਾ ਕੀਤੇ, ਆਪਣਾ ਹੱਕ ਲਿਆ। ਤੇ ਕਹਿੰਦੇ ਖਾਲਸੇ ਕੇ ਬਲ ਪਾਏ, ਜਦੋਂ ਖਾਲਸੇ ਦਾ ਬਲ ਪਿਆ ਤੇ ਫਿਰ ਉਹ ਦੁਸ਼ਟਾਂ ਨੂੰ ਸੋਧਣਾ ਕੀਤਾ ਖਾਲਸੇ ਨੇ। ਸੋ ਇਸੇ ਪ੍ਰਕਾਰ ਇਹ ਸਾਖੀ ਦੀ ਇੱਥੇ ਸਮਾਪਤੀ ਹੈ। ਇਸੇ ਪ੍ਰਕਾਰ ਸਿੰਘਾਂ ਨੇ ਜਿਹੜਾ ਕੁਰਬਾਨੀਆਂ ਕੀਤੀਆਂ ਸਿਰਫ ਆਪਣਾ ਸਿੱਖੀ ਸਰੂਪ ਬਚਾਉਣ ਵਾਸਤੇ, ਐਡੀ ਵੱਡੀ ਉਹਨਾਂ ਦੀ ਕੁਰਬਾਨੀ ਹੈ। ਤੇ ਜਿਹੜਾ ਹੈ ਤੇ ਅੱਜ ਜਿਹੜਾ ਹਨ ਸਮੇਂ ਦੇ ਵਿੱਚ ਆਪਾਂ ਨੂੰ ਸਿੱਖੀ ਸਰੂਪ ਰੱਖਣਾ ਬੜਾ ਔਖਾ ਹੋਇਆ ਪਿਆ ਹੈ। ਦੇਖੋ ਸਿੰਘਾਂ ਨੇ ਤਾਂ ਕਿਵੇਂ ਆਪਣੇ ਸਿੱਖੀ ਸਰੂਪ ਨੂੰ ਬਚਾਇਆ, ਆਪਣੀਆਂ ਸਾਰੇ ਪਰਿਵਾਰਾਂ ਦੀਆਂ ਉਹਨਾਂ ਨੇ ਕੁਰਬਾਨੀਆਂ ਵੀ ਕੀਤੀਆਂ। ਪਿੰਡ ਦੇ ਪਿੰਡ ਜਿਹੜੇ ਹਨ ਉੱਜੜ ਜਾਂਦੇ ਸਨ, ਪਰ ਸਿੰਘਾਂ ਨੇ ਆਪਣਾ ਸਰੂਪ ਨਹੀਂ ਛੱਡਿਆ। ਤੇ ਦੂਸਰੀ ਗੱਲ, ਉਹਨਾਂ ਨੇ ਗੁਰੂ ਮਹਾਰਾਜ ਦੇ ਬਚਨਾਂ ਤੇ ਭਰੋਸਾ ਰੱਖਣਾ। ਇਹ ਤਾਂ ਇਹ ਸਿੰਘਾਂ ਤੋਂ ਸਿੱਖਿਆ ਜਾਵੇ। ਮੌਤ ਦੇ ਜਿਹੜੇ ਹਨ ਨੋਕ ਦੇ ਸਾਹਮਣੇ ਖੜਿਆਂ ਵੀ ਗੁਰੂ ਮਹਾਰਾਜ ਦਾ ਭਰੋਸਾ ਥੋੜਾ ਬਹੁਤਾ ਵੀ ਘਟਦਾ ਨਹੀਂ, ਸਿੱਖਾਂ ਦੇ ਮਨਾਂ ਦੇ ਵਿੱਚ ਸਮਾਂ ਵੱਧਦਾ ਹੈ। ਸੋ ਇਸੇ ਪ੍ਰਕਾਰ ਇਹ ਸਿੱਖੀ ਹੈ, ਬਹੁਤ ਮਹਿੰਗੀ ਹੈ, ਤੇ ਆਪਾਂ ਨੂੰ ਇਹ ਸਿੱਖੀ ਸੰਭਾਲ ਕੇ ਰੱਖਣੀ ਚਾਹੀਦੀ ਹੈ। ਮਹਾਰਾਜ ਜੀ ਕਿਰਪਾ ਕਰਨ। ਉਨ ਪੁੱਤਰ ਪੋਤਰੇ ਬਹੁ ਭਏ ਲੀ ਭੂਮ ਪੀ ਆਪਨ ਛਡਵਾਏ। ਬਦਲੇ ਲਏ ਦੁਸ਼ਮਨੋਂ ਤੇ ਖਾਲਸੇ ਕੇ ਬਲ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪੌੜੀ ਨਿਰਾਧਾਰ ਨਿਰੰਕਾਰ ਨਾ ਅਲਖ ਲਖਾਇਆ। ਹੋਆ ਏਕੰਕਾਰ ਆਪ ਉਪਾਇਆ। ਓੰਕਾਰ ਆਕਾਰ ਚਲਿਤ ਰਚਾਇਆ। ਸਚ ਨਾਉ ਕਰਤਾਰ ਬਿਰਦ ਸਦਾਇਆ। ਸੱਚਾ ਪਰਵਤਗਾਰ ਤ੍ਰੈ ਗੁਣ ਮਾਇਆ। ਸਿਰਠੀ ਸਿਰਜਣਹਾਰ ਲੇਖ ਲਿਖਾਇਆ। ਸਭ ਸੈ ਦੇ ਆਧਾਰ ਨਾ ਤੋਲ ਤੁਲਾਇਆ। ਲਿਖਿਆ ਥਿਤ ਨਾ ਵਾਰ ਨਾ ਮਾਹ ਜਣਾਇਆ। ਵੇਦ ਕਤੇਬ ਵਿਚਾਰ ਨਾ ਆਖ ਸੁਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪੌੜੀ ਨਿਰਾਧਾਰ ਨਿਰੰਕਾਰ ਨਾ ਅਲਖ ਲਖਾਇਆ। ਵਾਰ 22ਵੀਂ ਪੌੜੀ ਪਹਿਲੀ। ਵਾਰਾਂ ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ 22ਵੀਂ ਵਾਰ ਦੇ ਵਿੱਚ ਮੰਗਲ ਰੂਪ ਦੇ ਵਿੱਚ ਪਹਿਲੀ ਪੌੜੀ ਦੇ ਵਿੱਚ ਇਹ ਸਾਰੀ ਹੀ ਸ੍ਰਿਸ਼ਟੀ ਦੀ ਰਚਨਾ ਤੇ ਪਰਮਾਤਮਾ ਸੱਚੇ ਪਾਤਸ਼ਾਹ ਜੀ ਆਪ ਜਿਵੇਂ ਇਹ ਸ੍ਰਿਸ਼ਟੀ ਦੀ ਰਚਨਾ ਨੂੰ ਕਰਦੇ ਹਨ, ਕਿਸ ਤਰ੍ਹਾਂ ਇਹ ਰਚਨਾ ਨੂੰ ਕਰਕੇ ਫਿਰ ਆਪ ਵਿੱਚ ਆਪਣੀ ਆਤਮਾ ਰੂਪ ਕਰਕੇ ਵਸਦੇ ਹਨ। ਤੇ ਇਹ ਪਰਮਾਤਮਾ ਦੀ ਰਚਨਾ ਦਾ ਕਾਰਨ ਕੀ ਹੈ, ਇਸ ਰਚਨਾ ਨੂੰ ਪਰਮਾਤਮਾ ਨੇ ਕਿਵੇਂ ਬਣਾਇਆ ਹੈ ਤੇ ਕਿਵੇਂ ਇਸ ਦਾ ਜਿਹੜਾ ਹੈ ਆਧਾਰ ਬਣ ਕੇ ਆਪ ਹੀ ਇਸ ਸੰਸਾਰ ਨੂੰ ਆਸਰਾ ਦੇਣ ਵਾਲੇ ਹਨ। ਤੇ ਫਿਰ ਇਸ ਸੰਸਾਰ ਨੂੰ ਚਲਾਉਣ ਵਾਸਤੇ ਅਤੇ ਮਨੁੱਖਾਂ ਦੇ ਕਰਮਾਂ ਨੂੰ ਭੁਗਤਾਉਣ ਵਾਸਤੇ, ਕਰਮਾਂ ਦਾ ਨਿਬੇੜਾ ਕਰਨ ਵਾਸਤੇ ਪਰਮਾਤਮਾ ਕਿਸ ਤਰ੍ਹਾਂ ਜਿਹੜਾ ਹੈ ਇਹ ਸਾਰੇ ਦਾ ਸਾਰਾ ਢਾਂਚਾ ਬਣਾਇਆ ਹੈ।
ਤੇ ਇਸ ਦੀ ਜਿਹੜੀ ਹਨ ਨਿਰਣਾ ਪ੍ਰਤੀ ਜਿਹੜਾ ਹਨ ਨਿਰਣਾ ਕਰਦੇ ਹਨ ਭਾਈ ਗੁਰਦਾਸ ਜੀ ਕਿ ਇਹ ਸਾਰੇ ਸੰਸਾਰ ਦਾ ਜਿਹੜਾ ਹਨ ਮਤਲਬ ਕੀ ਹੈ ਤੇ ਇਸ ਦੇ ਵਿੱਚ ਜਿਹੜਾ ਹਨ ਪਰਮਾਤਮਾ ਦਾ ਵਾਸਾ ਤੇ ਉਸ ਦਾ ਹੁਕਮ ਦੀ ਜਿਹੜਾ ਹਨ ਕਿਵੇਂ ਇਹ ਹੁਕਮ ਚੱਲਦਾ ਹੈ ਸੰਸਾਰ ਦੇ ਵਿੱਚ। ਇਸ ਤਰ੍ਹਾਂ ਕਰਕੇ ਭਾਈ ਗੁਰਦਾਸ ਜੀ ਬੜੇ ਹੀ ਵਿਸਥਾਰ ਦੇ ਨਾਲ ਬੜੇ ਸੰਕੋਚ ਜਿਹੜੇ ਹਨ ਸ਼ਬਦਾਂ ਦੇ ਵਿੱਚ ਸਾਰਾ ਹੀ ਗਿਆਨ ਆਪਾਂ ਨੂੰ ਦਿੰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਇੱਕ ਜੋ ਅਦਵੈਤ ਰੂਪ ਪਰਮਾਤਮਾ ਹੈ ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਪੌੜੀ ਨਿਰਾਧਾਰ ਨਿਰੰਕਾਰ ਨਾ ਅਲਖ ਲਖਾਇਆ। ਹੁਣ ਪਰਮਾਤਮਾ ਦੇ ਜਿਹੜੇ ਮੁੱਢਲੇ ਜੋ ਪਰਮਾਤਮਾ ਦੇ ਗੁਣ ਹਨ, ਸੋ ਉਹ ਪਰਮਾਤਮਾ ਦੇ ਜਿਹੜੇ ਮੁੱਢਲੇ ਜਾਂ ਜਿਹੜੇ ਹਨ ਬਹੁ ਜਿਹੜੇ ਐਟਰੀਬਿਊਟਸ ਹਨ ਪਰਮਾਤਮਾ ਦੇ, ਉਹ ਭਾਈ ਗੁਰਦਾਸ ਜੀ ਇੱਥੇ ਦੱਸਦੇ ਹਨ। ਪਹਿਲਾ ਜਿਹੜਾ ਹੈ ਨਿਰਾਧਾਰ, ਕਹਿੰਦੇ ਉਹ ਪਰਮਾਤਮਾ ਜਿਹੜਾ ਹੈ ਕਿਸੇ ਦੇ ਆਸਰੇ ਹੈ ਨਹੀਂ ਹੁੰਦਾ, ਕਹਿੰਦੇ ਉਹਨੂੰ ਕਿਸੇ ਦੀ ਸਪੋਰਟ ਦੀ ਲੋੜ ਨਹੀਂ ਹੈ, ਉਹ ਨਿਰਾਧਾਰ ਹੈ। ਉਹ ਜਿਹੜਾ ਸਾਰਿਆਂ ਦਾ ਆਸਰਾ ਜ਼ਰੂਰ ਹੈ ਪਰ ਉਹਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ। ਸੋ ਉਹ ਕਿਸੇ ਦੇ ਆਸਰੇ ਤੇ ਨਾ ਤਾਂ ਕੁਝ ਕਰਦਾ ਹੈ ਨਾ ਉਹਨੂੰ ਕਰਨ ਦੀ ਲੋੜ ਹੈ, ਕਿਉਂਕਿ ਉਹ ਕਿਸੇ ਦੀ ਮੁਹਤਾਜਗੀ ਨਹੀਂ ਕਰਦਾ, ਉਹ ਆਪ ਇੰਡੀਪੈਂਡੈਂਟ ਹੈ। ਉਹ ਜਿਸ ਤਰ੍ਹਾਂ ਵੀ ਹੈ ਉਹ ਆਪਣਾ ਆਪ ਦੇ ਵਿੱਚ ਆਪ ਹੀ ਹੈ, ਸੋ ਉਸਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ। ਦੂਸਰਾ ਨਿਰੰਕਾਰ, ਕਹਿੰਦੇ ਉਹ ਆਕਾਰ ਤੋਂ ਬਗੈਰ ਹੈ, ਉਹਨੂੰ ਕੋਈ ਫਿਜ਼ੀਕਲ ਫਾਰਮ ਦੀ ਲੋੜ ਨਹੀਂ ਹੈ, ਉਹ ਬਿਨਾਂ ਫਿਜ਼ੀਕਲ ਫਾਰਮ ਦੇ ਜਾਂ ਉਹ ਆਕਾਰ ਤੋਂ ਬਗੈਰ ਹੀ ਜਿਹੜਾ ਹਨ ਸਾਰਿਆਂ ਦੇ ਵਿੱਚ ਆਕਾਰ ਰੂਪ ਹੋ ਕੇ ਪ੍ਰਗਟ ਰੂਪ ਦੇ ਵਿੱਚ ਹੈ। ਉਹ ਸਾਰਿਆਂ ਦਾ ਆਕਾਰ ਜ਼ਰੂਰ ਹੈ ਪਰ ਉਹ ਆਪ ਨਿਰੰਕਾਰ ਹੈ, ਉਹਦਾ ਆਪਣਾ ਸਰੂਪ, ਆਪਣਾ ਆਕਾਰ, ਆਪਣਾ ਫਿਜ਼ੀਕਲ ਫਾਰਮ ਕੋਈ ਨਹੀਂ ਹੈਗਾ। ਨਾ ਅਲਖ ਲਖਾਇਆ, ਕਹਿੰਦੇ ਅਲਖ ਉਹ ਅਲਖ ਰੂਪ ਹੈ, ਕਹਿੰਦੇ ਨਾ, ਕਹਿੰਦੇ ਅਲਖ ਲਖਾਇਆ, ਕਹਿੰਦੇ ਉਹ ਆਪਣਾ ਆਪ ਦੇ ਵਿੱਚ ਅਲਖ ਹੈ, ਨਹੀਂ ਲਿਖਿਆ ਜਾਂਦਾ, ਨਹੀਂ ਜਾਣਿਆ ਜਾਂਦਾ, ਨਹੀਂ ਉਹਨੂੰ ਕੋਈ ਡਿਸਕ੍ਰਾਈਬ ਕਰ ਸਕਦਾ। ਉਹ ਪਰਮਾਤਮਾ ਐਸਾ ਹੈ, ਕਹਿੰਦੇ ਉਸਨੇ ਇਸ ਸੰਸਾਰ ਵਿੱਚ ਆਪ ਇਸ ਧਰਤੀ ਨੂੰ ਬਣਾ ਕਰਕੇ ਆਪਣੇ ਆਪ ਦੇ ਸਰੂਪ ਨੂੰ ਲਿਖਾਇਆ ਹੈ, ਦਿਖਾਇਆ ਹੈ। ਦੇਖੋ ਹੁਣ ਜਿਹੜਾ ਪਰਮਾਤਮਾ ਨਿਰਾਧਾਰ ਹੈ, ਜਿਹੜਾ ਨਿਰੰਕਾਰ ਹੈ, ਜਿਹਦਾ ਕੋਈ ਆਕਾਰ ਨਹੀਂ, ਜਿਹੜਾ ਅਲਖ ਹੈ, ਨਹੀਂ ਲਿਖਿਆ ਜਾਂਦਾ, ਕਹਿੰਦੇ ਉਹਨੇ ਆਪਣੇ ਆਪ ਨੂੰ ਲਿਖਾ ਦਿੱਤਾ ਹੈ ਇਸ ਸੰਸਾਰ ਨੂੰ ਬਣਾ ਕਰਕੇ। ਜਿਸ ਤਰ੍ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪ ਪਰਮੇਸ਼ਰ ਰੂਪ, ਆਪ ਉਹ ਨਿਰੰਕਾਰ ਰੂਪ, ਆਪ ਧਰਤੀ ਤੇ ਗੁਰੂ ਨਾਨਕ ਹੋ ਕੇ ਜਿਵੇਂ ਪ੍ਰਗਟ ਹੋਏ ਹਨ, ਕਹਿੰਦੇ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਰੂਪ ਹੋ ਕੇ ਲਿਖਾਇਆ ਹੈ। ਹੋਆ ਏਕ ਓੰਕਾਰ ਆਪ ਉਪਾਇਆ। ਦੇਖੇ ਹੋਆ ਉਹ ਹੋਇਆ, ਕਹਿੰਦੇ ਪਹਿਲਾਂ ਤਾਂ ਨਿਰੰਕਾਰ ਸੀਗਾ, ਕੋਈ ਆਕਾਰ ਨਹੀਂ, ਜਿਵੇਂ ਆਪਾਂ ਕਹਿੰਦੇ ਇੱਕ ਓੰਕਾਰ ਹੈ, ਕਹਿੰਦੇ ਇੱਕ ਵੀ ਨਹੀਂ ਸੀ, ਕਿਉਂਕਿ ਉਹ ਤਾਂ ਗਿਣਤੀ ਤੋਂ ਵੀ ਪਰੇ ਸੀਗਾ ਨਾ, ਉਹ ਨਿਰੰਕਾਰ ਰੂਪ ਹੈ। ਗਿਣਤੀ ਤਾਂ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸੰਸਾਰ ਬਣਦਾ ਹੈ। ਕਹਿੰਦੇ ਹੋਆ, ਜਦੋਂ ਪਰਮਾਤਮਾ ਨੇ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਤਾਂ ਏਕ ਓੰਕਾਰ, ਉਹਨੇ ਆਪਣੇ ਆਪ ਨੂੰ ਏਕ ਓੰਕਾਰ ਅਖਵਾਇਆ, ਕਿਉਂਕਿ ਏਕਾ ਉਹਨੇ ਲਾ ਦਿੱਤਾ, ਉਹ ਇੱਕ ਰੂਪ ਹੋ ਕੇ ਆਇਆ। ਕਹਿੰਦੇ ਉਹ ਇੱਕ ਰੂਪ ਹੋ ਕੇ ਉਸਨੇ ਸੰਸਾਰ ਨੂੰ ਬਣਾਇਆ, ਇੱਕ ਸਰੂਪ ਹੋ ਕੇ ਸੰਸਾਰ ਦੀ ਵਰਤਨਾ ਵਰਤੀ, ਇੱਕ ਸਰੂਪ ਹੋ ਕੇ ਹੀ ਉਹ ਵਰਤ ਰਿਹਾ ਹੈ, ਇੱਕ ਦਾ ਸਰੂਪ ਦੇ ਵਿੱਚ ਹੀ ਉਹ ਲੀਨ ਹੈ ਤੇ ਇੱਕੋ ਇੱਕ ਹੀ ਰਹੇਗਾ ਜਦੋਂ ਤੱਕ ਸੰਸਾਰ ਰਹੇਗਾ। ਕਹਿੰਦੇ ਇੱਕ ਓੰਕਾਰ ਜਿਹੜਾ ਹੈ ਆਪ ਉਪਾਇਆ, ਉਹਨੇ ਆਪਣੇ ਆਪ ਨੂੰ ਇੱਕ ਦੀ ਗਿਣਤੀ ਵਿੱਚ ਉਪਾ ਦਿੱਤਾ, ਪ੍ਰਗਟ ਕਰ ਦਿੱਤਾ ਪ੍ਰਮਾਤਮਾ ਨੇ। ਓੰਕਾਰ ਆਕਾਰ ਚਲਿਤ ਰਚਾਇਆ। ਫਿਰ ਉਸਨੇ ਜਿਹੜਾ ਹਨ ਓੰਕਾਰ, ਇੱਕ ਓੰਕਾਰ ਤੋਂ ਬਾਅਦ ਉਹਨੇ ਓੰਕਾਰ ਦਾ ਜਿਹੜਾ ਆਪਣਾ ਆਕਾਰ ਬਣਾਇਆ। ਇਹ ਓੰਕਾਰ ਦੇ ਵਿੱਚ ਆਕਾਰ, ਮਕਾਰ ਤੇ ਓੰਕਾਰ, ਕਹਿੰਦੇ ਇਹ ਤਿੰਨ ਗੁਣ ਆ ਜਾਂਦੇ ਹਨ, ਜਿਵੇਂ ਬਣਾਉਣ ਵਾਲਾ ਤੇ ਪਾਲਣ ਵਾਲਾ ਤੇ ਖਤਮ ਕਰਨ ਵਾਲਾ। ਸੋ ਇਹ ਤਿੰਨ ਜਿਹੜੇ ਹਨ, ਕਹਿੰਦੇ ਓੰਕਾਰ ਦੇ ਸਰੂਪ ਦੇ ਵਿੱਚ ਉਹਨਾਂ ਨੇ ਆਪਣੇ ਸਰੂਪ ਨੂੰ ਜਿਹੜਾ ਈਸ਼ਵਰ ਰੂਪ ਬਣਾ ਕੇ ਇਹ ਤਿੰਨ ਜਿਹੜੇ ਹਨ ਗੁਣ ਜਿਹੜੇ ਹਨ, ਬਣਾਉਣਾ, ਪਾਲਣਾ ਤੇ ਖਤਮ ਕਰਨਾ।
ਸੋ ਇਹ ਜਿਹੜਾ ਓੰਕਾਰ ਕਰਕੇ ਉਹਨੇ ਆਪਣੇ ਆਕਾਰ ਨੂੰ ਪ੍ਰਗਟ ਕੀਤਾ, ਆਕਾਰ ਆਪਣਾ ਜਿਹੜਾ ਹੈ ਸੰਸਾਰ ਰੂਪੀ ਬਣਾਇਆ, ਕਹਿੰਦੇ ਚਲਤ ਰਚਾਇਆ। ਇਹਦੇ ਵਿੱਚ ਫਿਰ ਇੱਕ ਖੇਡ ਰਚਾ ਦਿੱਤੀ ਪਰਮਾਤਮਾ ਨੇ। ਉਹ ਖੇਡ ਦੇ ਵਿੱਚ ਜਿਹੜਾ ਹੈ ਪਰਮਾਤਮਾ ਨੇ ਆਪਣੇ ਆਪ ਨੂੰ ਹੀ ਉਪਾਇਆ, ਤੇ ਉਹ ਖੇਡ ਦੇ ਵਿੱਚ ਜਿਵੇਂ ਰਜੋ ਗੁਣ, ਸਤੋ ਗੁਣ ਤੇ ਤਮੋ ਗੁਣ ਹਨ, ਤੇ ਇਹਦੇ ਨਾਲ ਫਿਰ 3 ਦੇਵਤੇ ਵੀ ਜੁੜ ਜਾਂਦੇ ਆ, ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ। ਕਹਿੰਦੇ ਇਸੇ ਪ੍ਰਕਾਰ ਕਰਕੇ ਇਹ ਸਾਰੀ ਦਾ ਸਾਰਾ ਜਿਹੜਾ ਹੈ ਪਰਪੰਚ, ਇਹ ਸੰਸਾਰ ਜਿਹੜਾ ਹੈ ਪਰਮਾਤਮਾ ਨੇ ਆਪ ਬਣਾਇਆ। ਤੇ ਇਹਦੇ ਵਿੱਚ ਜਦੋਂ ਸੰਸਾਰ ਦੀ ਰਚਨਾ ਕੀਤੀ ਤਾਂ ਉਹਦੇ ਵਿੱਚ ਇਹ 3 ਗੁਣ ਪਾ ਦਿੱਤੇ, ਜਿਹਦੇ ਕਰਕੇ ਇੱਕ ਪ੍ਰੋਸੈਸ ਹੈ ਕਿ ਇਸ ਸੰਸਾਰ ਦੇ ਵਿੱਚ ਕੋਈ ਜੰਮਦਾ ਹੈ, ਪਲਦਾ ਹੈ ਤੇ ਫਿਰ ਮਰਦਾ ਹੈ। ਇਹ ਤਿੰਨਾਂ ਤੋਂ ਕੋਈ ਵੀ ਨਹੀਂ ਬਚਦਾ। ਇਹ 3 ਜਿਹੜਾ ਪ੍ਰੋਸੈਸ ਇਹ ਸਾਰਿਆਂ ਤੇ ਲਾਗੂ ਹੁੰਦਾ ਹੈ। ਕਹਿੰਦੇ ਐਸਾ ਚਲਤ ਖੇਡ ਨੂੰ ਰਚਾ ਦਿੱਤਾ ਪਰਮਾਤਮਾ ਨੇ। ਸੱਚ ਨਾਉ ਕਰਤਾਰ ਬਿਰਧ ਸਦਾਇਆ। ਹੁਣ ਦੇਖੋ ਮੁਕਤੀ ਦੇਣ ਵਾਸਤੇ, ਇਸ ਸੰਸਾਰ ਦੇ ਉਧਾਰ ਵਾਸਤੇ ਉਹ ਪਰਮਾਤਮਾ ਨੇ ਸਤਨਾਮ, ਸਤ ਦਾ ਨਾਮ, ਜਿੱਥੇ ਸੱਚ ਨਾਉ ਆਪਣਾ ਸੱਚਾ ਨਾਉ ਕਰਕੇ ਪ੍ਰਗਟ ਕੀਤਾ, ਸੱਚੇ ਨਾਉ ਦਾ ਹੁਕਮ ਵੀ ਕੀਤਾ। ਕਹਿੰਦੇ ਇਉਂ ਕਰਕੇ ਉਸ ਪਰਮਾਤਮਾ ਨੂੰ ਫਿਰ ਕਰਤਾਰ ਦੀ ਪਦਵੀ ਜਿਹੜਾ ਹਨ ਉਹਨਾਂ ਨੇ ਆਪਣੇ ਆਪ ਨੂੰ ਦਿੱਤੀ। ਉਹ ਆਪ ਇੱਕੋ ਇੱਕ ਕਰਤਾ, ਕ੍ਰੀਏਟਰ ਬਣ ਕੇ ਉਸਨੇ ਸੱਚ ਨਾਮ ਦਾ ਜਿਹੜਾ ਹਨ ਇਹ ਮੰਤਰ ਦਿੱਤਾ। ਇਹ ਮੰਤਰ ਸੱਚ ਨਾਮ ਦਾ ਦੇ ਕਰਕੇ ਜਿਹੜਾ ਹਨ ਜੀਵਾਂ ਦੇ ਉਧਾਰ ਵਾਸਤੇ, ਆਪਣੇ ਸਰੂਪ ਦੇ ਵਿੱਚ ਮਿਲਾਉਣ ਵਾਸਤੇ ਸਤ ਨਾਮ ਦਾ ਜਿਹੜਾ ਹਨ ਉਹਨਾਂ ਨੇ ਮੰਤਰ ਜਿਹੜਾ ਹਨ ਦ੍ਰਿੜ ਕਰਾਇਆ। ਤੇ ਇਹ ਸੱਚ ਨਾਮ ਜਾਂ ਸਤਨਾਮ ਜਿਵੇਂ ਆਪਾਂ ਉਚਾਰਦੇ ਹਾਂ, ਕਹਿੰਦੇ ਬਿਰਧ ਸਦਾਇਆ। ਕਹਿੰਦੇ ਉਹਨੇ ਆਪਣਾ ਬਿਰਧ ਜਿਹੜਾ ਸੀਗਾ ਆਪਣੇ ਜਿਹੜੇ ਹਨ ਭਗਤਾਂ ਦੇ ਵਾਸਤੇ, ਉਹਨਾਂ ਨੇ ਜਿਹੜਾ ਹਨ ਆਪਣਾ ਬਿਰਧ ਜਿਹੜਾ ਸੁਭਾਅ ਸੀਗਾ ਜਾਂ ਆਪਣੀ ਜਿਹੜੀ ਮਰਿਆਦਾ ਸੀਗੀ ਉਹ ਜਿਹੜੀ ਕਾਇਮ ਕੀਤੀ। ਤੇ ਇਹੀ ਮਰਿਆਦਾ ਦੇ ਵਿੱਚ ਪਰਮਾਤਮਾ ਨੇ ਆਪਣੇ ਆਪ ਨੂੰ ਸਤਨਾਮ ਅਖਵਾਉਣਾ ਕੀਤਾ, ਕਿਉਂਕਿ ਜਦੋਂ ਨਿਰੰਕਾਰ ਸੀਗਾ ਉਦੋਂ ਤਾਂ ਕੋਈ ਨਾਮ ਨਹੀਂ ਸੀਗਾ। ਜਦੋਂ ਉਹਨੇ ਸੰਸਾਰ ਦੀ ਰਚਨਾ ਕੀਤੀ, ਇੱਕ ਓੰਕਾਰ ਹੋਇਆ, ਇੱਕ ਦਾ ਸਰੂਪ ਧਾਰਨ ਕੀਤਾ, ਉਹ ਇੱਕ ਦਾ ਨਾਮ ਫਿਰ ਸਤਨਾਮ ਅਖਵਾਇਆ, ਜਿਹੜਾ ਇੱਕੋ ਇੱਕ ਕਰਤਾਰ ਹੈ, ਦ ਸੋਲ ਕ੍ਰੀਏਟਰ ਆਫ ਦ ਐਂਟਾਇਰ ਜਿਹੜਾ ਹਨ ਕ੍ਰੀਏਸ਼ਨ ਦਾ ਆਪਣੇ ਆਪ ਉਹਨਾਂ ਨੇ ਬਣਾਉਣਾ ਕੀਤਾ। ਸੱਚਾ ਪਰਵਰਦਗਾਰ ਤ੍ਰੈ ਗੁਣ ਮਾਇਆ। ਦੇਖੋ ਇਹ ਸੰਸਾਰ ਦੇ ਵਿੱਚ ਉਹ ਸੱਚਾ ਪਰਵਰਦਗਾਰ ਹੈ, ਉਹ ਇੱਕੋ ਹੀ ਇੱਕ ਸੱਚਾ ਹੈ। ਪਹਿਲਾ ਤਾਂ ਇਹ ਹੈ, ਉਹੀ ਇੱਕ ਸੱਚਾ ਹੈ, ਬਾਕੀ ਪਰਪੰਚ ਸਾਰਾ ਹੀ ਝੂਠਾ ਹੈ। ਉਹ ਇੱਕੋ ਇੱਕ ਸੱਚਾ ਹੈ, ਕਿਉਂਕਿ ਬਾਕੀ ਸੰਸਾਰ ਨੇ ਤਾਂ ਆਉਣਾ ਤੇ ਜਾਣਾ, ਮਰਨਾ ਤੇ ਜੰਮਣਾ ਹੈ, ਪਰ ਉਹ ਇੱਕੋ ਇੱਕ ਸੱਚਾ ਹੈ ਜਿਹੜਾ ਨਾ ਕਿਤੇ ਜੰਮਦਾ ਹੈ, ਨਾ ਕਿਤੇ ਮਰਦਾ ਹੈ, ਨਾ ਉਹਦਾ ਆਦ ਹੈ, ਨਾ ਉਹਦਾ ਅੰਤ ਹੈ। ਇਸ ਕਰਕੇ ਕਹਿੰਦੇ ਉਹ ਸੱਚਾ ਹੈ। ਦੂਸਰਾ ਪਰਵਰਦਗਾਰ, ਉਹ ਇਕੱਲਾ ਹੀ ਹੈ ਜੋ ਸਾਰਿਆਂ ਦੀ ਪਾਲਣਾ ਨੂੰ ਕਰਨ ਵਾਲਾ ਹੈ, ਜੋ ਸਾਰਿਆਂ ਦੀ ਪਾਲਣਾ ਕਰਦਾ ਹੈ, ਜੋ ਸਾਰਿਆਂ ਨੂੰ ਜਿਹੜਾ ਹਨ ਪਾਲਦਾ, ਹਰ ਸਮੇਂ ਵਿੱਚ ਪਾਲਦਾ ਹੈ, ਹਰ ਤਰੀਕੇ ਨਾਲ ਪਾਲਦਾ ਹੈ। ਉਹ ਪਰਮਾਤਮਾ ਪਰਵਰਦਗਾਰ ਸੱਚਾ ਹੈ। ਸੋ ਸੱਚਾ ਪਰਵਰਦਗਾਰ ਕਿਉਂ ਹੈ? ਕਿਉਂਕਿ ਸੱਚਾ ਇਸ ਕਰਕੇ ਹੈ ਜੋ ਪਰਵਰਿਸ਼ ਕਰਦਾ ਹੈ ਉਹਦੇ ਬਦਲੇ ਵਿੱਚੋਂ ਕਿਸੇ ਨੂੰ ਜਿਹੜਾ ਕੁਝ ਨਹੀਂ ਲੈਂਦਾ, ਉਹ ਸਿਰਫ ਪਾਲਣਾ ਕਰਦਾ ਹੈ। ਇਸ ਕਰਕੇ ਉਹ ਸੱਚਾ ਹੈ। ਤੇ ਸੱਚਾ ਇਸ ਕਰਕੇ ਹੈ, ਮਨ ਕਰਕੇ ਵੀ ਪਾਲਦਾ, ਸਰੀਰ ਕਰਕੇ ਵੀ ਪਾਲਦਾ ਹੈ। ਤੇ ਜਿਹੜਾ ਹਨ ਤੇ ਇਹ ਪਰਮਾਤਮਾ ਸੱਚਾ ਇਸ ਕਰਕੇ ਹੈ ਕਿਉਂਕਿ ਇਹ ਸੱਚਾ ਸਰੂਪ ਆਪਣੇ ਆਪ ਵਿੱਚ ਭਾਵੇਂ ਆਪਾਂ ਨੂੰ ਦਿਖਾਈ ਨਹੀਂ ਦਿੰਦਾ, ਪਰ ਹਰ ਇੱਕ ਕਾਰਜ ਆਪ ਹੀ ਕਰਦਾ ਹੈ। ਇਸ ਕਰਕੇ ਉਹ ਸੱਚਾ ਹੈ। ਤੇ ਜਿਹੜਾ ਹਨ ਅਗਲਾ ਜਿਹੜਾ ਹੈ ਸੱਚਾ ਇਸ ਕਰਕੇ ਹੈ, ਨਾ ਤਾਂ ਉਹ ਜੀਵ ਨਾਲ ਜੰਮਦਾ ਹੈ, ਨਾ ਜੀਵ ਨਾਲ ਉਹ ਮਰਦਾ ਹੈ, ਉਹ ਸਦੀਵੀ ਰਹਿਣ ਵਾਲਾ ਹੈ। ਇਸ ਕਰਕੇ ਉਹ ਸੱਚਾ ਹੈ। ਤੇ ਅਗਲਾ ਉਹ ਸੱਚਾ ਇਸ ਕਰਕੇ ਹੈ ਕਿਉਂਕਿ ਉਹ ਮਾਇਆ ਤੋਂ ਪਰੇ ਹੈ। ਤੋ ਜਦੋਂ ਉਹ ਸੱਚਾ ਇਸ ਕਰਕੇ ਹੈ ਕਿਉਂਕਿ ਉਹ ਸੱਚਾ ਹੈ ਤੇ ਉਸ ਨੂੰ ਜਿਹੜੀ ਕੋਈ ਪਰਵਾਹ ਨਹੀਂ ਹੁੰਦੀ, ਨਾ ਉਹਦੇ ਉੱਤੇ ਮਾਇਆ ਅਸਰ ਕੋਈ ਕਰ ਸਕਦੀ ਹੈ, ਉਹ ਮਾਇਆ ਦੇ ਇਨਫਲੂਐਂਸ ਤੋਂ ਪਰੇ ਹੈ। ਇਸ ਕਰਕੇ ਪਰਵਰਦਗਾਰ ਉਹ ਸੱਚਾ ਪਰਵਰਦਗਾਰ ਹੈ। ਤੇ ਰਜੋ ਤਮੋ ਤੇ ਸਤੋ ਗੁਣਾ ਤੋਂ, ਮਾਇਆ ਦੇ ਤ੍ਰਿਗੁਣਾ ਤੋਂ ਵੀ ਉਹ ਪਰੇ ਹੈ। ਇਹ ਮਾਇਆ ਜਿਹੜੀ ਹੈ ਇਹ 3 ਗੁਣਾ ਵਿੱਚ ਵਰਤਦੀ ਹੈ। ਰਜੋ ਤਮੋ ਤੇ ਸਤੋ ਗੁਣ 'ਚ ਵਰਤਣ ਵਾਲੀ ਇਹ ਮਾਇਆ ਹੈ। ਇਹ ਮਾਇਆ ਅਧੀਨ ਹੈ ਇਹ 3 ਗੁਣਾਂ ਦੇ ਵਿੱਚ, ਪਰ ਉਹ ਸੱਚਾ ਪਰਵਰਦਗਾਰ ਜਿਹੜਾ ਹੈ ਇਹ ਤੋਂ ਪਰੇ ਹੈ। ਉਹ ਮਾਇਆ ਦੇ ਚੱਕਰਾਂ ਵਿੱਚ ਨਹੀਂ ਆਉਂਦਾ, ਨਾ ਉਹ ਰਜੋ ਵਿੱਚ ਹੈ, ਨਾ ਤਮੋ ਵਿੱਚ, ਨਾ ਸਤੋ ਵਿੱਚ ਹੈ। ਉਹ ਇਹ ਮਾਇਆ ਦੇ ਪਰਪੰਚ ਤੋਂ ਪਰੇ ਹੈ ਕਿਉਂਕਿ ਉਹਨੇ ਮਾਇਆ ਨੂੰ ਕ੍ਰੀਏਟ ਕੀਤਾ ਹੈ,
ਉਹ ਮਾਇਆ ਨੂੰ ਬਣਾਉਣ ਵਾਲਾ, ਉਹ ਮਾਇਆ ਦਾ ਮਾਸਟਰ ਹੈ। ਸਿਰਠੀ ਸਿਰਜਣਹਾਰ ਲੇਖ ਲਿਖਾਇਆ। ਦੇਖੋ ਇਹ ਜਿਹੜੀ ਸਾਰੀ ਜਿਹੜੀ ਸਿਰਜਣਹਾਰ ਉਹ ਇੱਕੋ ਇੱਕ ਜਿਹੜਾ ਹਨ ਬਣਾ ਕਰਕੇ ਇਹ ਸਾਰੀ ਜਿਹੜੀ ਸ੍ਰਿਸ਼ਟੀ ਦੀ ਸਾਜਨਾ ਕਰਨ ਵਾਲਾ ਹੈ, ਉਹ ਸਜਾਉਣ ਵਾਲਾ ਹੈ, ਉਹ ਇਹ ਸ੍ਰਿਸ਼ਟੀ ਨੂੰ ਜਿਹੜਾ ਹਨ ਸਸਟੇਨੇਬਲ ਬਣਾਉਣ ਵਾਲਾ ਉਹ ਪਰਮਾਤਮਾ ਆਪ ਹੈ। ਇਹ ਸ੍ਰਿਸ਼ਟੀ ਜਿਹੜੀ ਹੈ ਸਾਰੀ ਜਿੰਨਾ ਵੀ ਪ੍ਰਪੰਚ ਦਿਖਾਈ ਦਿੰਦਾ ਹੈ ਉਹਦਾ ਸਿਰਜਣਹਾਰ ਕੇਵਲ ਇੱਕੋ ਹੀ ਹੈ। ਭਾਵੇਂ ਇਹ ਸ੍ਰਿਸ਼ਟੀ ਨਾਨਾ ਪ੍ਰਕਾਰ ਦੀ ਹੈ, ਜਲ ਸ੍ਰਿਸ਼ਟੀ ਹੈ, ਚੇਤਨ ਸ੍ਰਿਸ਼ਟੀ ਹੈ, ਜੋ ਜਿਹੜਾ ਹਨ ਭਾਵੇਂ ਕਿਸੇ ਤਰ੍ਹਾਂ ਦੀ ਵੀ ਸ੍ਰਿਸ਼ਟੀ ਹੈ, ਭਾਵੇਂ 84 ਲੱਖ ਜੂਨਾਂ ਦੇ ਵਿੱਚ ਜੀਵਾਂ ਨੂੰ ਜਿਹੜਾ ਹਨ ਉਹਨਾਂ ਦੇ ਕਰਮ ਭੁਗਤਾਉਣ ਵਾਸਤੇ ਇਹ ਮਾਇਆ ਦੇ ਤਿੰਨਾਂ ਗੁਣਾਂ ਦੇ ਚੱਕਰਾਂ ਵਿੱਚ ਜਿਹੜਾ ਹਨ ਜੀਵ ਪੈਂਦਾ ਹੈ। ਪਰ ਕਹਿੰਦੇ ਉਹ ਸ੍ਰਿਸ਼ਟੀ ਨੂੰ ਸਾਜਣ ਵਾਲਾ ਜਿਹੜਾ ਸਿਰਜਣਹਾਰ ਹੈ, ਕਹਿੰਦੇ ਉਹ ਜਿਹੜਾ ਹਨ ਉਹਨੇ ਇਹ ਸਾਰੀ ਦੀ ਸਾਰੀ ਸ੍ਰਿਸ਼ਟੀ ਸਾਜ ਕਰਕੇ ਹਰ ਇੱਕ ਦਾ ਕਰਮ ਹਰ ਵੇਲੇ ਦੇ ਵਿੱਚ ਭੁਗਤਾਉਣ ਵਾਸਤੇ ਉਹ ਪਰਮਾਤਮਾ ਨੇ ਹਰ ਇੱਕ ਐਸੇ ਜਿਹੜਾ ਹਨ ਮੌਕੇ ਬਣਾਏ ਹੋਏ ਹਨ ਜਿਹਦੇ ਕਰਕੇ ਸਾਰਿਆਂ ਦੇ ਸਾਰੇ ਕਰਮ ਭੁਗਤਾਏ ਜਾਣ। ਫਿਰ ਕਹਿੰਦੇ ਲੇਖ ਲਿਖਾਇਆ, ਕਹਿੰਦੇ ਐਸਾ ਜਿਹੜਾ ਉਹਨੇ ਲੇਖ ਹੈ ਉਹਨੇ ਸਾਰਿਆਂ ਦੇ ਮੱਥੇ ਤੇ, ਸਾਰੇ ਜੀਵਾਂ ਦੇ ਮੱਥੇ ਤੇ ਲਿਖ ਕਰਕੇ ਸੰਸਾਰ ਵਿੱਚ ਭੇਜੇ ਤਾਂ ਕਰਕੇ ਆਪਣੇ ਕਰਮ ਭੁਗਤ ਸਕਣ। ਪਰ ਕਹਿੰਦੇ ਉਹ ਪਰਮਾਤਮਾ ਇਹ ਲੇਖਾਂ ਤੋਂ ਪਰੇ ਹੈ, ਉਹ ਇਹ ਲੇਖਾਂ ਦੇ ਵਿੱਚ ਅਲੇਖ ਰੂਪ ਹੋ ਕੇ ਵਰਤਦਾ ਹੈ। ਉਹਨੇ ਸਾਰੇ ਜੀਵਾਂ ਦੇ ਵਿੱਚ ਵਰਤਦਿਆਂ ਹੋਇਆਂ ਵੀ ਸਾਰੇ ਜੀਵਾਂ ਦੇ ਲੇਖਾਂ ਨੂੰ ਜਿਹੜਾ ਭੁਗਤਾਉਂਦਿਆਂ ਸਮੇਂ ਦੇ ਵਿੱਚ ਵੀ ਉਹ ਅਲੇਖ ਰੂਪ ਹੈ, ਉਹਨੂੰ ਕੋਈ ਉਹਦਾ ਲੇਖ ਨਹੀਂ, ਉਹ ਪਰਮਾਤਮਾ ਇਹ ਲੇਖ ਤੋਂ ਪਰੇ ਹੈ। ਇਸ ਕਰਕੇ ਜਿਹੜਾ ਹੈ ਸ੍ਰਿਸ਼ਟੀ ਜਿਹੜੀ ਹੈ ਸਿਰਜਣਹਾਰ, ਕਹਿੰਦੇ ਉਹ ਸਿਰਜਣਹਾਰ ਦੀ ਜਿਹੜੀ ਇਹ ਸ੍ਰਿਸ਼ਟੀ ਹੈ ਲੇਖ ਲਿਖਾਇਆ ਇਹ ਕਿਉਂ ਬਣਾਈ ਹੈ? ਇਹ ਸੰਸਾਰ ਦੇ ਵਿੱਚ ਜੀਵਾਂ ਦੇ ਕਰਮਾਂ ਦੇ ਲੇਖ ਨੂੰ ਭੁਗਤਾਉਣ ਵਾਸਤੇ। ਸਭ ਸੈ ਦੇ ਆਧਾਰ ਨਾ ਤੋਲ ਤੁਲਾਇਆ। ਦੇਖੋ ਭਾਵੇਂ ਕੋਈ ਮਾੜਾ ਹੈ, ਭਾਵੇਂ ਕੋਈ ਚੰਗਾ ਹੈ, ਜ਼ੁਲਮੀ ਹੈ, ਭਾਵੇਂ ਕੋਈ ਭਗਤ ਹੈ, ਕੋਈ ਪਾਪੀ ਹੈ, ਕੋਈ ਵੀ ਹੈ, ਕਹਿੰਦੇ ਸਭ ਸੈ ਦੇ ਆਧਾਰ, ਕਹਿੰਦੇ ਸਾਰਿਆਂ ਦਾ ਆਧਾਰ ਆਸਰਾ ਉਹ ਪਰਮਾਤਮਾ ਸੱਚਾ ਆਪ ਹੀ ਹੈ। ਉਹੀ ਇੱਕ ਸੱਚਾ ਹੈ ਜਿਹਦੇ ਆਸਰੇ ਤੇ ਸਾਰਾ ਹੀ ਸੰਸਾਰ ਜਿਉਂਦਾ ਹੈ। ਦੇਖੋ ਭਾਈ ਗੁਰਦਾਸ ਨੇ ਸ਼ੁਰੂ ਕੀਤਾ ਕਿੱਥੋਂ ਸੀਗੀ ਇਹ ਪੌੜੀ? ਨਿਰਾਧਾਰ, ਕਹਿੰਦੇ ਉਹ ਆਸਰੇ ਤੋਂ ਬਗੈਰ ਹੈ ਪਰਮਾਤਮਾ, ਪਰ ਇੱਥੇ ਆ ਗਿਆ ਸਭ ਸੈ ਦੇ ਆਧਾਰ, ਉਹ ਸਾਰਿਆਂ ਨੂੰ ਆਸਰਾ ਦੇਣ ਵਾਲਾ ਪਰਮਾਤਮਾ ਆਪ ਇਕੱਲਾ ਹੀ ਹੈ। ਤੇ ਨਾ ਤੋਲ ਤੁਲਾਇਆ, ਕਹਿੰਦੇ ਉਹਦੀ ਜਿਹੜਾ ਹਨ ਉਹਨੂੰ ਨਾ ਕੋਈ ਤੋਲ ਤੁਲਾ ਸਕਦਾ ਹੈ। ਉਸ ਪਰਮਾਤਮਾ ਦਾ ਨਾ ਕੋਈ ਤੋਲ ਹੈ, ਨਾ ਤੋਲਣ ਵਾਲਾ ਕੋਈ ਐਸੀ ਕੋਈ ਮਸ਼ੀਨ ਇੰਸਟਰੂਮੈਂਟ ਬਣੀ ਹੈ ਜਿਹਦੇ ਕਰਕੇ ਉਹਨੂੰ ਤੋਲਿਆ ਜਾਵੇ। ਤੀਜੀ ਗੱਲ ਹੈ ਤੋਲ ਦਾ ਕੋਈ ਜਿਹੜੀ ਯੂਨਿਟ ਹੁੰਦੀ ਹੈ ਵੀ ਇਹ ਯੂਨਿਟ ਜਿਹੜੀ ਹਨ ਭਾਵੇਂ ਕਿਲੋਗ੍ਰਾਮ ਹੋਇਆ, ਪਾਊਂਡਸ ਹੋਏ, ਕਹਿੰਦੇ ਉਹ ਵੀ ਨਹੀਂ ਬਣਿਆ, ਅੱਜ ਤੱਕ ਹੈ ਨਹੀਂ, ਨਾ ਬਣੇਗਾ। ਕਹਿੰਦੇ ਨਾ ਤੋਲ ਤੁਲਾਇਆ। ਫਿਰ ਅੱਗੇ ਆਉਂਦਾ ਸਭ ਸੈ ਦੇ ਆਧਾਰ, ਕਹਿੰਦੇ ਦੇਖੋ ਉਹ ਸਾਰਿਆਂ ਨੂੰ ਆਧਾਰ ਨੂੰ ਜਿਹੜਾ ਦੇਣ ਵਾਲਾ, ਸਾਰਿਆਂ ਨੂੰ ਆਸਰਾ ਦੇਣ ਵਾਲਾ, ਨਾ ਤੋਲ ਤੁਲਾਇਆ। ਕਹਿੰਦੇ ਇਹ ਸੰਸਾਰ ਕੈਸਾ ਹੈ ਜਿਹਦਾ ਤੋਲ ਕੋਈ ਤੋਲ ਨਹੀਂ ਸਕਦਾ। ਇਹ ਸੰਸਾਰ ਕਿੱਡਾ ਕੁ ਵੱਡਾ ਹੈ ਤੇ ਫਿਜ਼ੀਕਲ ਤੋਲ ਜਿਹੜਾ ਇਹਦਾ ਵੇਟ ਹੈ ਇਹ ਵੀ ਕੋਈ ਠੀਕ ਜਾਣ ਨਹੀਂ ਸਕਦਾ। ਦੂਜਾ ਕਰਮਾਂ ਕਰਕੇ ਜਿਹੜਾ ਤੋਲ ਹੈ ਉਹ ਵੀ ਤੋਲਿਆ ਨਹੀਂ ਕਿਸੇ ਤੋਂ ਜਾ ਸਕਦਾ, ਕਿਉਂਕਿ ਪਰਮਾਤਮਾ ਹੀ ਭੁਗਤਾ ਸਕਦਾ ਹੈ ਹਰ ਇੱਕ ਕਰਮ ਨੂੰ। ਲਿਖਿਆ ਥਿਤ ਨਾ ਵਾਰ ਨਾ ਮਾਹ ਜਣਾਇਆ। ਦੇਖੋ ਕਹਿੰਦੇ ਲਿਖਿਆ, ਕਹਿੰਦੇ ਉਹਦਾ ਲਿਖਿਆ ਹੋਇਆ, ਕਹਿੰਦੇ ਜਿਹੜਾ ਹਨ ਕਿਦੋਂ ਉਹਨੇ ਲੇਖ ਲਿਖੇ, ਕਿਦੋਂ ਉਹਨੇ ਸੰਸਾਰ ਨੂੰ ਬਣਾਇਆ, ਕਹਿੰਦੇ ਕਿਵੇਂ ਹੋਇਆ? ਕਹਿੰਦੇ ਉਹ ਜਿਹੜਾ ਲੇਖ ਹੈ ਉਸ ਦੀ ਕ੍ਰੀਏਸ਼ਨ ਦਾ ਕਿ ਉਹਨੇ ਕਿਦੋਂ ਬਣਾਇਆ, ਕਹਿੰਦੇ ਉਹਦਾ ਕੋਈ ਥਿਤ ਨਹੀਂ। ਥਿਤ ਜਿਹੜਾ ਲੂਨਾ ਕੈਲੰਡਰ ਦੇ ਡੇਸ ਹੁੰਦੇ ਨੇ, ਦਿਨ ਹੁੰਦੇ ਨੇ ਜੋ ਕਿ ਚੰਦਰਮਾ ਦੇ ਨਾਲ ਚੱਲਦੇ ਨੇ, ਉਹ ਦਿਨ ਜਿਹੜੇ ਉਹਨਾਂ ਨੂੰ ਥਿਤ ਕਹਿੰਦੇ ਹਾਂ। ਨਾ ਵਾਰ ਜਿਹੜਾ ਦਿਨ ਜਿਹੜਾ ਸੂਰਜ ਦੇ ਨਾਲ ਚੱਲਦਾ ਦਿਨ ਹੈ, ਕਹਿੰਦੇ ਜਿਵੇਂ ਆਪਾਂ ਕਹਿੰਦੇ ਸੋਮਵਾਰ, ਮੰਗਲਵਾਰ, ਬੁੱਧਵਾਰ, ਕੋਈ ਵਾਰ ਵੀ ਨਹੀਂ ਹੈ। ਨਾ ਮਹਾ ਜਣਾਇਆ, ਨਾ ਕੋਈ ਮਹੀਨਾ ਹੀ ਹੈ ਜਿਹਦਾ ਜਨਾ ਕਰਕੇ ਕਹਿ ਦਈਏ ਵੀ ਜਨਵਰੀ ਹੈ, ਫੈਬਰੀ ਹੈ ਜਾਂ ਚੇਤ ਵਿਸਾਖ ਇਹ ਮਹੀਨਾ ਹੈ, ਕਹਿੰਦੇ ਨਹੀਂ ਕਿਹਾ ਜਾ ਸਕਦਾ। ਕਹਿੰਦੇ ਜਿਹੜਾ ਹਨ ਲਿਖਿਆ ਥਿਤ ਨਾ ਵਾਰ ਨਾ ਮਾਹੋ ਜਨਾਇਆ, ਕਿਉਂਕਿ ਪਰਮਾਤਮਾ ਟਾਈਮਲੈਸ ਹੈ, ਉਹ ਅਕਾਲ ਰੂਪ ਹੈ, ਉਹ ਸਮੇਂ ਵਿੱਚ ਨਹੀਂ ਆਉਣ ਵਾਲਾ। ਪਰ ਕਹਿੰਦੇ ਹਰ ਇੱਕ ਜਿਹੜਾ ਜੀਵ ਹੈ ਇਹ ਸਮੇਂ ਦੇ ਨਾਲ ਦੇ ਵਿੱਚ ਅਧੀਨ ਹੈ, ਇਹ ਸਮੇਂ ਦੇ ਵਿੱਚ ਅਧੀਨ ਹੈ। ਪਰਮਾਤਮਾ ਟਾਈਮਲੈਸ ਹੈ, ਉਹ ਟਾਈਮ ਦੇ ਵਿੱਚ ਨਹੀਂ ਆਉਂਦਾ, ਨਾ ਉਹਦਾ ਭੂਤਕਾਲ, ਵਰਤਮਾਨ, ਨਾ ਭਵਿੱਖਤ ਕਾਲ ਹੈ। ਸੋ ਇਸ ਕਰਕੇ ਲਿਖਿਆ ਥਿਤ ਨਾ ਵਾਰ ਨਾ ਮਾਹੋ ਜਨਾਇਆ। ਕਹਿੰਦੇ ਦੇਖੋ ਪਰਮਾਤਮਾ ਦੇ ਲੇਖ ਕਿੰਨੇ ਯੂਨੀਕ ਹਨ। ਕਹਿੰਦੇ ਹਰ ਸਮੇਂ ਦੇ ਵਿੱਚ ਜਿਨ੍ਹਾਂ ਦਾ ਤੋਲ ਜਿਹੜਾ ਹੈ ਨਹੀਂ ਤੋਲਿਆ ਜਾਂਦਾ, ਜਿਹੜਾ ਕਿ ਇਹ ਪਰਮਾਤਮਾ ਜਿਹੜਾ ਹੈ ਨਾ ਉਹ ਜਦੋਂ ਕਰਮਾਂ ਨੂੰ ਭੁਗਤਾਉਂਦਾ ਹੈ ਨਾ,
ਕਹਿੰਦੇ ਉਹਦਾ ਜਿਹੜਾ ਆਪਾਂ ਕਹਿ ਦਈਏ ਵੀ ਇਹ ਥਿਤ ਹੈ, ਇਹ ਵਾਰ ਹੈ, ਇਹ ਦਿਨ ਹੈ, ਭਾਈ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਦਿਨ ਤੇ ਜਿਹੜਾ ਹਨ ਮਹੀਨੇ ਤਾਂ ਸੰਸਾਰੀ ਬੰਦੇ ਉਹਦੇ ਅਧੀਨ ਜ਼ਰੂਰ ਨੇ, ਪਰ ਪਰਮਾਤਮਾ ਇਹ ਤੋਂ ਉੱਤੇ ਹੈ। ਇਸ ਕਰਕੇ ਕਹਿੰਦੇ ਜਿਹੜਾ ਹਨ ਇਹ ਸ੍ਰਿਸ਼ਟੀ ਦੀ ਰਚਨਾ ਜਦੋਂ ਕੀਤੀ ਉਹਦਾ ਵੀ ਥਿਤਵਾਰ ਕੋਈ ਜਾਣ ਨਹੀਂ ਸਕਦਾ। ਵੇਦ ਕਤੇਬ ਵਿਚਾਰ ਨਾ ਆਖ ਸੁਣਾਇਆ। ਦੇਖੋ ਕਹਿੰਦੇ ਵੇਦ ਕਿੰਨੇ 4 ਵੇਦ ਹਨ। ਸੋ ਇਹ 4 ਵੇਦ ਜਿਹੜੇ ਸ਼ਾਮ ਵੇਦ ਹੋਇਆ, ਯੁਜਰ ਵੇਦ ਹੋਇਆ, ਰਿਗ ਵੇਦ ਹੋਇਆ, ਅਥਰਵਨ ਵੇਦ ਹੋਇਆ, ਕਹਿੰਦੇ ਸਾਰਿਆਂ ਦੇ ਸਾਰੇ ਜਿਹੜੇ 4 ਵੇਦ ਨੇ, ਕਤੇਬ ਨੇ, ਜ਼ਬੂਰ ਹੈ, ਤੌਰਤ ਹੈ, ਚਾਹੇ ਬਾਈਬਲ ਹੈ, ਚਾਹੇ ਕੁਰਾਨ ਹੈ, ਕਹਿੰਦੇ ਇਹ ਸਾਰੇ ਦੇ ਸਾਰੇ ਜਿਹੜੇ ਹਨ ਇਹਨਾਂ ਨੇ ਬੜੀ ਵਿਚਾਰ ਕੀਤੀ ਵੀ ਸੰਸਾਰ ਜਿਹੜਾ ਬਣਿਆ ਇਸ ਟਾਈਮ ਤੇ ਹੋਵੇਗਾ, ਇਸ ਤਰ੍ਹਾਂ ਹੋਵੇਗਾ, ਇਉਂ ਹੋਵੇਗਾ। ਕਹਿੰਦੇ ਬਹੁਤ ਹੀ ਉਹਨਾਂ ਨੇ ਵਿਚਾਰ ਕੀਤੀ ਵੀ ਪਰਮਾਤਮਾ ਐਟਰੀਬਿਊਟਸ ਐਸੇ ਹਨ, ਪਰਮਾਤਮਾ ਕਿਵੇਂ ਪ੍ਰਗਟ ਹੁੰਦਾ ਹੈ, ਕਿਵੇਂ ਉਹਨੇ ਸੰਸਾਰ ਨੂੰ ਬਣਾਇਆ, ਕੀ ਕਾਰਨ ਕਰਕੇ ਬਣਾਇਆ। ਕਹਿੰਦੇ ਉਹਨਾਂ ਨੇ ਬਹੁਤ ਕੁਝ ਲਿਖਿਆ ਹੈ, ਪਰ ਕਹਿੰਦੇ ਨਾ ਆਖ ਸੁਣਾਇਆ, ਪਰ ਉਹ ਵੀ ਪੂਰਾ ਆਖ ਕੇ ਨਹੀਂ ਸੁਣਾ ਸਕੇ ਵੀ ਅਸਲ ਭੇਤ ਕੀ ਹੈ। ਕਹਿੰਦੇ ਉਹ ਵੀ ਨਹੀਂ ਦੱਸ ਸਕੇ। ਅੱਜ ਤੱਕ ਵੀ ਜਿਹੜੇ ਹਨ ਵੇਦ ਤੇ ਕਤੇਬ ਇਸ ਗੱਲੋਂ ਉਹ ਜਿਹੜੇ ਹਨ ਅਧੂਰੇ ਹੀ ਹਨ, ਉਹ ਨਹੀਂ ਕਹਿ ਸਕਦੇ ਉਹ ਬੇਅੰਤ ਦੀ ਗੱਲ। ਪਰ ਇੱਥੇ ਵਿਚਾਰ ਇੱਕ ਗੱਲ ਦਾ ਹੈ, ਭਾਈ ਗੁਰਦਾਸ ਜੀ ਇੱਕ ਸਿੱਖ ਨੇ ਜਿਨ੍ਹਾਂ ਨੇ ਸਿੱਖੀ ਜਿਹੜੀ ਹੈ ਗੁਰੂ ਰਾਮਦਾਸ ਜੀ ਤੋਂ ਪ੍ਰਾਪਤ ਕੀਤੀ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਸਮੇਂ ਵਿੱਚ ਉਹਨਾਂ ਨੇ ਪ੍ਰਚਾਰ ਕੀਤਾ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਤੱਕ ਉਹਨਾਂ ਨੇ ਪ੍ਰਚਾਰ ਕਰਦੇ ਰਹੇ। ਭਾਈ ਗੁਰਦਾਸ ਦੇਖੋ ਕਿੱਡੀਆਂ ਡੂੰਘੀਆਂ ਗੱਲਾਂ ਜਿਹੜੀਆਂ ਨੇ ਜਿਹੜੇ ਵੇਦ ਤੇ ਕੁਰਾਨ ਨਹੀਂ ਕਰ ਸਕੇ, ਉਹਨਾਂ ਨੇ ਥੋੜੇ ਹੀ ਲਾਈਨਾਂ ਦੇ ਵਿੱਚ ਤੇ ਇੱਕ ਪੌੜੀ ਦੇ ਵਿੱਚ ਸਾਰਾ ਸਾਰ ਵਿਸਥਾਰ ਕਰ ਦਿੱਤਾ ਕਿ ਸੰਸਾਰ ਕਿਵੇਂ ਬਣਿਆ, ਕਿਉਂ ਬਣਿਆ, ਕਿਦੋਂ ਬਣਿਆ, ਕਿਹਨੇ ਬਣਾਇਆ ਤੇ ਇਹਦਾ ਆਸਰਾ ਰੂਪ ਕੌਣ ਹੈ, ਮਾਇਆ ਕੀ ਹੈ, ਪਰਮਾਤਮਾ ਇਹਦੇ ਵਿੱਚ ਵਸਦਾ ਕਿਵੇਂ ਹੈ। ਇਹ ਸਾਰੀ ਇੱਕ ਪੌੜੀ ਦੇ ਵਿੱਚ ਸਾਰਾ ਹੀ ਵਿਸਥਾਰ ਕਰ ਦਿੱਤਾ। ਇਹ ਦੇਖੋ ਭਾਈ ਗੁਰਦਾਸ ਇੱਕ ਸਿੱਖ ਨੇ ਜਿਨ੍ਹਾਂ ਨੇ ਐਡਾ ਗਿਆਨ ਆਪਾਂ ਨੂੰ ਇੰਨੇ ਛੋਟੇ ਸ਼ਬਦਾਂ ਵਿੱਚ ਦੇ ਦਿੱਤਾ। ਤੇ ਇਹ ਜਿਹੜਾ ਹਿਸਾਬ ਲਾ ਕੇ ਦੇਖੋ ਗੁਰੂ ਮਹਾਰਾਜ ਜੀ ਕੌਣ ਨੇ ਤੇ ਜਿਨ੍ਹਾਂ ਤੋਂ ਉਹਨਾਂ ਨੇ ਸਿੱਖੀ ਪ੍ਰਾਪਤ ਕੀਤੀ। ਇਸ ਕਰਕੇ ਭਾਈ ਗੁਰਦਾਸ ਜੀ ਧੰਨ ਹਨ ਜਿਨ੍ਹਾਂ ਨੇ ਆਪਾਂ ਨੂੰ ਇਹ ਸਾਰਾ ਹੀ ਦਾ ਸਾਰਾ ਜਿਹੜਾ ਨੌਲੇਜ ਜਿਹੜਾ ਹੈ ਗਿਆਨ ਬਖਸ਼ਣਾ ਕੀਤਾ। ਲਿਖਿਆ ਥਿਤ ਨਾ ਵਾਰ ਨਾ ਮਾਹ ਜਣਾਇਆ, ਵੇਦ ਕਤੇਬ ਵਿਚਾਰ ਨਾ ਆਖ ਸੁਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।